ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:10 ਹੋਏ ਨੇ ਤੇ 25 ਮਈ ਦਾ ਦਿਨ ਹੈ, ਵਰ੍ਹਾ 2023 ਦਾ ਵੀਰਵਾਰ ਹੈ ਤੇ 11 ਜੇਠ ਨਾਨਕ ਸੰਮਤ 555। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਕਰਨਗੇ ਗੱਲਬਾਤ। 11 ਤੋਂ 12 ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਸਿਹਤ ਦੇ ਕਾਰਨਾਂ ਕਰਕੇ ਸਰੀ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਖਾਸ ਖਿਆਲ ਕਿਵੇਂ ਰੱਖਿਆ ਜਾਂਦਾ? ਸਪੈਸ਼ਲ ਨੀਡ ਕਿਡਸ ਕੀ ਨੇ, ਆਟਿਜ਼ਮ ਕੀ ਹੈ? ਗੈਰੀ ਥਿੰਦੋਂ ਆਉਣਗੇ ਸਕੂਲ ਦੇ ਟਰਸਟੀ ਨਾਲ। ਹੋ ਸਕਦਾ ਹੈ ਕੋਈ ਮਾਪੇ ਵੀ ਆਉਣ ਜਿਨ੍ਹਾਂ ਦੇ ਬੱਚੇ ਇਸ ਮੁਸ਼ਕਿਲ 'ਚੋਂ ਲੰਘ ਰਹੇ ਨੇ। ਆਖਰੀ ਘੰਟੇ 'ਚ ਭਾਈਚਾਰੇ ਨਾਲ ਸੰਬੰਧਿਤ ਖਾਸ ਗੱਲਬਾਤ ਹੁੰਦੀ ਆ ਵੀਰਵਾਰ ਨੂੰ, ਤੇ ਤੁਸੀਂ ਸ਼ਾਮਲ ਹੁੰਦੇ ਹੋ। 604 204 0600 604204 0600 ਔਨ ਏਅਰ ਨੰਬਰ ਹੈ ਤੇ 604 729 1224 WhatsApp ਤੇ ਟੈਕਸਟ ਲਈਏ ਮੇਰਾ ਨੰਬਰ ਹੈ 604729 1224। ਉਹ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮਸਕਾਨ ਉੱਤੇ, ਜੇ ਉੱਡੇ ਕਾਗ ਜਿਉਂ ਤੂਤਾਂ ਕੋਨਿਆਂ ਤੋਂ, ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ, ਮੋਰ ਪੰਖ ਦਾ ਬੂਟੜਾ ਚੌਰ ਕਰੇ ਹਵਾ ਅਥਰੀ ਦੇ ਫਰਮਾਨ ਉੱਤੇ, ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉੱਤੇ, ਹੈ ਮਹਿਕ ਜੋ ਪੈਂਦਾ ਰੇਤੜ ਵਿੱਚ ਚੌਂਕੜੀਆਂ ਦੇ ਫਸਲਾਨ ਉੱਤੇ, ਜਾਂ ਨੀਹਾਂ ਉੱਗੜ ਜਾਂਦੀਆਂ ਨੇ ਜਿਉਂ ਘੂੰਗਟ ਦੇ ਸਰਕਾਨ ਉੱਤੇ, ਜਿਉਂ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਢਲਾਨ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ, ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸੀਸ਼ ਮਹਿਲ ਮਸਕਾਨ ਉੱਤੇ, ਲਾਪਰੇ ਹੋਏ ਤੂਤਾਂ ਤੋਂ ਘੋਨਿਆਂ ਤੋਂ ਚਿੜੀ ਜ਼ਾਤ ਖੇਡਦੀ ਆ ਸਾਗਵਾਨ ਉੱਤੇ। ਹਰਮਨਜੀਤ ਲਿਖਦਾ ਹੈ। ਚੱਲੀਏ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਕਰਦੇ ਹਾਂ ਗੱਲਬਾਤ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ, ਕੱਲ ਇੱਕ ਵੀਡੀਓ ਵਾਇਰਲ ਹੋਈ ਤੇ ਉਹਦੇ ਵਿੱਚ ਚਰਨਜੀਤ ਚੰਨੀ ਡਿਪਟੀ ਨੂੰ ਪੈ ਗਿਆ ਨਾਲ ਖੜੇ ਨੂੰ, ਕਹਿੰਦਾ ਕਿਆ ਕਰ ਰਿਹਾ ਯਾਰ, ਤੂੰ ਬੋਲ ਰਿਹਾ, ਮੈਨੂੰ ਬੋਲਣ ਦੇ। ਰੋਪੜੀ ਬੋਲੀ ਉਹਨੇ, ਬੰਦਾ ਕੋਈ ਨੁਕਸਾਨਿਆ ਗਿਆ। ਤੇ ਹੁਣ ਕਹਿੰਦੇ ਟਵਿਟਰੀ ਹੋ ਗਏ ਭਗਵੰਤ ਮਾਨ ਤੇ ਚੰਨੀ ਜੀ। ਜੀ ਗਿੱਲ ਸਾਹਿਬ, ਵਾਕਈ ਭਗਵੰਤ ਮਾਨ ਤੇ ਚਰਨਜੀਤ ਚੰਨੀ ਆਪਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਇੱਕ ਦੂਜੇ ਨੂੰ ਕਮੈਂਟ ਨੇ ਜਿਹੜੇ ਉਹ ਕਰ ਰਹੇ ਨੇ। ਮਸਲਾ ਬਹੁਤ ਭਖ ਚੁੱਕਿਆ। ਹੁਣ ਗਿੱਲ ਸਾਹਿਬ, ਇੱਕ ਤਾਂ ਸ਼ੁਰੂਆਤ ਦੇ ਵਿੱਚ ਮੈਂ ਦੱਸਾਂ ਕਿ ਭਗਵੰਤ ਮਾਨ ਇਸ ਵਕਤ ਬੰਬੇ ਦੇ ਵਿੱਚ ਨੇ, 2 ਦਿਨ ਹੋ ਗਏ। ਕੱਲ ਉਧਵ ਠਾਕਰੇ ਹੋਰਾਂ ਨੂੰ ਮਿਲੇ ਆ, ਸ਼ਰਦ ਪਵਾਰ ਹੋਰਾਂ ਨੂੰ ਮਿਲੇ, ਬਾਲੀਵੁੱਡ ਦੇ ਅਦਾਕਾਰਾਂ ਨੂੰ ਵੀ ਮਿਲ ਰਹੇ ਨੇ, ਸੁਖਵਿੰਦਰ ਸਿੰਘ ਪੰਜਾਬੀ ਗਾਇਕ ਆ ਉਹਨੂੰ ਵੀ ਮਿਲੇ ਨੇ। ਤਾਂ ਇੱਕ ਪਾਸੇ ਤਾਂ ਭਗਵੰਤ ਮਾਨ ਤੇ ਕੇਜਰੀਵਾਲ ਮਿਸ਼ਨ ਦੇ ਉੱਤੇ ਨਿਕਲੇ ਹੋਏ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਲਾਮਬੰਦ ਕਰਨਾ ਹੈ। ਔਰ ਉਹ ਗਿੱਲ ਸਾਹਿਬ ਕਰ ਰਹੇ ਨੇ, ਮਮਤਾ ਬੈਨਰਜੀ ਨੂੰ ਮਿਲੇ ਨੇ ਤੇ ਵੱਖ-ਵੱਖ ਰਾਜਨੀਤਿਕ ਲੀਡਰਾਂ ਨੂੰ ਮਿਲ ਰਹੇ ਨੇ, ਵਿਰੋਧੀ ਧਿਰਾਂ ਦੇ ਨੂੰ। ਹੁਣ ਸਭ ਤੋਂ ਵੱਡੀ ਵਿਰੋਧੀ ਧਿਰ ਹੈ ਕਾਂਗਰਸ। ਉਹਦੇ ਪੰਜਾਬ ਦੇ ਲੀਡਰ ਦੇ ਨਾਲ ਤੁਸੀਂ ਬੰਬੇ ਦੇ ਵਿੱਚ ਬੈਠ ਕੇ ਬਿਆਨ ਦੇ ਰਹੇ ਹੋ ਉਹਦੇ ਖਿਲਾਫ, ਔਰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਵਿਰੋਧੀ ਧਿਰਾਂ ਨੂੰ ਲਾਮਬੰਦ ਕਰ ਰਹੇ ਹਾਂ। ਵੱਡਾ ਸਵਾਲ ਹੈ ਨਾ। ਤਾਂ ਕਿਹਾ ਗਿੱਲ ਸਾਹਿਬ ਇਹ ਹੈ, ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨਾਂ ਦੇ, ਕਿਉਂਕਿ ਚੁਟਕਲੇ ਤਾਂ ਉਹਨਾਂ ਨੇ ਬਹੁਤ ਸੁਣਾਏ ਨੇ ਜਦੋਂ ਮੁੱਖ ਮੰਤਰੀ ਨਹੀਂ ਹੁੰਦੇ ਸੀ, ਤਾਂ ਹੁਣ ਫੇਰ ਉਹਨਾਂ ਨੇ ਮਤਲਬ ਉਸੇ ਅੰਦਾਜ਼ 'ਚ ਗੱਲ ਕੀਤੀ। ਉਹ ਕਹਿੰਦੇ ਇੱਕ ਕ੍ਰਿਕਟ ਖਿਡਾਰੀ ਨੈਸ਼ਨਲ ਲੈਵਲ ਦਾ IPL 'ਚ ਪਿਛਲੇ ਦਿਨੀ ਖੇਡਣ ਗਿਆ, ਕਹਿੰਦੇ ਮੈਨੂੰ ਮਿਲਿਆ। ਭਗਵੰਤ ਮਾਨ ਕਹਿੰਦਾ ਮੈਨੂੰ ਉਹ ਕ੍ਰਿਕਟ ਖਿਡਾਰੀ ਕਹਿੰਦਾ ਕਿ ਮੈਂ ਨੌਕਰੀ ਲਈ ਅਪਲਾਈ ਕੀਤਾ, ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਉਹ ਕਹਿੰਦਾ ਮੈਂ ਕੁਛ ਨੰਬਰਾਂ ਤੇ ਰਹਿ ਗਿਆ। ਕਹਿੰਦਾ ਮੈਂ ਉਸ ਤੋਂ ਬਾਅਦ ਖੇਡ ਕੋਟੇ 'ਚ ਅਪਲਾਈ ਕਰਤਾ, ਨੈਸ਼ਨਲ ਲੈਵਲ ਦਾ ਖਿਡਾਰੀ ਸੀ, ਹਾਲਾਂਕਿ ਪਹਿਲਾਂ ਹੀ ਖੇਡ ਕੋਟੇ 'ਚ ਕਰਦਾ ਅਗਲਾ। ਤਾਂ ਕਹਿੰਦਾ ਉਦੋਂ ਚੰਨੀ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਪਾਸੇ ਹੋ ਗਿਆ। ਕਹਿੰਦਾ ਮੈਂ ਚੰਨੀ ਕੋਲੇ ਗਿਆ ਆਪਦੇ ਬਾਪੂ ਨੂੰ ਲੈ ਕੇ, ਤਾਂ ਚਰਨਜੀਤ ਚੰਨੀ ਕਹਿੰਦਾ ਵੀ ਨੌਕਰੀ ਤੈਨੂੰ ਮਿਲ ਜੂ, ਐਂ ਕਰ ਮੇਰੇ ਭਾਣਜੇ ਨੂੰ ਮਿਲ ਲਈ। ਕਹਿੰਦਾ ਜੀ ਉਹ ਭਾਣਜੇ ਕੋਲੇ ਚਲੇ ਗਏ। ਕਹਿੰਦਾ ਭਾਣਜੇ ਨੇ 2 ਉਂਗਲਾਂ ਖੜੀਆਂ ਕਰਤੀਆਂ ਵੀ 2। ਕਹਿੰਦਾ ਉਹ ਭਗਵੰਤ ਮਾਨ ਕਹਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ 2 ਲੱਖ ਰੁਪਈਆ ਲੈ ਕੇ ਪਹੁੰਚ ਗਏ। ਕਹਿੰਦੇ ਉਹ ਮੂਹਰੋਂ ਭੜਕ ਗਿਆ, ਉਹ ਕਹਿੰਦਾ 2 ਲੱਖ ਨਹੀਂ 2 ਕਰੋੜ ਕਿਹਾ ਸੀ। ਅੱਛਾ। ਕਹਿੰਦੇ 2 ਕਰੋੜ ਰੁਪਈਆ
ਚੰਨੀ ਦੇ ਭਾਣਜੇ ਨੇ ਇੱਕ ਕ੍ਰਿਕਟ ਖਿਡਾਰੀ ਤੋਂ ਮੰਗਿਆ। ਔਰ ਇਸ ਵਿਸ਼ੇ ਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਗਿੱਲ ਸਾਹਿਬ ਅੱਜ ਕਿਹਾ ਕਿ ਮਾਣਯੋਗ ਚਰਨਜੀਤ ਚੰਨੀ ਜੀ, ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ, ਨਹੀਂ ਫਿਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਪੰਜਾਬੀਆਂ ਸਾਹਮਣੇ ਰੱਖਾਂਗਾ। ਇਹ ਭਗਵੰਤ ਮਾਨ ਹੋਰਾਂ ਨੇ ਅੱਜ ਚੰਨੀ ਹੋਰਾਂ ਨੂੰ ਜਿਹੜਾ ਗਾ ਉਹ ਅਲਟੀਮੇਟਮ ਦਿੱਤਾਗਾ। ਤਾਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ, ਜੇ ਉਹਨਾਂ ਕੋਲ ਸੱਚੀ ਮੁੱਚੀ ਸਬੂਤ ਹੈਗੇ ਨੇ, ਜੇ ਸੱਚੀ ਮੁੱਚੀ ਕਿਸੇ ਖਿਡਾਰੀ ਤੋਂ 2 ਕਰੋੜ ਰੁਪਇਆ ਮੰਗਿਆ ਗਿਆ, ਫਿਰ ਚੰਨੀ ਨੂੰ ਅਲਟੀਮੇਟਮ ਦੇਣ ਦੀ ਕੀ ਲੋੜ ਹੈ? ਜੇ ਸਬੂਤ ਹੈਗੇ ਨੇ ਤਾਂ ਵਿਜੀਲੈਂਸ ਭੇਜ ਕੇ ਗ੍ਰਿਫਤਾਰ ਕਰਨ। ਅਲਟੀਮੇਟਮ ਦੇਣ ਦਾ ਕੀ ਮਤਲਬ? ਅਸਲ ਦੇ ਵਿੱਚ ਇਹ 31 ਮਈ ਤੱਕ ਇਸ ਮਸਲੇ ਦੇ ਉੱਤੇ ਗਿੱਲ ਸਾਹਿਬ ਸਿਆਸਤ ਕਰ ਰਹੇ ਨੇ। ਦੂਜਾ ਸਵਾਲ ਇਹ ਵੀ ਹੈ ਵੀ ਇਹੀ ਜੀ ਕਿਹੜੀ ਨੌਕਰੀ ਹੋਈ ਜਿਹਦਾ 2 ਕਰੋੜ ਰੁਪਇਆ ਮੰਗ ਲਿਆ? ਵੱਧ ਤੋਂ ਵੱਧ ਲੱਖ ਰੁਪਇਆ ਤਨਖਾਹ ਹੁੰਦੀ ਆ ਆਮ ਤੌਰ ਤੇ ਆਮ ਨੌਕਰੀਆਂ ਦੀ, 12 ਲੱਖ ਹੀ ਹੋਇਆ 1 ਸਾਲ ਦਾ। ਤਾਂ ਗਿੱਲ ਸਾਹਿਬ 2 ਕਰੋੜ ਕਦੋਂ ਬਣਿਆ? ਤਾਂ ਇਹ ਵੀ ਇੱਕ ਵੱਡਾ ਸਵਾਲ ਹੈ। ਇਹ ਤੇ ਚੰਨੀ ਨੇ ਵੀ ਅਲਟੀਮੇਟਮ ਦੇ ਉੱਤੇ ਚੈਲੰਜ ਕੀਤਾ ਔਰ ਚਰਨਜੀਤ ਚੰਨੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਗੁਰੂ ਘਰ ਜਾ ਕੇ ਅਰਦਾਸ ਵੀ ਕੀਤੀ ਸੀ ਕਿ ਜੇ ਮੇਰੇ 'ਚ ਨੁਕਸ ਹੋਵੇ, ਕਰਪਸ਼ਨ ਦਾ ਮਸਲਾ ਹੋਵੇ, ਮੇਰਾ ਕੱਖ ਨਾ ਰਹੇ। ਤਾਂ ਉਹਨਾਂ ਨੇ ਵੀ ਹੁਣ ਚੈਲੰਜ ਕੀਤਾ ਕਿ ਜੇ ਭਗਵੰਤ ਮਾਨ ਕੋਲੇ ਕੋਈ ਸਬੂਤ ਹੈ ਤਾਂ 31 ਮਈ ਕਿਉਂ ਉਡੀਕਦੇ ਹੋ, ਲਿਆਓ ਹੁਣੀ। ਸੋ ਇਹ ਮਸਲਾ ਕਾਫੀ ਭਖਿਆ ਹੋਇਆ ਜੀ ਗਿੱਲ ਸਾਹਿਬ। ਭਗਵੰਤ ਮਾਨ ਨੂੰ ਹੋਰ ਪੁਲਿਸ ਦੇਤੀ ਸੁਰੱਖਿਆ 'ਚ? ਕਿੰਨੇ ਕੁ ਨੇ ਹੁਣ? ਕਿੱਡਾ ਕੁ ਲਾਮ ਲਸ਼ਕਰ ਹੈ? ਲਾਮ ਲਸ਼ਕਰ ਦਾ ਗਿੱਲ ਸਾਹਿਬ ਹੁਣ ਵੀ ਬਹੁਤ ਵੱਡਾ ਹੁੰਦਾ ਹੈ। ਮੈਂ ਤਾਂ ਇੱਕ ਦਿਨ 1-2 ਵਾਰ ਦੇਖਿਆ 5 ਕਿਲੋਮੀਟਰ ਤੱਕ ਗੱਡੀਆਂ ਤੁਰੀਆਂ ਆਉਂਦੀਆਂ ਨੇ। ਅੱਛਾ, ਐਡਾ ਲਾਮ ਲਸ਼ਕਰ ਹੁੰਦਾ ਹੈ। ਪਹਿਲੀ ਗੱਡੀ 5 ਕਿਲੋਮੀਟਰ ਮੂਹਰੇ ਫਿਰਦੀ ਹੁੰਦੀ ਹੈ, ਮਗਰਲੀ ਕਾਫਲੇ ਦੀ 5 ਕਿਲੋਮੀਟਰ ਪਿੱਛੇ ਫਿਰਦੀ ਹੁੰਦੀ ਹੈ। ਕਈ ਤਾਂ ਉਹੀ ਆਪਦੇ ਕੋਲੋਂ ਤੇਲ ਪਵਾ ਕੇ ਵਿੱਚ ਮਗਰ ਭਜਾਈ ਫਿਰਦੇ ਹੁੰਦੇ ਨੇ। ਇਸੇ ਸ਼ੌਂਕ 'ਚ ਕਈ ਗਿੱਲ ਸਾਹਿਬ ਚੇਲੇ ਵਾਲ ਕੇ ਵੀ ਮੈਂ ਮੁੱਖ ਮੰਤਰੀ ਦੀਆਂ ਗੱਡੀਆਂ ਨਾਲ ਮੇਰੀ ਗੱਡੀ ਜਾਂਦੀ ਆ, ਹੱਥ ਨੂੰ 5-7 ਹਜ਼ਾਰ ਦਾ ਫੂਕ ਕੇ ਘਰੇ ਆ ਜਾਂਦੇ ਨੇ। ਮੁੱਖ ਮੰਤਰੀ ਨਾਲ ਗੱਡੀ ਜਾਂਦੀ ਵੀ ਮੁੱਖ ਮੰਤਰੀ ਦੇ ਤਾਂ ਸਰਕਾਰੀ ਕੋਟੇ 'ਚੋਂ ਪੈ ਜਾਣਾ, ਤੁਸੀਂ ਆਪਦਾ ਕਿਉਂ ਫੂਕਦੇ ਫਿਰਦੇ ਹੋ? ਤਾਂ ਗਿੱਲ ਸਾਹਿਬ ਮਸਲਾ ਇਹ ਹੈ, ਦੇਖੋ ਪੰਜਾਬ ਦੇ ਵਿੱਚ ਤਾਂ ਭਗਵੰਤ ਮਾਨ ਜਿੰਨੀ ਮਰਜ਼ੀ ਸਿਕਿਉਰਿਟੀ ਲਈ ਫਿਰੇ, ਪੰਜਾਬ ਪੁਲਿਸ ਦੀ ਸਿਕਿਉਰਿਟੀ ਆ। ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ, ਕਿਉਂਕਿ ਪੰਜਾਬ ਤੋਂ ਬਾਹਰ ਜਿਹੜੀ ਸਿਕਿਉਰਿਟੀ ਆ ਉਸ ਵਿਸ਼ੇ ਦੇ ਉੱਤੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ। ਭਗਵੰਤ ਮਾਨ ਭਾਰਤ 'ਚ ਹੁਣ ਜਿੱਥੇ ਮਰਜ਼ੀ ਜਾਵੇ ਉਹਨੂੰ Z+ ਸੁਰੱਖਿਆ ਦੇਤੀ ਸੈਂਟਰ ਨੇ, ਉਹ ਵੀ CRPF ਦੀ, ਜਿਹੜੀ ਸੈਂਟਰ ਦੀਆਂ ਪੈਰਾਮਿਲਟਰੀ ਫੋਰਸਿਸ ਨੇ। ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ ਤੈਨਾਤ ਰਹਿਣਗੇ ਭਗਵੰਤ ਮਾਨ ਦੇ ਨਾਲ। ਤਾਂ ਇਹ ਕੇਂਦਰ ਸਰਕਾਰ ਨੇ ਜਿਹੜੀ Z+ ਸੁਰੱਖਿਆ ਦਿੱਤੀ ਹੈ ਨਾ ਪੂਰੇ ਦੇਸ਼ ਦੇ ਵਿੱਚ ਭਗਵੰਤ ਮਾਨ ਨੂੰ, ਉਹ ਅਸਲ 'ਚ ਸਵਾਲ ਖੜਾ ਕਰਦੀ ਹੈ। ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਤਾਂ ਇਹ ਸੁਰੱਖਿਆ ਵਾਪਸ ਲੈ ਲਈ Z+। ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਗਿਆ ਸੀ ਉਦੋਂ ਉਹਦੇ ਕੋਲੇ Z+ ਸੁਰੱਖਿਆ ਸੀ, ਜਦੋਂ ਜੇਲ੍ਹ 'ਚੋਂ ਬਾਹਰ ਆਇਆ ਉਦੋਂ ਉਹਦੇ ਕੋਲੇ ਹੈ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਵੀ ਕਿਹਾ ਕਿ ਸਿੱਧੂ ਦੀ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਲੈ ਕੇ, ਉਹਦਾ ਕਤਲ ਹੋਇਆ ਤੇ ਕਹਿੰਦਾ ਮੇਰੀ ਵੀ ਘਟਾ ਦਿੱਤੀ ਹੈ। ਤਾਂ ਉਹ ਸਵਾਲ ਖੜੇ ਕਰ ਰਿਹਾ। ਦੂਜੇ ਪਾਸੇ ਭਗਵੰਤ ਮਾਨ ਦੇ ਉੱਤੇ ਇੰਨੀ ਮਿਹਰਬਾਨੀ ਕਿਵੇਂ? ਹਾਲਾਂਕਿ ਭਗਵੰਤ ਮਾਨ ਕੋਲੇ ਇੱਥੇ ਪੰਜਾਬ 'ਚ ਤਾਂ ਮਰਜ਼ੀ ਹੈ, ਜਿੰਨੀ ਮਰਜ਼ੀ ਸੁਰੱਖਿਆ ਜਿਹੜੀ ਉਹ ਲੈ ਕੇ ਤੁਰਦੇ ਨੇ, ਪਰ ਹੁਣ ਮਤਲਬ ਸੈਂਟਰ ਦੀ 3 ਸ਼ਿਫਟਾਂ ਦੇ ਵਿੱਚ ਸੁਰੱਖਿਆ ਚੱਲਿਆ ਕਰੂਗੀ। 3 ਸ਼ਿਫਟਾਂ ਉਹਨਾਂ ਦੀਆਂ ਬਣਿਆ ਕਰਨਗੀਆਂ। ਉਹ ਵੱਡੀ ਪੱਧਰ ਦੇ ਉੱਤੇ ਸੁਰੱਖਿਆ ਅਮਲਾ ਤੈਨਾਤ ਆ ਜਿਹੜਾ ਸੈਂਟਰ ਨੇ ਕਰ ਦਿੱਤਾ ਗਾ। ਤਾਂ ਇਸੇ ਕਰਕੇ ਬੰਬੇ ਦੇ ਵਿੱਚ ਬੈਠੇ ਲਾਮਬੰਦੀ ਭਾਜਪਾ ਖਿਲਾਫ ਕਰ ਰਹੇ ਨੇ ਤੇ ਬਿਆਨ ਚੰਨੀ ਖਿਲਾਫ ਦੇ ਰਹੇ ਨੇ ਜੀ ਗਿੱਲ ਸਾਹਿਬ। ਆਥਣ ਤੋਂ ਬਾਅਦ ਤਾਂ ਮੈਨੂੰ ਲੱਗਦਾ PPO ਹੀ ਸਾਂਭਣਗੇ ਪੰਜਾਬ ਪੁਲਿਸ ਵਾਲੇ। ਨਾਲੇ ਮੈਨੂੰ ਹੁਣ ਇਹ ਇੱਕ ਡਰ ਲੱਗਦਾ ਵੀ ਚੇਲੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ। ਮੈਨੂੰ ਲੱਗਦਾ ਹੈ ਉਸਤਾਦ ਜੀ ਜਿਹੜੇ ਨੇ ਰਾਜਨੀਤੀ 'ਚ ਲੈ ਕੇ ਆਂਦਾ ਉਹਨੂੰ ਤਾਂ ਪਿੱਛੇ ਛੱਡ ਦੂ, ਸੱਥਰੀ ਪੈ ਗਈ ਮੈਨੂੰ ਲੱਗਦਾ। ਅੱਛਾ, ਨਵੇਂ ਸੰਸਦ ਭਵਨ ਦਾ ਉਦਘਾਟਨ ਜਿਹੜਾ ਹੈ ਉਹਦਾ ਮਾਮਲਾ ਸੁਪਰੀਮ ਕੋਰਟ ਜਾ ਵੜਿਆ ਜੀ ਗਿੱਲ ਸਾਹਿਬ। ਨਵੇਂ ਸੰਸਦ ਭਵਨ ਦਾ 28 ਮਈ ਨੂੰ ਉਦਘਾਟਨ ਹੈਗਾ, ਜਿਹੜਾ ਐਤਵਾਰ ਦੇ ਦਿਨ ਨਰਿੰਦਰ ਮੋਦੀ ਕਰਨ ਜਾ ਰਹੇ ਨੇ। ਔਰ ਇਹੀ ਦਿਨ ਜਿਹੜਾ ਚੁਣਿਆ ਗਿਆ ਹੈਗਾ, ਇਸ ਦਿਨ ਨੂੰ ਲੈ ਕੇ ਸਵਾਲ ਖੜੇ ਹੋ ਗਏ ਨੇ। ਹੁਣ ਕਾਂਗਰਸ ਸਮੇਤ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਉਦਘਾਟਨ ਕਿਉਂ ਕਰ ਰਿਹਾ, ਰਾਸ਼ਟਰਪਤੀ ਕਿਉਂ ਨਹੀਂ ਕਰ ਰਹੀ।
ਔਰ ਇਹ ਮਸਲਾ ਹੁਣ ਸੁਪਰੀਮ ਕੋਰਟ ਵੀ ਜਾ ਪਹੁੰਚਿਆ, ਕਿਉਂਕਿ 21 ਦੇ ਲਗਭਗ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਬਾਈਕਾਟ ਕਰ ਚੁੱਕੀਆਂ ਇਸ ਸਮਾਗਮ ਦਾ। ਸੁਪਰੀਮ ਕੋਰਟ ਦੇ ਵਿੱਚ ਅੱਜ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਇੱਕ ਵਕੀਲ ਦੇ ਵੱਲੋਂ, ਔਰ ਉਹਨਾਂ ਨੇ ਮੰਗ ਕੀਤੀ ਹੈ ਸੁਪਰੀਮ ਕੋਰਟ ਤੋਂ ਕਿ ਨਿਰਦੇਸ਼ ਦਿੱਤਾ ਜਾਵੇ ਕਿ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਕੀਤਾ ਜਾਵੇ 28 ਮਈ ਨੂੰ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਲੋਕ ਸਭਾ ਸਕੱਤਰੇਤ ਰਾਸ਼ਟਰਪਤੀ ਨੂੰ ਉਦਘਾਟਨ ਲਈ ਸੱਦਾ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈਗਾ, ਔਰ ਇਹ ਮਸਲਾ ਕਾਫੀ ਭਖਿਆ ਹੋਇਆ। ਹਾਲਾਂਕਿ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਤਾਂ ਜਾਵਾਂਗੇ ਸਮਾਗਮ ਦੇ ਵਿੱਚ, ਉਹ ਤਾਂ ਜਾ ਰਹੇ ਆ, ਬਾਕੀ 21 ਦੇ ਲਗਭਗ ਵਿਰੋਧੀ ਪਾਰਟੀਆਂ ਇਹਦਾ ਬਾਈਕਾਟ ਆ ਜਿਹੜਾ ਉਹ ਕਰ ਰਹੀਆਂ ਨੇ। ਜੀ ਗਿੱਲ ਸਾਹਿਬ, ਲਾਰੈਂਸ ਬਿਸ਼ਨੋਈ ਦੀ ਜੇਲ੍ਹ ਬਦਲਤੀ ਜੀ, ਕਿੱਥੇ ਘੱਲਿਆ ਹੁਣ ਉਹ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਭੇਜਤਾ ਜੀ। ਪਹਿਲਾਂ ਗੁਜਰਾਤ ਦੀ ਜੇਲ੍ਹ ਚ ਸੀਗਾ, ਉਹ ਗੁਜਰਾਤ ਦੇ ਵਿੱਚ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਲੈ ਗਏ ਸੀ, ਕਿਉਂਕਿ ਗੁਜਰਾਤ ਦੇ ਵਿੱਚ ਕੁਛ ਕੇਸਾਂ ਦੇ ਵਿੱਚ ਇਹਦੀ ਲੋੜ ਸੀਗੀ। ਉੱਥੇ ਗਿੱਲ ਸਾਹਿਬ ਤੋਂ ਪੁੱਛਗਿੱਛ ਆ ਜਿਹੜੀ ਉਹ ਗੁਜਰਾਤ ਦੀ ਵਿੱਚ ਕੀਤੀ ਗਈ ਸੀ। ਗੁਜਰਾਤ ਦੀ ਜੇਲ੍ਹ ਤੋਂ ਹੁਣ ਇਹਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਗਾ। ਪਿਛਲੇ ਦਿਨਾਂ ਦੇ ਵਿੱਚ ਤਿਹਾੜ ਜੇਲ੍ਹ 'ਚ ਤਾਂ ਟਿੱਲੂ ਤਾਜਪੁਰੀਆ ਦਾ 2 ਮਈ ਨੂੰ ਕਤਲ ਹੋ ਗਿਆ ਸੀਗਾ, ਔਰ ਇਸੇ ਕਰਕੇ ਹੁਣ ਇਹਨੂੰ ਮੰਡੋਲੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ ਗਾ ਗੁਜਰਾਤ ਤੋਂ। ਜੀ, ਪੰਜਾਬ 'ਚ ਜਿਹੜਾ ਖਿਡਾਰੀ ਕਤਲ ਹੋਇਆ ਉਹਦਾ ਵੀ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਜੀ, ਉਹਦੀ ਵੀ? ਜੀ ਗਿੱਲ ਸਾਹਿਬ, ਜਿਹੜਾ ਕੱਲ ਪੰਜਾਬ ਦੇ ਵਿੱਚ ਇੱਕ ਖਿਡਾਰੀ ਦਾ ਕਤਲ ਹੋਇਆ ਹੈਗਾ, ਉਸ ਵਿਸ਼ੇ ਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਗੈਂਗਸਟਰਾਂ ਨੇ ਲੈ ਲਈ ਹੈ, ਔਰ ਇਹ ਬੰਬੀਹਾ ਗੈਂਗ ਨੇ ਗਿੱਲ ਸਾਹਿਬ ਇਹਦੀ ਜ਼ਿੰਮੇਵਾਰੀ ਹੈਗੀ ਜਿਹੜੀ ਉਹ ਲਈ ਹੈ। ਔਰ ਇਹ ਸਵਾਲ ਵੀ ਖੜੇ ਹੁੰਦੇ ਨੇ ਕਿ ਪੰਜਾਬ ਦੇ ਵਿੱਚ ਅੱਜ ਵੀ ਕਿੰਨੀ ਵੱਡੀ ਪੱਧਰ ਦੇ ਉੱਤੇ ਗੈਂਗਸਟਰ ਨੇ ਜਿਹੜੇ ਉਹ ਸਰਗਰਮ ਨੇ। ਦਵਿੰਦਰ ਬੰਬੀਹਾ ਗੈਂਗ ਦੇ ਵੱਲੋਂ ਇੱਕ ਸਪੈਸ਼ਲ ਫੇਸਬੁੱਕ ਪੋਸਟ ਪਾਈ ਗਈ ਹੈ, ਔਰ ਪੋਸਟ ਪਾ ਕੇ ਉਹਨਾਂ ਨੇ ਬੰਦਿਆਂ ਦੇ ਨਾਂ ਵੀ ਲਏ ਨੇ ਵੀ ਫਲਾਣੇ 2 ਬੰਦਿਆਂ ਨੇ ਇਹਨੂੰ ਮਾਰਿਆ ਹੈਗਾ, ਔਰ ਉਹ ਕਹਿੰਦੇ ਅਸੀਂ ਇਹਦੀ ਜ਼ਿੰਮੇਵਾਰੀ ਹੈਗੀ ਜਿਹੜੀ ਉਹ ਲੈਂਦੇ ਹੈਗੇ। ਤਾਂ ਪੰਜਾਬ 'ਚ ਜਿਸ ਤਰੀਕੇ ਦੀ ਗੈਂਗਵਾਰ ਹੋ ਰਹੀ ਹੈ, ਜਿਸ ਤਰ੍ਹਾਂ ਦਾ ਗੈਂਗਸਟਰਾਂ ਦਾ ਬੋਲਬਾਲਾ ਹੈਗਾ, ਉਹ ਇਸ ਪਾਸੇ ਨੂੰ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਸਵਾਲ ਲਾਉਂਦਾ ਹੈਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ, ਉਦੋਂ ਪਹਿਲਾਂ ਸੰਦੀਪ ਨੰਗਲੰਬੀਆਂ, ਉਦੋਂ ਬਾਅਦ ਲਗਾਤਾਰ ਕਤਲ ਨੇ ਜਿਹੜੇ ਉਹ ਹੋ ਰਹੇ ਨੇ, ਔਰ ਗੈਂਗ ਸ਼ਰੇਆਮ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਲੈ ਰਹੇ ਨੇ। ਜੀ, ਜਥੇਦਾਰ ਸਾਹਿਬ ਰਾਘਵ ਚੱਡੇ ਦੇ ਜਾਇਆ ਤੇ ਭਲਵਾਨ ਜਿਹੜੇ ਬੈਠੇ ਨੇ ਦਿੱਲੀ, ਉਹ ਕਹਿੰਦੇ ਜਥੇਦਾਰ ਸਾਹਿਬ ਸਾਨੂੰ ਸਹਿਯੋਗ ਦਿਓ। ਜੀ ਗਿੱਲ ਸਾਹਿਬ, ਵਾਕਈ ਦਿੱਲੀ ਬੈਠੇ ਭਲਵਾਨ ਸਾਕਸ਼ੀ ਮਲਿਕ ਤੇ ਹੋਰ ਖਿਡਾਰੀ ਨੇ ਜਿਹੜੇ ਉਹ ਜਥੇਦਾਰ ਸਾਹਿਬ ਕੋਲ ਆਸ਼ੀਰਵਾਦ ਲੈਣ ਆਏ, ਔਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਥੇਦਾਰ ਸਾਹਿਬ ਤੁਸੀਂ ਸਿੱਖ ਕੌਮ ਨੂੰ ਨਿਰਦੇਸ਼ ਦਿਓ ਕਿ ਉਹ ਸਾਡੇ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਆ ਜਿਹੜੀ ਉਹ ਕਰਨ। SGPC ਦਾ ਵਫਦ ਵੀ ਜਾ ਰਿਹਾ ਹੈਗਾ ਜੀ ਉਹਨਾਂ ਭਲਵਾਨਾਂ ਦੀ ਹਮਾਇਤ ਦੇ ਵਿੱਚ। ਅੱਜ ਸੁਖਪਾਲ ਸਿੰਘ ਖਹਿਰਾ ਵੀ ਗਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ। ਪੰਜਾਬ ਤਾਂ ਪੂਰਾ ਲਗਭਗ ਜਾ ਰਿਹਾ, ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਪੰਜਾਬ ਦੇ ਪ੍ਰੋਫੈਸਰ, ਪੰਜਾਬ ਦੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਸਾਰਾ ਪੰਜਾਬ ਤਾਂ ਉਹਨਾਂ ਦੀ ਹਮਾਇਤ ਦੇ ਉੱਤੇ ਜਾ ਰਿਹਾ। ਜਥੇਦਾਰ ਸਾਹਿਬ ਨੇ ਵੀ ਹਮਾਇਤ ਦਾ ਵਿਸ਼ਵਾਸ ਹੈਗਾ ਜਿਹੜਾ ਉਹ ਦਵਾਇਆ ਹੈਗਾ। ਪਰ ਜਿਸ ਤਰੀਕੇ ਨਾਲ ਭਾਜਪਾ ਦੇ ਖੇਮੇ ਦੇ ਵਿੱਚ ਅਕਾਲੀ ਦਲ ਵਾਲੇ ਜਾ ਰਹੇ ਨੇ, ਈਵਨ ਸੰਸਦ ਭਵਨ ਦੇ ਉਦਘਾਟਨ ਦੇ ਮੌਕੇ ਦੇ ਉੱਤੇ ਵੀ, ਉਹਦੇ ਤੋਂ ਭਾਵੇਂ ਥੋੜੀ ਬਹੁਤੀ ਦਾੜਾ ਜਿਹੜੀ ਉਹ ਆਵੇ। ਜੀ ਗਿੱਲ ਸਾਹਿਬ, ਪੰਜਾਬ ਦਾ ਪੇਂਡੂ ਵਿਰਾਸਤੀ ਖੇਡ ਹੈ ਜਿਹੜੀ ਬਲਦ ਭਜਾਉਣੇ ਤੇ ਹਲਟ ਭਜਾਉਣੇ, ਬੜਾ ਮੇਨਕਾ ਨੇ ਰੌਲਾ ਪਾਇਆ, ਇਹਨਾਂ ਦੇ ਆਰਾ ਮਾਰਦੇ ਨੇ, ਜਿਹਨੂੰ ਘਿਓ ਚਾਰਿਆ ਹੋਵੇ ਕਾਹਨੂੰ ਆਰ ਮਰਾਉਂਦਾ। ਜੂਲੇ ਤੋਂ ਲੈ ਕੇ ਸਾਲ ਦੇ ਗੱਭੇ ਗਿੱਠਾਂ ਦੇ ਵਿੱਚ ਪਾ ਕੇ ਗੱਭੇ ਭੱਜਦਾ, ਫਿਰ ਉਹ ਚਾਬਕ ਨੂੰ ਨੇੜੇ ਵੀ ਨਹੀਂ ਹੋਣ ਦਿੰਦਾ। ਬਲਦਾਂ ਦੀਆਂ ਦੌੜਾਂ ਸ਼ੁਰੂ ਹੋ ਗਈਆਂ ਜੀ ਫਿਰ। ਜੀ ਗਿੱਲ ਸਾਹਿਬ, 2010 ਚ ਬੰਦ ਹੋ ਗਈਆਂ ਸੀ ਬਲਦਾਂ ਦੀਆਂ ਦੌੜਾਂ। ਉਦੋਂ ਬਾਅਦ ਇਹ ਮਸਲਾ ਹਾਈ ਕੋਰਟ ਗਿਆ, ਸੁਪਰੀਮ ਕੋਰਟ ਗਿਆ, ਇਹ ਬੈਨ ਲੱਗ ਗਿਆ ਸੀਗਾ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਪਸ਼ੂਆਂ ਦੇ ਨਾਲ ਜਿਹੜਾ ਅਤਿਆਚਾਰ ਕੀਤਾ ਜਾਂਦਾ, ਇਸ ਕਰਕੇ ਖੇਡਾਂ ਨਹੀਂ ਹੋਣਗੀਆਂ। ਕੱਲਾ ਪੰਜਾਬ ਹੀ ਨਹੀਂ, ਤਾਮਿਲਨਾਡੂ, ਰਾਜਸਥਾਨ ਸਮੇਤ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਬਲਦਾਂ ਦੀਆਂ, ਝੋਟਿਆਂ ਦੀਆਂ ਤੇ ਹੋਰ ਵੱਖ-ਵੱਖ ਪਸ਼ੂਆਂ ਦੀਆਂ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਸੀ। ਹੁਣ ਉਹਦੇ ਤੋਂ ਪਾਬੰਦੀ ਹਟਾ ਦਿੱਤੀ ਗਈ। 13 ਸਾਲਾਂ ਬਾਅਦ ਪੰਜਾਬ ਦੇ ਵਿੱਚ ਅੱਜ ਪਹਿਲੀ ਵਾਰ ਬਲਦਾਂ ਦੀਆਂ ਦੌੜਾਂ ਹੋਈਆਂ ਨੇ। ਗਿੱਲ ਸਾਹਿਬ, ਇਹ ਪਾਇਲ ਨੇੜੇ ਪਿੰਡ ਪੈਂਦਾ ਧੌਲ ਮਾਜਰਾ, ਸਾਡੇ ਪਿੰਡਾਂ 'ਚ ਭੱਜੀ ਧੌਲ ਮਾਜ। ਜੀ ਗਿੱਲ ਸਾਹਿਬ, ਤੁਹਾਡੇ ਏਰੀਏ ਦੇ ਵਿੱਚ ਅੱਜ ਪਹਿਲੀ ਵਾਰ 13 ਸਾਲਾਂ ਬਾਅਦ ਬਲਦਾਂ ਦੀਆਂ ਦੌੜਾਂ ਹੋਈਆਂ। 100 ਦੇ ਲਗਭਗ ਦੌੜਾਂ ਨੇ ਜਿਹੜੀਆਂ ਅੱਜ ਕਰਵਾਈਆਂ ਗਈਆਂ ਧੌਲ ਮਾਜਰਾ ਦੇ ਵਿੱਚ। ਹੁਣ ਸ਼ੁਰੂ ਹੋ ਗਿਆ ਜੀ ਕੰਮ। ਅਗਲੇ ਮਹੀਨੇ ਜਿਹੜਾ ਉਹ ਕਿਲ੍ਹਾ ਰਾਏਪੁਰ ਦੇ ਵਿੱਚ, ਜਿਹਨੂੰ ਮਿੰਨੀ ਓਲੰਪਿਕ ਵੀ ਕਿਹਾ ਜਾਂਦਾ, ਉੱਥੇ ਬਲਦਾਂ ਦੀਆਂ ਦੌੜਾਂ ਨੇ ਜਿਹੜੀਆਂ ਉਹ ਹੋਣਗੀਆਂ। ਹਰ ਇੱਕ ਗੱਲ ਜ਼ਰੂਰ ਆ ਗਿੱਲ ਸਾਹਿਬ, ਹੁਣ ਬਲਦ ਬਹੁਤ ਘੱਟ ਗਏ। ਹੁਣ ਤਾਂ
ਮੋਟਰਸਾਈਕਲਾਂ ਮਗਰ ਪਾਉਣ ਵਾਲੀਆਂ ਰੇਹੜੀਆਂ ਲਿਆਂਦੀਆਂ ਲੋਕਾਂ ਨੇ, ਕਈਆਂ ਨੇ ਪੀਟਰ ਜਿਹੜੇ ਘੜੂਕਾ ਵੀ ਕਹਿੰਦੇ ਨੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ, ਉਹਨੂੰ ਉਹ ਰੱਖ ਲਏ। ਤਾਂ ਹੁਣ ਬਲਦ ਬਹੁਤ ਘੱਟ ਗਏ। ਮਤਲਬ ਪਹਿਲਾਂ ਜਿਹੜਾ ਸ਼ੌਂਕੀਆ ਤੌਰ ਤੇ, ਕਿਉਂਕਿ ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹ ਕਿਤੇ ਨਾ ਕਿਤੇ ਜੇ ਬਲਦਾਂ ਦੀਆਂ ਦੌੜਾਂ ਹੁੰਦੀਆਂ, ਬਲਦ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਜੋ ਬਲਦਾਂ ਨਾਲ ਹਲ ਵਾਹੁੰਦੇ ਸੀ। ਗਿੱਲ ਸਾਹਿਬ ਆਪਾਂ ਬਜ਼ੁਰਗਾਂ ਤੋਂ ਸੁਣਿਆ ਹੀ ਹੈ। ਤਾਂ ਅੱਜ ਤਾਂ ਮਤਲਬ ਬਲਦ ਰੇਹੜੀਆਂ ਵੀ ਨਹੀਂ ਰਹੀਆਂ ਨਾ ਪਿੰਡਾਂ ਦੇ ਵਿੱਚ। ਹੁਣ ਤਾਂ ਪੰਜਾਬ ਦੇ ਵਿੱਚੋਂ ਵਿਦੇਸ਼ ਜਾਣ ਦਾ ਰੁਝਾਨ ਹੈ। ਹੁਣ ਤਾਂ ਹਰੇਕ ਅਗਲਾ ਕਹਿੰਦਾ ਮੋਟਰਸਾਈਕਲ ਦੇ ਉੱਤੇ ਲਿਆਵਾਂਗੇ, ਇੱਕ ਭਰੀ ਲਿਆਉਣੀ ਆ, ਇੱਕ ਮੱਝ ਰੱਖੀ ਵੀ ਆ। ਬਹੁਤੇ ਲੋਕਾਂ ਨੇ ਤਾਂ ਉਹ ਵੀ ਵੇਚਤੀਆਂ। ਤਾਂ ਇਸ ਕਰਕੇ ਇਹ ਰੁਝਾਨ ਭਾਵੇਂ ਮਤਲਬ ਘਟ ਰਿਹਾ, ਪਰ ਜਿਵੇਂ ਮਤਲਬ ਲੋਕ ਘੋੜੇ ਰੱਖਣ ਦੇ ਸ਼ੌਂਕੀ ਹੋ ਰਹੇ ਨੇ, ਜੇ ਖੇਡਾਂ ਹੋਣਗੀਆਂ ਮੈਨੂੰ ਲੱਗਦਾ ਬਲਦ ਰੱਖਣ ਦੇ ਵੀ ਸ਼ੌਂਕੀ ਹੋਣਗੇ। ਸ਼ੌਂਕ ਦੇ ਤੌਰ ਦੇ ਉੱਤੇ ਬਲਦ ਪਾਲੇ ਜਾ ਸਕਦੇ ਨੇ। ਜੀ ਗਿੱਲ ਸਾਹਿਬ। ਬਿਲਕੁਲ ਜੀ, ਰਾਜਸਥਾਨ ਤੋਂ ਲਿਆ ਕੇ ਬਲਦ ਭੱਜਦੇ ਨੇ। ਸਾਡੇ ਨਾਲ ਧੋਖਾ ਕੀਤਾ ਫਰੰਗੀ ਨੇ। 1920 ਦੇ ਵਿੱਚ ਸਾਡੇ ਢੱਠੇ ਜਿਹੜੇ ਸੀ ਪੰਜਾਬ ਦੇ ਦੇਸੀ ਸਾਹੀਵਾਲ ਲੱਦ ਕੇ ਛਿੱਪਾਂ 'ਚ ਲੈ ਗਏ, ਅਤੇ ਆਹ ਬਲੈਤੀ ਜਿਹੜੀਆਂ ਹੋਲਸਟਨ ਫਰੀਜ਼ਨ ਸੀ ਇਹ ਲਿਆ ਕੇ ਦੇਤੀਆਂ, ਅਤੇ ਆਰਟੀਫਿਸ਼ਲ ਸੀਮਨ, ਅਤੇ ਪੰਜਾਬ ਨੂੰ ਬਹੁਤ ਚਰੂੰਡਿਆ, ਛੱਡਿਆ ਹੀ ਕਿਸੇ ਨਹੀਂ। ਹਲੇ ਵੀ ਵਸਦਾ ਗੁਰਾਂ ਦੇ ਨਾਂ 'ਤੇ, ਹਲੇ ਖੜਾ ਹੈ, ਹਲੇ ਵੀ ਜਿਉਂਦਾ, ਹਲੇ ਵੀ ਮੁੱਛ ਨੂੰ ਹੋੜਾ ਦੇ ਕੇ ਕਹਿੰਦਾ ਆ ਕੇ ਦੇਖ ਲਾ ਫਿਰ, ਹਲੇ ਰੜਕ 'ਚ ਹੈ। ਅਤੇ ਇਹ ਉਹੀ ਰਹਿੰਦੀ ਦੁਨੀਆ ਤੱਕ ਜਾ ਨਹੀਂ ਸਕਦਾ ਕਿਤੇ। ਅੱਛਾ, ਇੱਕ ਖਬਰ ਜਾਂਦੇ ਜਾਂਦੇ ਦੱਸ ਦਿਓ ਕਿ ਗਿੱਪੀ ਗਰੇਵਾਲ ਨੂੰ ਭਾਜਪਾ ਮਿਲਦੀ ਫਿਰਦੀ ਹੈ। ਜੀ ਗਿੱਲ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਪੰਜਾਬ ਇੰਚਾਰਜ ਗਜੇਂਦਰ ਸ਼ੇਖਾਵਤ, ਉਹਨਾਂ ਦੀ ਗਿੱਪੀ ਗਰੇਵਾਲ ਦੇ ਨਾਲ ਮੁਲਾਕਾਤ ਹੋਈ ਹੈ। ਉਦੋਂ ਬਾਅਦ ਗਜੇਂਦਰ ਸ਼ੇਖਾਵਤ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ, ਔਰ ਉਹ ਪੋਸਟ ਕਾਫੀ ਕੁਛ ਬਿਆਨ ਕਰਦੀ ਹੈ। ਉਹਨਾਂ ਨੇ ਪੋਸਟ ਦੇ ਵਿੱਚ ਪਾਇਆ ਕਿ ਗਿੱਪੀ ਗਰੇਵਾਲ ਨਾਲ ਮਿਲਣੀ ਵਧੀਆ ਰਹੀ, ਗਿੱਪੀ ਨੂੰ ਪੰਜਾਬ ਦਾ ਬਹੁਤ ਫਿਕਰ ਹੈ। ਤਾਂ ਜਦੋਂ ਇਹ ਹੁੰਦਾ ਨਾ ਫਿਕਰ ਹੈ ਗਿੱਲ ਸਾਹਿਬ ਦਾ, ਉਦੋਂ ਬਾਅਦ ਹੁੰਦਾ ਵੀ ਜ਼ਿੰਮੇਵਾਰੀ ਚੱਕੋ, ਫਿਰ ਹੁੰਦਾ ਜ਼ਿੰਮੇਵਾਰੀ ਚੱਕਣ ਲਈ ਤਿਆਰ। ਤਾਂ ਇਹ ਹੁਣ ਕਿਸ ਪਾਸੇ ਕਹਾਣੀ ਤੁਰ ਰਹੀ ਹੈ ਦੇਖਣਾ ਹੋਵੇਗਾ। ਪਰ ਇਹ ਭਾਜਪਾ ਵਾਲਿਆਂ ਨੇ ਜਿੱਡੀ ਵੱਡੀ ਪੱਧਰ ਦੇ ਉੱਤੇ ਲਾ ਕੈਪਟਨ ਅਮਰਿੰਦਰ ਸਿੰਘ ਤੋਂ ਸੁਨੀਲ ਜਾਖੜ, ਕੇਵਲ ਢਿੱਲੋਂ, ਗਿੱਲ ਸਾਹਿਬ ਕਾਂਗੜ ਤੋਂ ਮਤਲਬ ਵੱਡੀ ਪੱਧਰ ਦੇ ਉੱਤੇ ਸ਼ਾਮਲ ਕੀਤੇ ਨੇ। ਮਤਲਬ ਜਿੰਨੇ ਸ਼ਾਮਲ ਕਰ ਲਏ ਇੰਨੀਆਂ ਤਾਂ ਪੰਜਾਬ 'ਚ ਸੀਟਾਂ ਵੀ ਹੈ ਨਹੀਂ। ਜੇ ਹੁਣ ਇਹ ਬਾਕੀ ਐਕਟਰਾਂ ਕਣੀ ਖਿਡਾਰੀਆਂ ਕਣੀ ਤੁਰ ਪਏ ਤਾਂ ਪਹਿਲਾਂ ਵਾਲੇ ਵੀ ਸੋਚਦੇ ਹੋਣਗੇ ਵੀ ਆਪਣੀ ਵਾਰੀ ਆਊ। ਜੀ ਗਿੱਲ ਸਾਹਿਬ, 24 ਦੀਆਂ ਇਲੈਕਸ਼ਨਾਂ ਨਾਲ ਜੋੜ ਕੇ ਵੇਖ ਸਕਦੇ ਹਾਂ ਇਸ ਚੀਜ਼ ਨੂੰ। ਹੋ ਸਕਦੀ ਆ ਕਹਾਣੀ, ਕਿਉਂਕਿ ਫਿਲਮਾਂ ਦੇ ਵਿੱਚ ਵਧੀਆ ਕੰਮ ਕਰ ਲਿਆ। ਹੁਣ ਬੰਦਾ ਕਹਿੰਦਾ ਸੈਟਲ ਹੋਈ ਹੈ ਜੇ, ਹੁਣ ਕੋਈ ਵੱਡੀ ਗੱਲ ਨਹੀਂ। ਅਤੇ ਕੱਲ੍ਹ ਨੂੰ ਫੇਰ ਸਵੇਰੇ ਸਾਂਝ ਪਵੇਗੀ ਜੀ। ਆਪਣਾ ਖਿਆਲ ਰੱਖਿਓ ਅਤੇ ਚੜ੍ਹਦੀ ਕਲਾ। ਧੰਨਵਾਦ, ਸ਼ੁਕਰੀਆ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ। ਲਓ ਜੀ, ਨਰੇਸ਼ ਸ਼ੁਕਲਾ ਜੀ ਮਦਰ ਇੰਡੀਆ ਤੋਂ ਮੇਰੇ ਨਾਲ ਨੇ, ਹਰ ਵੀਰਵਾਰ ਨੂੰ ਸ਼ਾਮਲ ਹੁੰਦੇ ਨੇ। ਸ਼ੁਕਲਾ ਜੀ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਮੈਨੂੰ ਇਹ ਪਤਾ ਲੱਗਿਆ ਵੀ ਮਦਰ ਇੰਡੀਆ ਦੀ ਹੁਣ ਡਿਲੀਵਰੀ ਪੰਜਾਬ ਨੂੰ ਵੀ ਹੋਣ ਲੱਗ ਗਈ। ਹਾਂਜੀ ਬਿਲਕੁਲ, ਅਸੀਂ ਪਹਿਲਾਂ ਕੈਨੇਡਾ ਅਮਰੀਕਾ 'ਚ ਕਰਦੇ ਸੀਗੇ, ਯੂਰਪ 'ਚ ਕਰਦੇ ਸੀਗੇ, ਆਸਟ੍ਰੇਲੀਆ, ਸਾਰੀ ਜਗ੍ਹਾ ਜਾਂਦਾ ਸੀਗੇ। ਹੁਣ ਜਿੰਨੇ ਵੀ ਭੈਣ ਭਰਾ ਸਾਡੇ ਦਾ ਪ੍ਰੋਗਰਾਮ ਸੁਣਦੇ ਹੈਗੇ ਆ, ਹੁਣ ਜਿੰਨੇ ਵੀ ਭੈਣ ਭਰਾ ਆਪਣੇ ਚਾਹੁੰਦੇ ਆ ਕਿ ਸਾਡੇ ਕਜ਼ਨ, ਸਾਡੇ ਫਰੈਂਡਸ, ਸਾਡੀ ਫੈਮਿਲੀ ਨੂੰ ਇਹ ਗਿਫਟ ਉੱਥੇ ਵੀ ਜਾਣਾ ਚਾਹੀਦਾ ਹੈਗਾ, ਇਹ ਸਮਾਨ ਉੱਥੇ ਵੀ ਜਾਣਾ ਚਾਹੀਦਾ, ਉਹ ਸਾਨੂੰ ਹੁਣ ਕਾਲ ਕਰ ਸਕਦੇ। ਅਸੀਂ ਹੁਣ ਇੰਡੀਆ ਪੂਰਾ ਕਵਰ ਕਰਦੇ ਹਾਂ। ਅੱਛਾ ਜੀ, ਇੱਕ ਜਿਹੜੀ ਸ਼ਿਲਾਜੀਤ ਦੇ ਬਾਰੇ ਗੱਲਬਾਤ ਚੱਲ ਰਹੀ ਹੈ। ਸ਼ਿਲਾਜੀਤ, ਕੋਈ ਮੈਨੂੰ ਕੱਲ ਸਵਾਲ ਪੁੱਛੇ, ਮੈਂ ਕਿਹਾ ਜੀ ਮੈਂ ਸ਼ੁਕਲਾ ਜੀ ਨੂੰ ਪੁੱਛੂ। ਉਹ ਕਹਿੰਦੇ ਗਰਮੀ ਦੇ ਵਿੱਚ ਸ਼ਿਲਾਜੀਤ ਨਹੀਂ ਖਾਈ ਦੀ। ਹਾਂਜੀ ਬਿਲਕੁਲ, ਗਰਮੀ 'ਚ ਖਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਉਹਦੀ ਲਿਮਿਟ ਹੁੰਦੀ, ਤਾਂ ਹੀ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਇੱਕ ਕਣਕ ਦੇ ਦਾਣੇ ਜਿੰਨੀ 1 ਗ੍ਰਾਮ ਡੇ ਲਾਓ, ਉਹਦੀ ਕੋਈ ਪ੍ਰੋਬਲਮ ਨਹੀਂ। ਕੋਈ ਵੀ ਤੁਸੀਂ ਚੀਜ਼ ਜ਼ਿਆਦਾ ਖਾਂਦੇ ਹੋ ਤਾਂ ਪ੍ਰੋਬਲਮ ਆ ਸਕਦੀ ਹੈ, ਲੇਕਿਨ 1 ਗ੍ਰਾਮ ਡੇ ਰੋਜ਼ ਖਾਓ, ਇਹਦਾ ਕੋਈ ਨੁਕਸਾਨ ਨਹੀਂ ਹੈ। ਨਾਲੇ ਉਹਦੀ ਤਸੀਰ ਇਹ ਨਹੀਂ ਜੀ ਹੈ, ਸ਼ਿਲਾਜੀਤ ਗਰਮ ਨਹੀਂ ਹੁੰਦੀ। ਇਹ ਲੋਕਾਂ ਨੂੰ ਭੁਲੇਖਾ ਹੈ। ਅਤੇ ਸ਼ਿਲਾਜੀਤ ਇੱਕ ਹੀ ਕੰਮ ਲਈ ਨਹੀਂ, ਕਿਸੇ ਲਈ ਹੁੰਦੀ। ਸਰੀਰਕ ਸ਼ਕਤੀ ਵਰਧਕ ਹੈ, ਸਾਰ ਹੈ, ਪਹਾੜਾਂ ਦੇ ਵਿੱਚੋਂ ਪੱਥਰਾਂ 'ਚੋਂ ਨਿਕਲਦੀ ਹੈ। ਆਯੁਰਵੇਦ ਦੀ ਸਭ ਤੋਂ ਵਧੀਆ ਇਹ ਔਸ਼ਧੀ ਹੈ। ਅੱਛਾ, ਜਿਹੜੀ ਹਲਦੀ ਕਸਤੂਰੀ ਵਾਲੀ ਹੈ, ਉਹ ਕਸਤੂਰੀ ਮਿਕਸ ਕੀਤੀ ਹੈ ਜਾਂ ਉਹ ਹਲਦੀ ਉਹ ਕਸਤੂਰੀ ਵਾਲੀ ਹੈ? ਉਹ ਹਲਦੀ ਦੋ ਫਾਇਦੇ ਉਹਦੇ ਹੈ ਕਿ ਤੁਸੀਂ ਉਹਨੂੰ ਖਾ ਵੀ ਸਕਦੇ ਆ, ਕਸਤੂਰੀ ਨਾਲ ਹਲਦੀ ਮਿਕਸ ਕੀਤੀ ਹੈਗੀ ਆ। ਅਗਰ ਤੁਸੀਂ ਚਾਹੁੰਦੇ ਆ ਕਿ ਆਪਣੇ ਚਿਹਰੇ ਨੂੰ ਹੋਰ ਜਿੱਦਾਂ ਤੁਸੀਂ ਬਟਨਾਂ ਯੂਜ਼ ਕਰਦੇ ਸੀ, ਆਪਾਂ ਹਲਦੀ ਯੂਜ਼ ਕਰਦੇ ਸੀਗੇ, ਇਹ ਆਪਣੇ ਚਿਹਰੇ ਤੇ ਵੀ ਲਾ ਸਕਦੇ ਆ। ਤੁਹਾਡੇ ਰਿੰਕਲਸ ਨੂੰ, ਤੁਹਾਡੇ ਜਿਹੜੇ ਚਿਹਰੇ ਨੂੰ ਗਲੋ ਕਰਦਾ ਹੈਗਾ, ਇਹ ਆਪਣੇ ਫੇਸ ਤੇ ਵੀ ਲਾ ਸਕਦੇ ਆ, ਔਰ ਇਹਨੂੰ ਖਾ ਵੀ ਸਕਦੇ ਹੈਗੇ ਆ। ਦੋਏ ਕੰਮ ਕਰਦੀ ਹੈਗੀ। ਤੇ ਫੇਸ ਵਾਸ਼ ਅਲੱਗ ਵੀ ਨੇ ਜਿਹੜੇ ਧੁੱਪ ਦੇ ਵਿੱਚ ਕੰਮ ਦਿੰਦੇ ਆ, ਤੇ ਉਹ ਅਲੱਗ ਫੇਸ ਵਾਸ਼ ਕਿਹੜੇ ਨੇ ਜੀ?
ਹਾਂਜੀ, ਉਹਦੇ ਵਿੱਚ ਪਰਲ ਹੈਗਾ, ਸਟ੍ਰਾਬੇਰੀ ਹੈਗਾ, ਨੀਮ ਦਾ ਹੈਗਾ, ਚਾਰਕੋਲ ਦਾ ਹੈਗਾ, ਡਿਫਰੈਂਟ 8 ਤਰ੍ਹਾਂ ਦੇ ਫੇਸ ਵਾਸ਼ ਹੈਗੇ ਆ। ਇਹ ਵੀ ਤੁਸੀਂ ਸਵੇਰੇ ਸ਼ਾਮ ਆਪਣਾ ਤੁਸੀਂ ਯੂਜ਼ ਕਰ ਸਕਦੇ ਆ, ਤੁਹਾਡੇ ਚਿਹਰੇ ਨੂੰ ਗਲੋ ਕਰਦੇ ਆ। ਬਾਹਰ ਆਪਾਂ ਹੀਟ 'ਚ ਕੰਮ ਕਰਦੇ ਹਾਂ ਜਾਂ ਡਸਟ ਵਿੱਚ ਕੰਮ ਕਰਦੇ ਹੈਗੇ ਆ, ਜ਼ਰੂਰੀ ਆ ਸ਼ਾਮ ਨੂੰ ਸੌਣ ਤੋਂ ਪਹਿਲਾਂ ਆਪਣਾ ਫੇਸ ਜ਼ਰੂਰ ਵਾਸ਼ ਕਰੋ, ਚਾਹੇ ਫੇਸ ਵਾਸ਼ ਯੂਜ਼ ਕਰੋ ਚਾਹੇ ਸਾਬਣ ਯੂਜ਼ ਕਰੋ। ਆਪਾਂ ਸੌਂ ਜਾਂਦੇ ਹਾਂ ਲੇਕਿਨ ਉਹ ਤੁਹਾਡੀ ਡਸਟ ਤੋਂ ਤੁਹਾਡੀ ਮਿੱਟੀ ਉੱਥੇ ਸਾਡੀ ਸਾਰੇ ਫੇਸ ਤੇ ਪਈ ਹੁੰਦੀ ਆ। 1-2 ਮਿੰਟ ਲੱਗਦੇ ਹੈਗੇ ਆ, ਤੁਸੀਂ ਫੇਸ ਵਾਸ਼ ਨਾਲ ਸਾਫ਼ ਕਰਕੇ ਤੁਸੀਂ ਖੁਦ ਨੋਟਿਸ ਕਰੋਗੇ 2 ਜਾਂ 3 ਵੀਕ ਬਾਅਦ ਤੁਹਾਡਾ ਚਿਹਰਾ ਕਾਫੀ ਗਲੋ ਕਰੇਗਾ। ਤੇ ਕਰੀਮ ਨਾਲ ਹੀ ਦੱਸੋ ਜੀ ਫਿਰ। ਹਾਂਜੀ, ਫੇਅਰਨੈਸ ਕਰੀਮ ਹੈਗੀ ਮਦਰ ਇੰਡੀਆ ਦੀ, ਜਿਹੜੇ ਵਿੱਚ ਕੋਈ ਕੈਮੀਕਲਸ ਨਹੀਂ ਹੈਗੀ ਆ, ਸਾਂਵਲੇ ਰੰਗ ਤੋਂ ਗੋਰਾ ਵੀ ਕਰਦੀ ਹੈਗੀ ਆ, ਤੁਹਾਨੂੰ ਹੀਟ ਤੋਂ ਵੀ ਪ੍ਰੋਟੈਕਟ ਕਰਦੀ ਹੈਗੀ ਆ, ਔਰ ਤੁਹਾਡੇ ਚਿਹਰੇ ਨੂੰ ਵੀ ਗਲੋ ਕਰਦੀ ਹੈਗੀ ਆ। ਸਾਬਣ ਜਿਹੜੇ ਸੁਗੰਧੀ ਵਾਲੇ ਨੇ ਗਰਮੀ ਦੇ ਵਿੱਚ ਉਹ ਬੜਾ ਕੰਮ ਦਿੰਦੇ ਆ, ਸਰੀਰ ਨੂੰ ਸਾਫ਼ ਵੀ ਕਰਦੇ ਆ, ਮੈਲ ਵੀ ਧੋਂਦੇ ਆ ਤੇ ਮਹਿਕਦਾ ਵੀ ਆ ਬੰਦਾ। ਸਾਬਣ ਕਈ ਸੁਗੰਧੀ ਵਾਲੇ ਨੇ, ਉਹ 'ਚ ਕਈ ਕੇਸਰ ਹੈ, ਗੁਲਾਬ ਹੈ ਤੇ ਬੜੇ ਨਾਂ ਨੇ, ਉਹਨਾਂ ਦੇ ਨਾਂ ਬੜੇ ਵਧੀਆ ਲੱਗਦੇ ਆ। ਹਾਂਜੀ, ਸੈਫਰਨ ਅੱਜ ਕੱਲ੍ਹ ਬਹੁਤ ਜਾ ਰਿਹਾ ਸਾਡਾ ਸੈਫਰਨ ਸਾਬਣ ਵਧੀਆ ਹੈਗਾ, ਪਪਾਈ ਦਾ ਸਾਬਣ ਹੈਗਾ, ਰੋਜ਼ ਦਾ, ਚੰਦਨ ਦਾ, ਜੈਸਮਿਨ ਦਾ, ਲੈਵੈਂਡਰ ਦਾ, ਜਿਹੜਾ ਫ੍ਰੈਗਨੈਂਸ ਤੁਹਾਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਲਿਆ ਸਕਦੇ ਆ। ਇਹ ਵੈਸੇ ਇਹਦੇ ਬਾਥਰੂਮ 'ਚ ਰੱਖੋ, ਸਮੈਲ ਬਹੁਤ ਅੱਛੀ ਆਉਂਦੀ ਹੈਗੀ ਆ। ਤੁਸੀਂ ਆਪ ਵੀ ਇਹਨਾਂ ਤੁਸੀਂ ਯੂਜ਼ ਕਰੋ, ਤੁਹਾਡੇ ਬੋਡੀ ਦੇ ਵਿੱਚੋਂ ਵੀ ਜਿਹੜਾ ਤੁਸੀਂ ਯੂਜ਼ ਕਰੋਗੇ ਰੋਜ਼, ਜੈਸਮਿਨ, ਲੈਵੈਂਡਰ, ਪਰਲ ਜਾਂ ਤੁਸੀਂ ਪਪਾਈ ਦਾ ਜਾਂ ਸੈਫਰਨ ਦਾ, ਤੁਹਾਡੀ ਉਹ ਸਮੈਲ ਵੀ ਆਉਂਦੀ ਹੈ, ਤੁਹਾਨੂੰ ਅੱਛਾ ਲੱਗਦਾ ਹੈਗਾ। ਕਾਫੀ ਇਹਦੀ ਸਮੈਲ ਤੁਹਾਡੀ ਬੋਡੀ 'ਚੋਂ ਆਉਂਦੀ ਹੈਗੀ। ਸੁਗੰਧ ਵਾਲਾ ਹੀ ਕੰਮ ਪਹਿਲਾਂ ਨਿਬੇੜ ਲਈਏ, ਜਿਵੇਂ ਕਈ ਪੰਜਾਬੀ ਬਹੁਤ ਕੰਮ ਕਹਿੰਦੇ ਨੇ, ਆ ਵੀ ਨਿਬੇੜੀਏ। ਸੁਗੰਧ ਦੇ ਵਿੱਚ ਫਿਰ ਮੁਸ਼ਕਣ ਬੂਟੀ ਹੁਣ ਲਿਖਾਈ ਹੈ ਕਿ ਹਲੇ ਗੱਲਾਂ ਹੀ ਕਰੀ ਜਾਂਦੇ ਹੋ? ਹਾਂਜੀ ਹਾਂਜੀ, ਬਿਲਕੁਲ। ਅਸੀਂ ਉਹਦੇ ਵਿੱਚ ਮੁਸ਼ਕਣ ਬੂਟੀ ਵੀ ਲਿਖਾਤੀ ਹੈਗੀ, ਉਹਦੀ ਪੈਕਿੰਗ ਵੀ ਚੇਂਜ ਕਰਤੀ ਹੈ। ਥੋੜੀ ਜਿਹੀ ਪਹਿਲਾਂ ਪੈਕਿੰਗ ਦੇ ਵਿੱਚ ਥੋੜੀ ਉਹ ਲੀਕ ਹੋ ਜਾਂਦਾ ਸੀਗਾ, ਉਹਦੇ ਕਰਕੇ ਥੋੜਾ ਡਿਲੇ ਹੋ ਗਿਆ, ਸੋ ਸੌਰੀ, ਲੇਕਿਨ ਸਾਈਜ਼ ਵੀ ਡਬਲ ਕਰ ਦਿੱਤਾ ਹੈਗਾ। ਉਹਦੇ ਤੇ ਮੁਸ਼ਕਣ ਬੂਟੀ ਵੀ ਲਿਖਾਤੀ ਹੈਗੀ ਆ, ਔਰ ਅਸੀਂ ਪਲੱਸ ਇਹ ਨਾਲ ਹੋਰ ਵੀ ਐਡ ਕਰਦੇ ਹਾਂ। ਇਸ ਫਰਾਈਡੇ ਨੂੰ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਮਿਲ ਸਕਦੀ ਹੈਗੀ ਆ, ਡਬਲ ਕੁਆਂਟਿਟੀ ਕਰਦੀ ਹੈਗੀ ਆ, ਔਰ ਤੁਹਾਡਾ ਕੋਈ ਲੀਕ ਨਹੀਂ ਕਰੇਗਾ। ਔਰ ਇੱਕ ਪਲੱਸ ਉਹਦੇ ਵਿੱਚ ਸਟਿਕ ਵਧੀਆ ਪਾਤੀ ਹੈ ਤਾਂ ਕਿ ਤੁਸੀਂ ਸਟਿਕ ਨਾਲ ਲਾ ਸਕਦੇ ਹੈਗੇ। ਵਾਹ ਜੀ ਵਾਹ। ਅੱਛਾ, ਦੂਸਰੀ ਹੁਣ ਆ ਜਾਈਏ ਆਪਣੇ ਵਾਲਾਂ ਵਾਲੇ ਪਾਸੇ ਨੂੰ। ਹਾਂਜੀ, ਹੇਅਰ ਡਾਈ ਸ਼ੈਂਪੂ ਜਿਹੜਾ, ਹਾਂਜੀ, ਉਹਦੇ ਬਾਰੇ ਸਮਝਾਇਓ ਜੀ ਫਿਰ। ਬਈ ਉਹਦਾ ਟਾਈਮ ਕੋਈ ਅੱਧਾ ਘੰਟਾ ਲਾਈ ਰੱਖਦੇ ਨੇ, ਕੋਈ 7 ਮਿੰਟ ਲਾਉਂਦਾ ਹੈ, ਕੋਈ 5 ਮਿੰਟ ਲਾਉਂਦਾ ਹੈ, ਪਤਾ ਲੱਗਦਾ ਨਹੀਂ ਵੀ ਵਾਲ ਹੁਣ ਠੀਕ ਹੋ ਗਏ। ਤੇ ਤੁਹਾਡੇ ਵੱਲੋਂ ਕਿੰਨਾ ਟਾਈਮ ਦੱਸਾਂ? ਹਾਂਜੀ, ਬਿਲਕੁਲ। ਤੁਸੀਂ ਇਹਨੂੰ ਜੇ ਤੁਸੀਂ ਬੋਟਲ ਯੂਜ਼ ਕਰਦੇ ਹੈਗੇ ਆ, ਬਿਲਕੁਲ ਟੱਬ ਜਾਓ, ਬਾਥਰੂਮ 'ਚ ਤੁਸੀਂ ਆਪਣੇ ਪਹਿਲਾਂ ਟੱਬ 'ਚ ਬਾਲ ਗੇਲੇ ਕਰ ਲਓ, ਹੱਥ ਵਿੱਚ ਗਲਵ ਜ਼ਰੂਰ ਪਾ ਲਓ ਤਾਂ ਕਿ ਤੁਹਾਡੇ ਨਹੁੰ ਨੂੰ ਨਾ ਲੱਗੇ। 2-3 ਚਮਚੇ ਜਿੰਨੀ ਲੋੜ ਹੈਗੀ ਆ ਸ਼ੈਂਪੂ ਵਾਂਗੂ ਹੱਥ 'ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਬ ਕਰ ਲਓ। ਰਬ ਕਰਨ ਤੋਂ ਬਾਅਦ ਖੂਬ ਸ਼ੈਂਪੂ ਵਾਂਗੂ ਲਾਓ ਜਿੱਥੇ ਮਰਜ਼ੀ ਲੱਗੀ ਜਾਵੇ। ਜਾਂ ਪੂਰੀ ਝੱਗ ਹੋ ਗਈ ਆ, ਇੱਕ ਤਾਂ ਉਹਨੂੰ ਫਿਰ ਟੱਚ ਨਹੀਂ ਕਰਨਾ। ਟੱਚ ਨਹੀਂ ਕਰਨਾ, ਜੇ ਤੁਸੀਂ ਉਹਨੂੰ ਟੱਚ ਕਰੋਗੇ, ਜਿੱਥੇ ਟੱਚ ਕਰੋਗੇ ਉੱਥੇ ਨਹੀਂ ਲੱਗੇਗਾ। ਉਹਨੂੰ ਬਿਲਕੁਲ ਟੱਚ ਨਹੀਂ ਕਰਨਾ। 7-8 ਮਿੰਟ ਇਜ਼ ਮੋਰ ਦੈਨ ਇਨਫ। ਅਗਰ ਤੁਸੀਂ ਆਪਣੀ ਸੈਟਿਸਫੈਕਸ਼ਨ ਵਾਸਤੇ ਅੱਧਾ ਘੰਟਾ ਹੋਰ ਰੱਖਦੇ ਆ ਵੀ 2-4 ਦਿਨ ਮੇਰੇ ਐਕਸਟਰਾ ਨਿਕਲ ਜਾਣਗੇ, ਇੱਦਾਂ ਨਹੀਂ ਹੁੰਦਾ। ਜੋ ਹੋਣਾ ਉਹ 7-8 ਮਿੰਟ 'ਚ ਹੋ ਗਿਆ ਹੈਗਾ, ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੈ, ਪਰ ਨੁਕਸਾਨ ਵੀ ਕੋਈ ਨਹੀਂ ਹੈ। ਤੇ ਚਮੜੀ ਤੇ ਤਾਂ ਫਿਰ ਚੜ੍ਹਦਾ ਹੀ ਨਹੀਂ, ਨੌਹਾਂ ਤੇ ਨਹੀਂ ਚੜ੍ਹਦਾ, ਪਰ ਫਿਰ ਵੀ ਗਲਵਜ਼ ਦਿੰਦੇ ਹੋ? ਗਲਵ ਦਿੰਦੇ ਆ, ਵਿੱਚ ਬਾਕਸ ਦੇ ਵਿੱਚ ਪਏ ਹੈਗੇ ਗਲਵ ਪਏ ਹੈਗੇ। ਗਲਵ ਨਾਲ ਤੁਸੀਂ ਯੂਜ਼ ਕਰੋ, ਨਹੁੰ ਨੂੰ ਥੋੜਾ ਬਹੁਤਾ ਲੱਗ ਸਕਦਾ, ਪਰ ਜਿਹੜੀ ਪਾਣੀ ਵਾਲੀ ਬੋਟਲ ਹੈ ਅਸੀਂ ਤਿਆਰ ਕੀਤੀ ਹੈਗੀ ਆ, ਉਹ ਤਾਂ ਬਿਲਕੁਲ ਹੀ ਬਿਲਕੁਲ ਪਾਣੀ ਆ। ਪਾਣੀ ਵਿੱਚ ਰੰਗ ਪਾਇਆ ਹੈਗਾ, ਫੇਸ ਤੇ ਲਾਉਂਗੇ, ਦਾੜੀ ਨੂੰ, ਮੁੱਛਾਂ ਨੂੰ, ਬਾਲਾਂ ਨੂੰ ਪਾਣੀ ਆ। ਜੋ ਝੱਗ ਹੋ ਗਈ ਤਾਂ ਉਹ ਵੀ ਪਾਣੀ ਆ, ਕੋਈ ਕਲਰ ਵਿੱਚ ਹੈ ਹੀ ਨਹੀਂ ਉਹਦੇ ਵਿੱਚ। ਜਿਹੜਾ ਮੋਰੋਕੋ ਦਾ ਸੋਨੇ ਵਾਲਾ ਤੇਲ ਆ, ਉਹਦੇ ਬਾਰੇ ਵੀ ਦੱਸ ਦਿਓ ਜੀ ਫਿਰ। ਹਾਂਜੀ, ਮੋਰੋਕੋ ਅੱਜ ਕੱਲ੍ਹ ਹੁਣ ਦੇਖੋ ਕਿੰਨਾ ਸੋਹਣਾ ਦਿਨ ਨਿਕਲਿਆ ਹੈਗਾ, ਤੁਸੀਂ ਸਵੇਰੇ ਲਾ ਕੇ ਜਾਓ ਤਾਂ ਤੁਹਾਨੂੰ ਹੀਟ ਤੋਂ ਪ੍ਰੋਟੈਕਟ ਕਰਦਾ, ਤੁਹਾਡੀ ਦਾੜੀ, ਮੁੱਛਾਂ, ਬਾਲਾਂ ਨੂੰ ਇੱਕਦਮ ਸ਼ਾਈਨੀ ਕਰਦਾ ਹੈਗਾ, ਬਾਲਾਂ ਨੂੰ ਸਟਰੋਂਗ ਕਰਦਾ ਹੈਗਾ। ਇਹ ਵੀ ਤੁਸੀਂ ਮਦਰ ਇੰਡੀਆ ਤੋਂ ਲਿਆ ਸਕਦੇ ਆ। ਹੁਣੇ 10 ਮਿੰਟ ਆਏ ਭਾਈ ਸਾਹਿਬ ਆਏ ਸੀ ਸਰੀ ਤੋਂ, ਉਹ ਕਹਿੰਦੇ ਸਾਨੂੰ ਮੋਰੋਕੋ ਆਇਲ ਦਿਓ, ਤੇ ਜਿਹੜਾ ਗਿਲ ਸਾਹਿਬ ਐਡਵਰਟਾਈਜ਼ ਕਰਦੇ ਮੈਂ ਕਹਿੰਦਾ ਲੈ ਕੇ ਜਾਓ। ਅੱਛਾ ਸ਼ੁਕਲਾ ਜੀ, ਹਾਂਜੀ, ਜਿਹੜੀ ਵਾਲਾਂ ਦੇ ਚਲੋ ਤੇਲ ਦੀ ਗੱਲ ਹੋ ਗਈ, ਅੱਗੇ ਨੂੰ ਚੱਲੀਏ। ਜਿਹੜਾ ਤੇਲ ਕਲੌਂਜੀ ਦਾ, ਇੱਕ ਨਿੰਮ ਦਾ ਤੇ ਇੱਕ ਗੰਗਾ ਜਲ ਵੀ ਲੈ ਆਂਦਾ, ਉਹ ਛੋਟੀਆਂ ਸ਼ੀਸ਼ੀਆਂ 'ਚ ਬੜਾ ਸੋਹਣਾ ਲੱਗਦਾ। ਹਾਂਜੀ, ਬਿਲਕੁਲ। ਗੰਗਾ ਜਲ ਵੀ ਉਹਦੇ ਵਿੱਚ ਪਿਓਰ ਹੈਗਾ, ਰੋਜ਼ ਵਾਟਰ ਵੀ ਆ। ਰੋਜ਼ ਵਾਟਰ ਵੀ ਔਰਗੈਨਿਕ ਹੈ, ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈਗੀ। ਕਲੌਂਜੀ ਆਇਲ ਤੁਸੀਂ ਆਪਣੇ ਬਾਲਾਂ ਨੂੰ ਲਾ ਸਕਦੇ ਆ, ਬਾਲ ਟੁੱਟਦੇ, ਝੜਦੇ, ਉਹਦੇ ਵਾਸਤੇ ਵਧੀਆ। ਔਰ ਇਹਨੂੰ ਤੁਸੀਂ ਪੀ ਵੀ ਸਕਦੇ ਹੈਗੇ ਆ। ਇਹ ਤੁਹਾਡੇ ਬਲੱਡ ਨੂੰ ਵੀ ਸਾਫ਼ ਕਰਦਾ ਹੈਗਾ, ਇਹ ਤੁਹਾਡੀ ਐਨਰਜੀ ਵੀ ਬੂਸਟ ਕਰਦਾ, ਤੁਸੀਂ ਇਹਨੂੰ ਪੀ ਸਕਦੇ ਆ। ਜੈਸਮਿਨ ਆਇਲ ਵੀ ਤੁਸੀਂ ਡਰਿੰਕ ਵੀ ਕਰ ਸਕਦੇ ਆ, ਆਪਣੇ ਫੇਸ ਤੇ ਵੀ ਲਾ ਸਕਦੇ ਆ। ਪਲੱਸ ਜਿਹਨਾਂ ਦੇ ਭੈਣ ਭਰਾਵਾਂ ਦੇ ਤੁਹਾਡੇ ਫੇਸ 'ਚ, ਆਪਣੇ ਬਾਡੀ 'ਚ ਥੋੜੀ ਸਮੈਲ ਆਉਂਦੀ ਹੈਗੀ ਆ, ਉਹਦੇ ਵਿੱਚ ਜਦੋਂ ਅਸੀਂ ਬਾਥ ਲੈਣੇ ਹੈਗੇ ਆ, ਸਾਬਣ ਦੇ ਉੱਤੇ 2 ਡ੍ਰੌਪ ਪਾ ਲਓ, ਉਹਨਾਂ ਨਾਲ ਤੁਹਾਡੀ ਬਾਡੀ ਦੇ ਵਿੱਚ ਕੋਈ ਸਮੈਲ ਜਾਂ ਕੋਈ ਵੀ ਐਸੀ ਨਹੀਂ ਆਏਗਾ। ਕੇਸਰ ਵੀ ਦੇਖਿਆ ਇੱਕ ਦਿਨ ਮੈਂ।
ਹਾਂਜੀ ਕੇਸਰ ਵੀ ਹੈਗਾ, ਸੈਫਰਨ ਬਹੁਤ ਸਾਡਾ ਪਿਓਰ ਹੈਗਾ, ਤੁਸੀਂ ਉਹ ਵੀ ਲਿਜਾ ਸਕਦੇ। ਕਾਫੀ ਭੈਣ ਭਰਾ ਲੈ ਕੇ ਜਾਂਦੇ ਹੈਗੇ ਆ, 5 ਗ੍ਰਾਮ ਦੀ ਡੱਬੀ, 10 ਗ੍ਰਾਮ ਦੀ ਡੱਬੀ, ਉਹ ਵੀ ਤੁਸੀਂ ਮਦਰ ਇੰਡੀਆ ਸਟੋਰ ਤੋਂ ਲੈ ਸਕਦੇ ਹੈਗੇ। ਸ਼ੁਕਲਾ ਜੀ, ਧਾਰਮਿਕ ਜਿਹੜੀਆਂ ਰਹੁ ਰੀਤਾਂ ਦੇ ਲਈ ਅਗਰਬੱਤੀ ਹੈ, ਰੁਦਰਾਕਸ਼ ਹੈ, ਤੇ ਉਹਦੇ ਬਾਅਦ ਫੋਟੋਆਂ ਨੇ, ਮੂਰਤੀਆਂ ਨੇ, ਉਹ ਵੀ ਬਹੁਤ ਵੈਰਾਈਟੀ 'ਚ ਨੇ। ਹਾਂਜੀ ਬਿਲਕੁਲ, ਕੋਈ ਵੀ ਧਾਰਮਿਕ ਤੁਹਾਡੇ ਸਮਾਗਮ ਹੈਗਾ, ਚਾਹੇ ਉਹ ਪੂਜਾ ਦਾ ਸਮਾਨ ਹੋਵੇ, ਹਵਨ ਸਮੱਗਰੀ ਹੋਵੇ, ਚਾਹੇ ਫੋਟੋ, ਧਾਰਮਿਕ ਮੂਰਤੀਆਂ, ਸਟੈਚੂ, ਕੋਈ ਵੀ ਤੁਸੀਂ ਫੋਟੋ, ਪੋਸਟਰ, ਕੈਲੰਡਰ ਜੋ ਵੀ ਲੈਣਾ ਹੈਗਾ, ਚਾਹੇ ਉਹ ਬੁੱਕਸ ਹੈਗੀਆਂ, ਇਹ ਸਾਰਾ ਕੁਝ ਤੁਹਾਨੂੰ ਮਦਰ ਇੰਡੀਆ ਸਟੋਰ ਤੇ ਮਿਲ ਜਾਂਦਾ ਹੈਗਾ। ਔਰ ਕਾਫੀ ਹੁਣ ਤਾਂ ਮੈਂ ਐਕਚੁਅਲੀ ਮੇਨ ਸਟਰੀਟ ਦੇ ਉੱਤੇ ਆਪਣਾ ਹੀ ਸਟੋਰ ਹੈਗਾ, ਜਿਹੜਾ ਕਿ ਕਾਫੀ ਪੁਰਾਣਾ ਹੋਣ ਕਰਕੇ ਉਹਨਾਂ ਨੂੰ ਹਰ ਭੈਣ ਭਰਾ ਨੂੰ ਪਤਾ ਵੀ ਜਿਹੜੀ ਚੀਜ਼ ਨਹੀਂ ਕਿਤੇ ਮਿਲਦੀ ਉਹ ਮਦਰ ਇੰਡੀਆ ਸਟੋਰ ਤੋਂ ਸਾਨੂੰ ਮਿਲ ਜਾਣੀ ਹੈ। ਸਰੀ ਵਾਲੇ ਸਟੋਰ 'ਚੋਂ ਕਿੰਨਾ ਕੁ ਸਮਾਨ ਮਿਲਦਾ? ਹਾਂਜੀ ਸਰੀ ਸਟੋਰ 'ਚੋਂ ਕਾਫੀ ਸਮਾਨ ਮਿਲਦਾ ਹੈਗਾ ਤੁਹਾਨੂੰ। ਸਰੀ ਦਾ ਐਡਰੈਸ ਵੀ ਹਮੇਸ਼ਾ ਦੱਸਦੇ ਹਾਂ, 7475 135 ਸਟਰੀਟ ਤੇ ਹੈਗਾ। ਔਰ ਜਿੰਨੇ ਵੀ ਭੈਣ ਭਰਾ ਫੋਨ ਕਰਦੇ, ਚਾਹੇ ਉਹ ਸਰੀ, ਡੈਲਟਾ, ਵਾਈਟ ਰੌਕ, ਲੈਂਗਲੀ, ਐਵਰਸਪੋਰਟ, ਸਾਰੇ ਜਦੋਂ ਫੋਨ ਕਰਦੇ ਹੈਗੇ ਆ ਉਹ ਬੜੇ ਖੁਸ਼ ਆ ਕਿ ਸਾਨੂੰ ਉੱਥੇ ਹੁਣ ਬਹੁਤੀ ਵੈਨਕੂਵਰ ਨਹੀਂ ਜਾਣਾ ਪੈਂਦਾ। ਵੈਨਕੂਵਰ ਤਾਂ ਵੈਸੇ ਕਿ ਅਸੀਂ ਆਉਂਦੇ ਹਾਂ, ਲੇਕਿਨ ਸਾਨੂੰ ਥੋੜ੍ਹੀ ਬਹੁਤੀ ਚੀਜ਼ ਲੋੜ ਹੁੰਦੀ ਹੈ, ਫਟਾਫਟ ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਹੈਗਾ। ਔਰ ਮੈਂ ਚਾਹੁੰਦਾ ਹੈਗਾ ਜਿੰਨੇ ਵੀ ਭੈਣ ਭਰਾ ਸਾਡਾ ਪ੍ਰੋਗਰਾਮ ਸੁਣਦੇ, ਪਲੀਜ਼ ਜ਼ਰੂਰ ਜਾਓ ਸਰੀ ਵਾਲੇ ਸਟੋਰ ਦੇ ਉੱਤੇ। ਤੁਸੀਂ ਉੱਥੇ 10 ਤੋਂ 6 ਖੋਲਦੇ ਆ 7 days a week, ਔਰ ਆਪਣਾ ਜਾ ਕੇ ਸਮਾਨ ਦੇਖੋ। ਔਰ ਜੇ ਸਾਨੂੰ ਕੋਈ ਕੁਐਸਚਨ ਕੰਸਰਨ ਹੈ ਤੁਸੀਂ ਕਾਲ ਵੀ ਕਰ ਸਕਦੇ ਹੈਗੇ ਆ, ਪਰ ਜਾਓ ਜ਼ਰੂਰ। ਹੁਣ ਫਾਦਰਸ ਡੇ ਆ ਰਿਹਾ ਹੈਗਾ, ਤੁਸੀਂ ਚਾਹੁੰਦੇ ਆ ਕਿ ਆਪਣੇ ਫਾਦਰਸ ਨੂੰ, ਡੈਡ ਨੂੰ ਕੋਈ ਨਾ ਕੋਈ ਗਿਫਟ ਦੇਣਾ ਚਾਹੁੰਦੇ ਆ, ਤਾਂ ਸਾਨੂੰ ਕਾਲ ਕਰ ਦਿਓ। ਬਿਲਕੁਲ ਤੁਹਾਡੇ ਘਰ ਸਮਾਨ ਰਾਈਟ ਟਾਈਮ ਦੇ ਉੱਤੇ, ਫ੍ਰੀ ਡਿਲੀਵਰੀ ਦੇ ਉੱਤੇ ਘਰ ਪਹੁੰਚ ਜਾਏਗਾ। ਸਰੀ ਸਟੋਰ ਤੇ ਵੀ ਜਾ ਸਕਦੇ ਆ ਜਾਂ ਵੈਨਕੂਵਰ ਸਟੋਰ ਤੇ ਵੀ ਆ ਸਕਦੇ। ਅੱਛਾ, ਤੇ ਡੀਲ ਫਿਰ ਹਲੇ ਆਪਣੀ ਮਈ ਦੇ ਵਿੱਚ 250 ਵਾਲੀ ਹੈਗੀ ਹਲੇ? ਹਾਂ ਬਿਲਕੁਲ, ਜਿਹੜੇ ਵੀ ਭੈਣ ਭਰਾ ਜਾਣਗੇ ਸਰੀ ਸਟੋਰ ਜਾਂ ਵੈਨਕੂਵਰ ਸਟੋਰ ਦੇ ਵਿੱਚ 250 ਜਾਂ 250 ਦਾ ਸਮਾਨ ਮਿਕਸ ਲੈ ਲਓ, ਤੁਹਾਨੂੰ ਹਜੇ ਵੀ ਇੱਕ ਬੋਟਲ ਫ੍ਰੀ ਮਿਲਦੀ, ਇਸ ਦੀ ਕੀ ਵੈਲਿਊ $60। ਜਾਓ ਜ਼ਰੂਰ, ਵੈਨਕੂਵਰ ਆਓ ਜਾਂ ਸਰੀ ਸਟੋਰ ਤੇ ਜਾਓ। ਰੱਬ ਦੀ ਲੱਗਦੀ ਗੱਲ ਸੁਣਾ ਦਿਓ ਫਿਰ ਹੁਣ। ਹਾਂਜੀ, ਲਾਸਟ ਵਿੱਚ ਅੱਜ ਦਾ ਵਿਚਾਰ ਹੈ ਜੀ। ਅੱਜ ਦਾ ਵਿਚਾਰ, गलती उसी से होती है जो मेहनत से काम करता है। गलती उसी से होती है जो मेहनत से काम करता है। निकम्मों की जिंदगी तो दूसरों की बुराई खोजने में ही नहीं खत्म हो जाती है। जोर ला दिंदे ने। ਹਾਂਜੀ ਬਿਲਕੁਲ ਜੀ, ਜਿਹਨਾਂ ਨੇ ਕੰਮ ਕਰਨਾ, ਜਿਹੜੇ ਮਿਹਨਤੀ ਲੋਕ ਹੈਗੇ ਆ, ਉਹਨਾਂ ਤਾਂ ਜਦੋਂ ਕੰਮ ਕਰੋਗੇ ਕੋਈ ਨਾ ਕੋਈ ਮਿਸਟੇਕ ਵੀ ਹੋ ਜਾਂਦੀ ਆ। ਜਿਹਨੇ ਕੰਮ ਹੀ ਨਹੀਂ ਕਰਨਾ ਤੇ ਉਹਨੇ ਤਾਂ ਫਿਰ ਲੋਕਾਂ ਦੇ ਵਿੱਚ ਬੁਰਾਈਆਂ ਲੱਭਣੀਆਂ, ਉਹਦੇ ਵਿੱਚ ਹੋਰ ਉਹਦੇ ਵਿੱਚ ਪਾਣ ਪੁੰਨ ਕੁਛ ਨਹੀਂ ਹੁੰਦਾ ਹੈਗਾ। ਤੇ ਤੁਸੀਂ ਕਿਸੇ ਦੇ ਵਿੱਚ ਬੁਰਾਈ ਨਾ ਲੱਭੋ, ਆਪਣੇ ਆਪ ਨੂੰ ਅੱਛਾ ਬਣਾਓ, ਉਹਦੇ ਵਿੱਚ ਇਹ ਫਾਇਦਾ ਹੈਗਾ, ਤੁਸੀਂ ਖੁਸ਼ ਰਹੋਗੇ, ਇਹਦੇ ਵਿੱਚ ਭਲਾ ਹੈਗਾ ਸਾਰਿਆਂ ਦਾ। ਸ਼ੁਕਲਾ ਜੀ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸ਼ੁਕਲਾ ਜੀ, ਮਦਰ ਇੰਡੀਆ ਤੋਂ 2 ਸਟੋਰ ਨੇ, ਮੇਨ ਸਟਰੀਟ ਤੇ 50 ਤੇ 74 75 135 ਸਟਰੀਟ, ਵੱਡੇ ਬੈਂਕਟ ਹਾਲ ਦੇ ਥੱਲੇ 125 ਨੰਬਰ ਯੂਨਿਟ। ਤੇ ਸਮਾਨ ਸਾਰਾ ਮਦਰ ਇੰਡੀਆ ਦਾ ਲੈ ਸਕਦੇ ਹੋ। ਕਹਿੰਦੇ ਟੋਪੀ ਵਾਲਾ ਕਿੱਲ ਲਾਉਂਦੇ, ਕਈ ਵਾਰ ਬੁੜਕ ਕੇ ਇੱਧਰ ਉੱਧਰ ਆ ਜਾ ਸਕਦਾ, ਜਿਹਨੇ ਲਾਇਆ ਹੀ ਨਹੀਂ ਕਦੇ ਉਹਨੂੰ ਕੀ ਪਤਾ ਹੈ। ਹੁਣ ਮੇਰੇ ਨਾਲ ਲੀਡਰ ਆਫ ਅਫੀਸ਼ੀਅਲ ਆਪੋਜੀਸ਼ਨ ਆਨਰੇਬਲ ਪੀਅਰ ਪੋਲੀਐਵ ਗੱਲਬਾਤ ਕਰਨਗੇ। ਆਟਵਾ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ। ਆਟਵਾ ਦੇ ਵਿੱਚ ਚਾਈਨੀਜ਼ ਇੰਟਰਫੀਰੈਂਸ ਦੀ ਗੱਲ ਰਿਪੋਰਟਰ ਨੇ ਆਪਣੀ ਰਿਪੋਰਟ ਦਿੱਤੀ, ਜੌਨਸਟਨ ਉਹਨਾਂ ਨੇ, ਕਾਰਬਨ ਟੈਕਸ ਦੀ ਗੱਲ ਹੋ ਰਹੀ ਹੈ, ਕਾਮਾਗਾਟਾ ਮਾਰੂ ਦੀ ਐਨਵਰਸਰੀ ਲੰਘ ਕੇ ਗਈ ਹੈ 23 ਮਈ ਨੂੰ, ਅਤੇ ਉਸ ਦੇ ਬਾਰੇ ਗੱਲਬਾਤ ਕਰਨ ਲਈ ਮਿਸਟਰ ਪੋਲੀਐਵ ਮੇਰੇ ਨਾਲ ਹੈ। ਕੋਸ਼ਿਸ਼ ਕਰ ਰਹੇ ਹਾਂ ਜੀ ਦੁਬਾਰਾ ਫੋਨ ਮਿਲਾਉਣ ਦੀ। ਟਰੈਵਲ ਕਰ ਰਹੇ ਨੇ ਉਹ, ਕੋਈ ਨਾ ਕੋਈ ਮੁਸ਼ਕਲ ਹੈ, ਅਤੇ ਸੜਕ 'ਤੇ ਸੀਟ 'ਤੇ ਕੋਈ ਕਨੈਕਸ਼ਨ ਨਹੀਂ ਹੋ ਰਿਹਾ। ਹੀ ਇਜ਼ ਇਨ ਸਮ ਰੂਰਲ ਏਰੀਆ। ਅੱਛਾ, ਜਦ ਤੱਕ ਕੋਸ਼ਿਸ਼ ਕਰ ਰਹੇ ਹਾਂ ਦਫ਼ਤਰ ਗੱਲਬਾਤ ਉਹਨਾਂ ਨਾਲ ਕਰਨ ਦੀ। ਬੈਲਾਰੂਸ ਦੇ ਵਿੱਚ ਰਸ਼ੀਆ ਜਿਹੜਾ ਉਹ ਨਿਊਕਲੀਅਰ ਵੈਪਨ ਲਾਉਣ ਦੀ ਕਹਾਣੀ ਕਰ ਰਿਹਾ, ਅਤੇ ਟਰਾਂਸਫਰ ਉਸ ਦੀ ਸ਼ੁਰੂ ਹੋ ਗਈ। ਇਹ ਇੱਕ ਨਵੀਂ ਕਹਾਣੀ ਹੈ। 2 ਹੋਰ ਵੀ ਇੰਸੀਡੈਂਟ ਹੋਏ ਨੇ। ਜਿਹੜਾ ਅਮਰੀਕਨ ਬੰਬਰ ਆ B-1, ਉਹ ਬਾਲਟਿਕ ਦੇ ਵਿੱਚ ਉਸ ਨੂੰ ਸਖੋਈ ਜਹਾਜ਼ਾਂ ਨੇ, ਰੂਸ ਦਿਆਂ ਨੇ ਇੰਟਰਸੈਪਟ ਕੀਤਾ ਹੈ, ਅਤੇ ਜਾਪਾਨ ਦੇ ਜਹਾਜ਼ਾਂ ਨੇ ਰੂਸ ਦਾ ਇੱਕ ਟੋਲਾਊ ਜਹਾਜ਼ ਜਿਹੜਾ ਉਹਨੂੰ ਇੰਟਰਸੈਪਟ ਕੀਤਾ। ਇਹ ਜਿਹੜੀ ਕਸ਼ੀਦਗੀ ਆ ਨਾ, ਇਹਦਾ ਜਿਹੜਾ
ਇਹਦੀ ਮੁਸ਼ਕਲ ਇਹ ਹੁੰਦੀ ਹੈ ਕਿ ਇਹ ਖੈਰ ਕੋਈ ਸੀਰੀਅਸ ਤਾਂ ਕੰਸੀਕੁਐਂਸਿਸ ਹੁੰਦੇ ਨਹੀਂ, ਪਰ ਜਦ ਲੜੀ ਜਾ ਰਹੀ ਹੋਵੇ ਲੜਾਈ, ਉਸ ਸਮੇਂ ਕਦੇ ਮੁਸ਼ਕਲ ਪੈ ਸਕਦੀ ਹੈ। ਸੋ ਉਹ ਮੁਸ਼ਕਲ ਹੈ ਜਿਹੜੀ ਉਹ ਇਹ ਹੈ ਕਿ ਜਿਹੜਾ ਬੈਲਾਰੂਸ ਛੋਟੇ ਭਾਈ ਵਾਂਗੂ ਕੰਮ ਕਰਦਾ, ਬੈਲਾਰੂਸੀਅਨ ਜਿਹੜਾ ਪ੍ਰੈਜ਼ੀਡੈਂਟ ਹੈ ਅਲੈਗਜ਼ੈਂਡਰ ਲਿਊਕਾਸ਼ੈਂਕੋ, ਉਸ ਨੂੰ ਜ਼ੋਰ ਦੇ ਵਿੱਚ ਰੱਖਣ ਦੇ ਲਈ ਰਸ਼ੀਆ ਨੇ ਬੜਾ ਕੰਮ ਕੀਤਾ। ਵਿਰੋਧੀ ਧਿਰ ਦੇ ਬੰਦੇ ਉਹਨੇ ਭਜਾ ਤੇ ਜਾਂ ਫੜ ਲਏ। ਹੁਣ ਟੈਕਟੀਕਲ ਨਿਊਕਲੀਅਰ ਵੈਪਨ ਜਿਹੜੇ ਉਹ ਕਹਿ ਰਿਹਾ ਰਸ਼ੀਆ ਤੋਂ, ਉਹ ਆਲਰੇਡੀ ਉਹ ਕਹਿੰਦਾ ਸਟਾਰਟ ਹੋ ਗਏ। ਤਾਸ ਨਿਊਜ਼ ਏਜੰਸੀ ਨੇ ਕਿਹਾ ਵੈਗਨਰ ਫੋਰਸਿਸ ਨੇ ਜਿਹੜੀਆਂ ਉਹ ਬਖਮੂਤ ਦੇ ਵਿੱਚੋਂ ਜਿਹੜੀਆਂ ਵਾਪਸ ਜਾਣੀਆਂ ਸ਼ੁਰੂ ਹੋ ਗਿਆ। ਮਤਲਬ ਬਖਮੂਤ ਉਹਨਾਂ ਨੇ ਜਿੱਤ ਲਿਆ, ਪਰ ਬੰਦੇ ਉਹਦੇ 20,000 ਦੇ ਕਰੀਬ ਮਰ ਗਏ। ਸੋ ਇਸ ਦੇ ਲਈ ਜਿਹੜੀ ਕਹਾਣੀ ਹੁਣ ਜਿਹੜੀ ਬੈਲਾਰੂਸ ਦੇ ਵਿੱਚ, ਕਿਉਂਕਿ ਜਿਉਂ ਹੀ ਫਿਨਲੈਂਡ ਦੀ ਗੱਲ ਚੱਲ ਰਹੀ ਹੈ ਨੈਟੋ 'ਚ ਜਾਣ ਦੀ ਅਤੇ ਸਵੀਡਨ ਦੀ, ਅਤੇ ਆਪਣੇ ਆਪ ਨੂੰ ਉਹਨੇ ਪ੍ਰੋਟੈਕਟ ਕਰਨ ਲਈ ਬੈਲਾਰੂਸ ਦੇ ਵਿੱਚ ਜਿਹੜੇ ਇਹ ਖਾਸ ਪਰਮਾਣੂ ਹਥਿਆਰ ਨੇ, ਉਹ ਇੱਕ ਮੁਸ਼ਕਲ ਦੀ ਗੱਲ ਹੈ। ਸੋ ਇਸ ਦੇ ਲਈ ਜਿਹੜੀ ਬੈਲਾਰੂਸ ਜਿਹੜਾ ਉਹ ਨਾਲ ਰਸ਼ੀਆ ਦੇ ਕੰਮ ਕਰੇਗਾ ਅਤੇ ਟੈਕਟੀਕਲ ਜਿਹੜੇ ਉਹਦੇ ਨਿਊਕਲੀਅਰ ਵੈਪਨ ਨੇ ਉਸ ਨੂੰ ਲਾਉਣ ਦੀ ਉਹ ਕੋਸ਼ਿਸ਼ ਕਰ ਰਿਹਾ। ਟਰਾਂਸਫਰ ਆਲਰੇਡੀ ਸ਼ੁਰੂ ਹੋ ਗਈ। ਲੀਡਰ ਆਫ ਆਪੋਜੀਸ਼ਨ ਮਿਸਟਰ ਪੀਅਰ ਪੋਲੀਐਵ ਮੇਰੇ ਨਾਲ ਨੇ, ਟਰਾਈ ਕਰਦੇ ਆ। ਮਿਸਟਰ ਪੋਲੀਐਵ, ਗੁੱਡ ਮਾਰਨਿੰਗ। Good morning to you. Great to be with you, Harjeet. Thank you so much for joining us. And I would like to start with a leader and a politician. How do you distinguish them, whether a leader or a politician can serve communities or country? Well, a politician is interested in winning elections. Mm-hmm. A leader is interested in improving people's lives, taking the country to a better place. And that's what my purpose is, to bring home the Canada that we know and love, to make the country work for the people who work, and to get back to the common sense of the common people. That is the purpose of my leadership. And I guess that's the difference between the two. A leader has a purpose that is bigger than his own election. A politician is just trying to get enough votes to stay in the job. A democratic and a sovereign nation obviously can serve their people very calmly, very nicely, but when some other countries interferes in their democratic electoral system, then there's a hard. It will be tough. But Johnston, the special rapporteur, he said there was no interference from Chinese government. What would you like to say on that? Justin Trudeau picked Johnson to cover up the interference and the fact that Trudeau benefited from it. Look, Johnson is Trudeau's 40-year family friend, cottage neighbor, ski buddy, member of the Trudeau Foundation, which got $140,000 from Beijing in a donation that the dictatorship made to try and buy the love and loyalty of Trudeau. Johnson cannot be trusted to act independently. He is helping Trudeau cover up this mess. And what Trudeau needs to do now is show leadership and call a full public inquiry. Stop hiding, stop the cover-up, bring the truth. And what will be your stance on this now? What you can do as a leader of official opposition, and what role Jagmeet Singh should take also? He's the man in the driver's seat. Right now, Trudeau has a majority government as long as Jagmeet Singh continues to support him. So we're telling Singh, stop supporting Trudeau. Pull yourself out of the coalition unless Trudeau calls a public inquiry. It's all in Jagmeet's hand now. Your stand for government-funded synthetic drug supply,
You are very Yes. fierce and critic of this. In last few days, there was a demonstration in a school at our Vancouver Island. How to use it if you got overdosed, how to take care about it, and which direction we are going. And our kids have to know this, how to use these drugs, and what is the alternative you have if you don't want to supply these drugs, and how you will treat these addicts. There are two types of drugs that the government is providing. One is things like nasal naloxone, which are medications that reverse overdoses. I'm, of course, in favor of government providing that medication and training people on how to use it. That's not the problem. The problem is hydromorphone, which is not a medication. It's meant to get people high. It's a narcotic. It is more powerful than heroin. The government is handing this stuff out to people who take it on the streets. In fact, they even have vending machines in Vancouver where people walk up at a few buttons and out drops this hydromorphone, similar to heroin, and then the user takes the drug. They get bored of it, though, because it only keeps them high for a while. Then they sell it to kids, and kids take that drug. And then what happens is they use the profits from selling the drug to buy fentanyl, which is 100 times stronger than heroin and can stop your breathing in just a few seconds. So that's why, since this experiment began about 5 years ago, Vancouver and BC have seen a 300% increase in overdose deaths. So we know the results now. The debate is, this doesn't work. What we need to do is take that money and put it into recovery and treatment. It should be easier to get a treatment bed than it is to get a high off of free drugs. That's what I want, recovery and treatment to bring our loved ones home drug-free. I was watching your video with one of the journalists on your question answer period. He was asking, telling you this is society problem for repeated criminal offenders. And you were saying I wanted to keep them inside the jail. They can, then when they are out, they can repeat, they can do another crime, and your strategy will be to keep them inside the jail. And what will be the rehabilitation there? Well, look, after 8 years of Trudeau, violent crime is up 32%. That's because his catch and release policy allows the same repeat offenders out on bail and parole early, again and again and again. In Vancouver, the same 40 offenders were arrested 6,000 times. 6,000 times. That's 150 arrests per criminal per year. Now, the reason is that Trudeau's bail system allows them to be released the same day they're arrested. They can sometimes get arrested 3 times in the same day. My view is that if you have a rap sheet of dozens of violent offenses, then you should not get bail when you're duly arrested for a crime. You should stay in jail until your trial and sentence are complete. That would mean the criminal is not back out reoffending. We know this works. It worked under the previous Conservative government, which had much lower crime rates. About 150,000 fewer crimes were committed in the last year of the Conservative government than were committed in 2021. So we know what works if we want to cut crime. It's common sense. Let's bring it home. We are in summer season. Canadians love to travel. And gas today in Surrey is $1.89. And you found out there another carbon tax in next budget. That's what there was a news. What would you like to say on that? We all know about Justin Trudeau and the NDP bringing in the first carbon tax. It's already increased gas prices by 14 cents a liter. Then they have this, the second carbon tax, which will raise it a total of 61 cents a liter. So think about that. Where if Trudeau or the NDP are reelected, you will be paying a 61 cent a liter carbon tax that will not only drive up gas and heating prices, but also food, because farmers will pay the tax, so will truckers. So when they bring you food to your grocery store, they'll pass the costs on to you. Only the Conservatives will axe the tax to bring home lower prices for our people.
How you will fix it if you form a government? From where you get money, which Trudeau is getting from carbon tax? Well, the carbon tax not only takes money out of the economy, it destroys economic growth. The parliamentary budget officer has said that that this tax is hurting economic growth. So by getting rid of the tax, you're going to have more economic growth, which means we'll actually get more revenues from other tax sources. And that is how we're going to benefit. We're going to have more businesses, more profitable farms, more industrial operations that can bring home jobs and production to this country, and that is going to be a source of revenue. So instead of raising the tax rates on our people, we grow the economy, which means that everyone, including our social services, are better off. Yeah, this people doesn't buy that. We don't extract our fossil fuel, our natural gas, and same token we are paying highest taxes. So you are always saying that I will explore this our natural resources market and send it to the Europe and Asia. So what projects you have in mind? Well, LNG for one. We have 1,300 trillion cubic feet of natural gas right beneath our feet. This gas could ship to Europe. Could be shipped to Asia, including India, to replace dirty coal fire plants. That will reduce global emissions. We could also ship it to Europe to break European dependence on Putin. Canada is the shortest shipping distance from North America to both Asia and Europe. We also have cold weather, which means it's about 25% cheaper to liquefy natural gas. And we have clean hydroelectricity, which means the liquefaction facilities can be powered emissions-free. So we have the cleanest, greenest opportunity. There are 15 of these plants proposed when Trudeau took office. 0 have been built, even though the Americans built 7. The Qataris have increased their production by about 60%. The Germans built an import terminal in 194 days, and we have not completed a single solitary LNG plant under Justin Trudeau. Why? He's got big, ugly regulations that block construction, gatekeepers that keep our resources in the ground. It takes 7 or 8 years to get anything approved. Investors don't want to wait 7 or 8 years, so they build things elsewhere. Just today, we learned that in Ontario, all the strategic minerals needed for electric car batteries, they are present, but the biggest investor, an Australian billionaire, is saying he's going to pull his money if Trudeau doesn't get out of the way, because he's been waiting for 7 or 8 years and nothing's happening. I will get the gatekeepers out of the way, pass a law that protects the environment, consults First Nations, but gets things done so that we can bring home our jobs, our industry, our resources to Canada. I read your tweet about Komagata Maru incident, May 23rd. Komagata Maru docked in 1909 and 1914, and you wrote a tweet on it. And the same token, since we started talking on airs last April, I was always talking about the secular will of Quebec. It haunting me always. I'm worried about that this hot air can flow anytime in this side, and these all minorities will be in trouble. So, contradict to Komagata Maru and get on the secular bill of Quebec. What would you like to say on that? I'm against the bill in Quebec. I have said that in English and in French. In Quebec and everywhere else, people should be free to wear anything they choose, any clothing or attire that matches their values and culture. They should be allowed to wear it. I want the government to leave people alone and let them make their own decisions. My purpose is to make Canada the freest country on earth, free for thought, free in every single way. I know after 8 years of Justin Trudeau, he's done nothing to convince Quebecers to repeal this law. Fortunate, and I'll make sure that no such law ever comes to the federal Canadian government, and I'll oppose it everywhere it is suggested across Canada. That's what time we have today, and looking forward for your next trip to the West. Then we will sit in studio and explore more. Very best wishes. Thank you.
Thank you very much. Many blessings to your listeners. Waheguru Ji Ka ਖਾਲਸਾ Khalsa, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਮਿਸਟਰ ਪੋਲੀਐਵ ਗੱਲਬਾਤ ਕਰ ਰਹੇ ਸੀ ਤੇ ਖਬਰਾਂ ਤੋਂ ਬਾਅਦ ਖਾਸ ਗੱਲਬਾਤ ਸ਼ੁਰੂ ਹੋਏਗੀ ਸਪੈਸ਼ਲ ਨੀਡ ਚਿਲਡਰਨ ਜਿਹੜੇ ਸਾਡੇ ਸਕੂਲਾਂ ਜਾ। ਪਿਛਲੇ ਹਫਤੇ ਜਦ ਸਕੂਲ ਟਰਸਟੀ ਗੈਰੀ ਥਿੰਦ ਹੋਣੀ ਆਏ ਤੇ ਗੱਲਾਂ ਬਾਤਾਂ ਸਕੂਲ ਦੀਆਂ ਚੱਲੀਆਂ ਤੇ ਮੁਸ਼ਕਲ ਜਿਹੜੀ ਹੈ ਸਾਡੇ ਇੱਕ ਤਾਂ ਆਪਾਂ ਨੂੰ ਦੇਖ ਰਹੀ ਸੀ ਇਨਫਰਾਸਟ੍ਰਕਚਰ ਦੀ ਕਿ ਸਾਡੇ ਪੋਰਟੇਬਲ ਕੈਬਨਸ ਤੇ ਸਾਡੇ ਜਵਾਕ ਕਿਵੇਂ ਰਹਿਣਗੇ, ਭਵਿੱਖ ਕਿਹੋ ਜਿਹਾ ਵੱਡਾ ਹੋਊ। ਇੱਕ ਉਹਨਾਂ ਗੱਲਾਂ ਕਰਦੇ ਕਿਉਂਕਿ ਪਰਿਵਾਰ ਦੇ ਨੇੜਿਓਂ ਮੈਂ ਬਹੁਤ ਇੱਕ ਇਸ ਨੂੰ ਵੇਖ ਰਿਹਾ, ਬੱਚੇ ਜਿਹੜੇ ਸਪੈਸ਼ਲ ਨੀਡ ਨੇ, ਸਪੈਸ਼ਲ ਨੀਡਸ ਦੇ ਵਿੱਚ ਬਹੁਤ ਕੁਝ ਆ ਸਕਦਾ। ਇੱਕ ਔਟਿਜ਼ਮ ਉਹਦੇ ਵਿੱਚ ਮੁਸ਼ਕਲ ਨਾ ਕਹੀਏ, ਕੋਈ ਵੀ ਬੱਚਾ ਕਿਸੇ ਤਰੀਕੇ ਦੇ ਨਾਲ ਕੋਈ ਵੀ ਗੱਲਬਾਤ ਉਸ ਨੂੰ ਹੋ ਸਕਦੀ ਹੈ ਜੇ ਆਪਾਂ ਉਸ ਦੇ ਨਾਲ ਜਿਉਂਦੇ। ਅਤੇ ਸਾਡੇ ਇੱਕ ਨਾਲ ਰਾਈਡਰ ਨੇ, ਬਹੁਤ ਚੰਗੇ ਦੋਸਤ ਨੇ ਸਾਡੇ, ਉਹਨਾਂ ਦੇ ਬੇਟੇ ਨੂੰ ਵੀ ਇਹ ਮੁਸ਼ਕਿਲ, ਪਿਛਲੇ ਦਿਨੀ ਸਰਜਰੀਆਂ ਹੋਈਆਂ ਤਾਂ ਉਹਨਾਂ ਨੇ ਜਦ ਮੈਂ ਗੈਰੀ ਥਿੰਦ ਉਹਨਾਂ ਨਾਲ ਗੱਲ ਕਰਕੇ ਹਟਿਆ, ਜਦ ਇਹ ਪਿਕਚਰਾਂ ਬੱਚੇ ਦੀਆਂ ਭੇਜੀਆਂ ਕਿ ਚਿਲਡਰਨ ਹਸਪੀਟਲ ਦੇ ਵਿੱਚ ਸਰਜਰੀ ਤਾਂ ਹੋ ਗਈ, ਮੁੜ ਕੇ ਉਹਨੂੰ ਸਾਂਭਣ ਲਈ ਜਨਰਲ ਵਾਰਡ ਦੇ ਵਿੱਚ ਉਹੋ ਜਿਹੀਆਂ ਸਹੂਲਤਾਂ ਹੈ ਨਹੀਂ। ਅੱਜ ਗੈਰੀ ਥਿੰਦ ਉਹਨਾਂ ਨਾਲ ਭੈਣ ਜੀ ਹੋਣੀ ਆਏ ਨੇ, ਨਾਲ ਨਰਿੰਦਰਜੀਤ ਕੌਰ ਜੀ ਅਤੇ ਅੰਮ੍ਰਿਤਪਾਲ ਕੌਰ, ਜਿਨ੍ਹਾਂ ਦੇ ਬੱਚੇ ਸਪੈਸ਼ਲ ਨੀਡਸ ਉਹਨਾਂ ਨੂੰ ਬੱਚਿਆਂ ਨੂੰ ਕਹਿ ਸਕਦੇ ਹਾਂ, ਪਰ ਇਹ ਸਟਿਗਮਾ ਸੁਸਾਇਟੀ ਦੇ ਵਿੱਚ ਆ, ਪਰਿਵਾਰਾਂ 'ਚ ਮਾਂ ਪਿਓ ਨੂੰ ਬੱਚੇ ਉਨੇ ਹੀ ਪਿਆਰੇ ਨੇ। ਇਸ ਦੇ ਬਾਰੇ ਸਕੂਲ ਦੇ ਸਿਸਟਮ ਦੇ ਵਿੱਚ ਕੀ ਸਹੂਲਤ ਹੈ, ਮਾਪੇ ਕਿਹੜੀਆਂ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਨੇ, ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਕੀ ਹੈ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੈਰੀ ਥਿੰਦ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਬਾਈ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਤੁਹਾਡੇ ਸਾਰੇ ਹੀ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਕੂਲ ਦੇ ਸਿਸਟਮ ਦੇ ਵਿੱਚ ਜਿਹੜੇ ਬੱਚੇ ਖਾਸ ਤਵੱਜੋ ਜਿਨ੍ਹਾਂ 'ਤੇ ਦੇਣੀ ਪੈਂਦੀ ਹੈ, ਉਹਦਾ ਇੰਤਜ਼ਾਮ ਕੀ ਹੈ ਜੀ? ਦੇਖੋ, ਜੇ ਆਪਾਂ ਸਰੀ ਸਕੂਲ ਡਿਸਟ੍ਰਿਕਟ ਦੀ ਖਾਸ ਕਰਕੇ ਗੱਲ ਕਰੀਏ, ਸਾਡੇ ਕੋਲੇ ਤਕਰੀਬਨ 9300 ਜਿਹੜੇ ਸਪੈਸ਼ਲ ਨੀਡ ਬੱਚੇ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਹੈਗੇ ਆ, ਜਿਹੜੇ ਕਿ ਬਹੁਤ ਵੱਡੀ ਗਿਣਤੀ ਹੈ ਜੀ, ਜਿਹੜੀ ਕਿ ਕਿਸੇ ਵੀ ਸਕੂਲ ਡਿਸਟ੍ਰਿਕਟ ਦੇ ਵਿੱਚ ਸੂਬੇ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਆ। ਔਰ ਇਹ ਮੈਨੂੰ ਕਹਿੰਦੇ ਆ ਮਾਣ ਮਹਿਸੂਸ ਹੁੰਦਾ ਵੀ ਸਰੀ ਸਕੂਲ ਡਿਸਟ੍ਰਿਕਟ ਦੀ ਜਿਹੜੀ ਸਪੈਸ਼ਲ ਨੀਡ ਬੱਚਿਆਂ ਦੀ ਫੈਸਿਲਿਟੀਜ਼ ਹੈ, ਜੋ ਅਸੀਂ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਉਹ ਬਾਕੀ ਸਾਰੇ ਹੀ ਸਕੂਲ ਡਿਸਟ੍ਰਿਕਟਸ ਨਾਲੋਂ ਬਿਹਤਰ ਹੈ। ਔਰ ਉਹਦਾ ਇੱਕ ਵੱਡਾ ਕਾਰਨ ਹੈ ਇੱਥੇ ਸਾਡੇ ਜਿਹੜੀ ਸਪੈਸ਼ਲ ਨੀਡ ਬੱਚਿਆਂ ਦੀ ਗਿਣਤੀ ਵੱਧ ਹੋਣ ਦਾ, ਕਿਉਂਕਿ ਜਿਹੜੇ ਸਾਡੇ ਨੇਬਰਿੰਗ ਸਿਟੀ ਹੈਗੇ ਆ, ਚਾਹੇ ਲੈਂਗਲੀ ਹੋ ਗਿਆ, ਚਾਹੇ ਡੈਲਟਾ ਹੋ ਗਿਆ, ਜਾਂ ਹੋਰ ਵੀ ਜਿਹੜੇ ਦੂਰ ਦਰਾਡਿਓਂ ਵੀ ਸਕੂਲ ਡਿਸਟ੍ਰਿਕਟ ਦੇ ਵਿੱਚੋਂ ਮਾਪੇ ਜਿਹੜੇ ਆਪਣੇ ਸਪੈਸ਼ਲ ਨੀਡ ਬੱਚਿਆਂ ਨੂੰ ਸਰੀ ਦੇ ਵਿੱਚ ਪੜ੍ਹਾਉਣਾ ਉਹ ਬਿਹਤਰ ਸਮਝਦੇ ਆ। ਕਿਉਂਕਿ ਜੇ ਸਰੀ ਦੀ ਆਪਾਂ ਖਾਸ ਤੌਰ 'ਤੇ ਗੱਲ ਕਰੀਏ, ਜੇ ਸਾਨੂੰ $1 ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਮਿਲਦਾ ਹੈ ਸਪੈਸ਼ਲ ਨੀਡ ਬੱਚਿਆਂ ਲਈ, ਤਾਂ ਅਸੀਂ ਉਸ 'ਤੇ $2 ਖਰਚਾ ਕਰ ਰਹੇ ਹਾਂ। ਸੋ ਸਾਡੀ ਜਿਹੜੀ ਫੰਡਿੰਗ ਜਿੰਨੀ ਸਾਨੂੰ ਸੂਬਾ ਸਰਕਾਰ ਵੱਲੋਂ ਮਿਲ ਰਹੀ ਹੈ, ਉਹਦੇ ਤੋਂ ਅਸੀਂ ਡਬਲ ਜਿਹੜਾ ਖਰਚਾ ਕਰ ਰਹੇ ਹਾਂ ਸਪੈਸ਼ਲ ਨੀਡ ਬੱਚਿਆਂ ਲਈ। ਸਟਿਲ ਜਿਹੜੇ ਰਿਸੋਰਸਿਸ ਇਨਫ ਨਹੀਂ ਹੈਗੇ, ਮੈਂ ਇਹ ਮੰਨਦਾ। ਬਾਕੀ ਪੇਰੈਂਟਸ ਆਪਣੇ ਨਾਲ ਹੈਗੇ ਆ, ਫਸਟ ਹੈਂਡ ਐਕਸਪੀਰੀਅੰਸ ਇਹਨਾਂ ਕੋਲੇ ਆ, ਇਹਨਾਂ ਦੀ ਜ਼ਬਾਨੀ ਆਪਾਂ ਜ਼ਿਆਦਾ ਸੁਣਦੇ ਵੀ ਕੀ ਦਿੱਕਤਾਂ ਇਹਨਾਂ ਨੂੰ ਪੇਸ਼ ਆਉਂਦੀਆਂ ਨੇ। ਨਰਿੰਦਰਜੀਤ ਕੌਰ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਭੈਣ ਜੀ ਨੇੜੇ ਹੋ ਜਾਓ ਮਾਈਕ ਦੇ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਸੀਂ ਆਏ ਹੋ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਥੋੜ੍ਹਾ ਜਿਹਾ ਨੇੜੇ ਹੋ ਜਾਓਗੇ ਪਲੀਜ਼। ਅੱਛਾ, ਆਪਣੀ ਬੱਚੇ ਦੇ ਬਾਰੇ ਦੱਸੋ ਜੀ ਸਾਨੂੰ। ਪਹਿਲੀ ਤਾਂ ਗੱਲ ਧੰਨਵਾਦ ਤੁਹਾਡਾ ਦਿਲੋਂ ਕਰਦਾ ਮੈਂ, ਇਹ ਗੱਲ ਬੜੀ ਔਖੀ ਹੈ। ਬੱਚੇ ਨੂੰ ਆਪਾਂ ਸਾਰੇ ਪਿਆਰ ਕਰਦੇ ਹਾਂ, ਜਦ ਤੱਕ ਉਹਨਾਂ ਨੂੰ ਵੇਖ ਨਹੀਂ ਸਕਦੇ ਮਾਪਿਆਂ ਨੂੰ ਉਹਦਾ ਦਿਨ ਪੂਰਾ ਨਹੀਂ ਹੁੰਦਾ। ਪਰ ਕੁਝ ਜਿਹੜੀਆਂ ਸਾਡੇ ਹੱਥ 'ਚ ਨਹੀਂ ਚੀਜ਼ਾਂ, ਕੁਛ ਪਰਮਾਤਮਾ ਦੇ ਹੱਥ ਚੀਜ਼ਾਂ ਨੇ, ਅਤੇ ਅਸੀਂ ਪਰਮਾਤਮਾ ਦਾ ਭਾਣਾ ਮੰਨ ਕੇ ਜ਼ਿੰਦਗੀ ਬਤੀਤ ਕਰਦੇ ਹਾਂ। ਤੁਸੀਂ ਇਹ ਦੱਸਿਓ ਆਪਣੀ ਜਿਹੜੀ ਸਟੋਰੀ ਹੈ, ਆਪਣੀ ਜਿਹੜੀ ਕਹਾਣੀ ਹੈ, ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਜੀ? ਮੇਰਾ ਬੇਟਾ 6.5 ਸਾਲ ਦਾ, ਹੁਣ ਉਹ ਗ੍ਰੇਡ 1 ਦੇ ਵਿੱਚ ਜਾਂਦਾ, ਰੋਜ਼ਮੈਰੀ ਹਾਈਟਸ ਸਕੂਲ ਦੇ ਵਿੱਚ ਜਾਂਦਾ, ਸਕੂਲ ਗੋਡਾ। ਉਹ 18 ਮਹੀਨਿਆਂ ਦਾ ਸੀਗਾ ਜਦੋਂ ਮੈਨੂੰ ਪਤਾ ਲੱਗ ਗਿਆ ਸੀ। ਜਿਹੜਾ 18 ਮਹੀਨਿਆਂ 'ਤੇ ਇੰਜੈਕਸ਼ਨ ਲੱਗਦਾ ਬੱਚੇ ਦੇ, ਮੈਂ ਉਹ ਲਵਾਉਣ ਗਈ ਸੀ। ਉਦੋਂ ਮੈਨੂੰ ਨਰਸ ਨੇ ਦੱਸਤਾ ਸੀ ਕਿ ਇਹਦੇ ਸਿੰਪਟਮ ਥੋੜ੍ਹੇ ਡਿਫਰੈਂਟ ਆ, ਜਿਵੇਂ ਆਈ ਕੰਟੈਕਟ ਨਹੀਂ ਕਰਦਾ, ਜਾਂ ਜਿਹੜਾ ਗਰੋਥ ਚਾਰਟ ਹੁੰਦਾ ਬੱਚੇ ਦਾ, ਉਹਦੇ ਵਿੱਚ ਕੁਛ ਚੀਜ਼ਾਂ ਨੂੰ ਉਹਦੇ 'ਚ ਆਪਣਾ ਮੀਟ ਨਹੀਂ ਕਰਦਾ ਪਿਆ ਸੀ। ਉਹਨੇ ਉਦੋਂ ਹੀ ਮੈਨੂੰ ਥੋੜ੍ਹਾ ਦੱਸਤਾ, ਕਹਿੰਦੀ ਤੈਨੂੰ ਆਪਣੇ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ। ਐਂਡ ਦੈਨ ਮੈਂ ਡਾਕਟਰ ਨਾਲ ਕੰਸਲਟ ਕੀਤਾ, ਐਂਡ ਡਾਕਟਰ ਸੈਡ ਹਾਂ, ਉਹ ਕਹਿੰਦੇ ਇਹ ਬੱਚੇ ਕੁਛ ਦੇ ਵਿੱਚ ਕੁਛ ਡਿਫਰੈਂਟ ਆ, ਜਿਵੇਂ ਸੈਂਸਰੀ ਬਹੁਤ ਜ਼ਿਆਦਾ, ਟੈਕ ਕੇ ਨਹੀਂ ਬੈਠ ਸਕਦਾ, ਜੰਪ ਬਹੁਤ ਕਰਦਾ, ਆਈ ਕੰਟੈਕਟ ਨਹੀਂ ਕਰਦਾ, ਜੇ ਤੁਸੀਂ ਉਹਨੂੰ ਆਵਾਜ਼ ਦਿਓਗੇ ਰਿਸਪੌਂਸ ਨਹੀਂ ਦੇਣਾ ਉਹਨੇ। ਇਹ ਉਹਦੇ ਸਿੰਪਟਮ ਸੀਗੇ। ਫਿਰ ਉਹਨਾਂ ਨੇ ਅਪਲਾਈ ਕੀਤਾ ਸਨੀ ਹੈਲ ਦੇ ਵਿੱਚ ਅਸੈਸਮੈਂਟ ਵਾਸਤੇ। ਉੱਥੇ ਸਨੀ ਹੈਲ ਦੇ ਵਿੱਚ ਉਸ ਟਾਈਮ ਮੇਰੀ ਵਾਰੀ 18 ਮਹੀਨਿਆਂ ਬਾਅਦ ਆਈ ਸੀ।
ਹੁਣ ਉੱਥੇ 2.5 ਤੋਂ 3 ਸਾਲ ਦੀ ਦੂਜਾ ਵੇਟਿੰਗ ਟਾਈਮ ਚੱਲਦਾ ਅਸੈਸਮੈਂਟ ਕਰਵਾਉਣ ਵਾਸਤੇ। ਸੋ ਮੈਡੀਕਲ ਸਿਸਟਮ ਦੇ ਵਾਲੇ ਪਾਸਿਓਂ ਮੁਸ਼ਕਲ ਹੈ, ਬਹੁਤ ਜ਼ਿਆਦਾ ਮੁਸ਼ਕਲ ਹੈ। ਥਿੰਦ ਸਾਹਿਬ ਇਹ ਤੁਹਾਡੇ ਵੱਲੋਂ ਅਰੇਂਜ ਹੈ, ਆਰਗੇਨਾਈਜ਼ ਹੈ? ਇਹ ਪ੍ਰਾਈਵੇਟ ਹੁੰਦਾ ਜੀ ਇਹ, ਕਿਉਂਕਿ ਜਿਹੜੇ ਪ੍ਰੀ ਸਕੂਲ ਜਿਹੜੀ ਅਸੈਸਮੈਂਟ ਹੈਗੀ ਜਿਹੜੀ ਪੇਰੈਂਟਸ ਨੇ ਉਹ ਆਪ ਦੇ ਤੌਰ ਤੇ ਕਰਾਣੀ ਹੁੰਦੀ ਹੈ, ਉਹ ਪ੍ਰਾਈਵੇਟ BC ਸੂਬਾ ਸਰਕਾਰ ਮਿਨਿਸਟਰੀ ਆਫ ਹੈਲਥ ਅੰਡਰ ਆਉਂਦਾ ਜੀ। ਟੀਚਰ ਮੁਲਾਂਕਣ ਕਰ ਸਕਦਾ ਸਕੂਲ ਚ ਵਿੱਚ? ਕਿਉਂਕਿ ਇੱਕ ਕੇਸ ਦੇ ਮੈਂ ਥਰੂ ਜਾ ਰਿਹਾ, ਬੱਚਾ ਬਿਲਕੁਲ ਤੰਦਰੁਸਤ ਹੈ, ਐਕਟਿਵ ਹੈ, ਟੋਜ਼ ਤੇ ਪੱਬਾਂ ਤੇ ਤੁਰਦਾ ਹੈ, ਉਹਨਾਂ ਚੀਜ਼ਾਂ ਦੇ ਮੁਲਾਂਕਣ ਕਰਕੇ ਉਹ ਟੀਚਰ ਕਹਿੰਦੀ ਇਹ ਸਪੈਸ਼ਲ ਨੀਡ ਕਿਡ ਹੈ, ਉਹਨਾਂ ਨੇ ਐਕਸਪਰਟ ਕੋਲ ਲੈ ਕੇ ਕਹਿੰਦੇ ਨੋ ਇਹ ਮੁਸ਼ਕਲ ਨਹੀਂ। ਇਹ ਇੱਕ ਮੁਸ਼ਕਲ ਵੀ ਆਈ ਹੈ ਤੁਹਾਡੇ ਸਿਸਟਮ 'ਚ। ਠੀਕ ਹੈ ਜੀ। ਤੇ ਟੀਚਰ ਵੀ ਕੁਝ ਰეკਮੈਂਡ ਕਰ ਸਕਦਾ ਬੱਚੇ ਨੂੰ ਦੇਖ ਕੇ ਜੀ? ਨਹੀਂ, ਟੀਚਰ ਨਹੀਂ ਜੀ, ਟੀਚਰ ਸਿਰਫ ਅੱਗੇ ਰੈਫਰ ਕਰ ਸਕਦਾ, ਪਰ ਜਿਹੜੇ ਉਹਦੇ ਚ ਕਾਉਂਸਲਰਸ ਹੈਗੇ ਆ ਜਾਂ ਜਿਹੜੇ ਐਕਸਪਰਟਸ ਹੈਗੇ ਆ ਉਸ ਫੀਲਡ ਦੇ, ਉਹੀ ਜਿਹੜੇ ਆਇਡੈਂਟੀਫਾਈ ਕਰਕੇ ਬੱਚੇ ਨੂੰ ਡੈਜ਼ਿਗਨੇਟ ਕਰ ਸਕਦੇ। ਅੱਛਾ ਜੀ, ਜਦ ਫਿਰ ਉਸ ਨੂੰ ਚੈੱਕ ਕੀਤਾ ਫਿਰ ਅੱਗੇ ਕੀ ਹੋਇਆ? ਆਪਣੇ ਜਿਹੜੀ ਆਪਣਾ ਮੇਨ ਅਸੈਸਮੈਂਟ ਜਿਹੜੀ ਫਰੇਜ਼ਰ ਹੈਲਥ ਦੇ ਅੰਡਰ ਹੁੰਦੀ ਹੈ, ਉਹ ਸਨੀ ਹੈਲਥ ਕਲੀਨਿਕ ਦੇ ਵਿੱਚ ਹੁੰਦੀ ਹੈ। ਅੱਛਾ ਜੀ। ਉਹ 3 ਤੋਂ 4 ਘੰਟੇ ਉੱਥੇ ਬੱਚੇ ਨੂੰ ਰੱਖਦੇ ਆ, ਉਹਦਾ ਹਰ ਇੱਕ ਚੀਜ਼ ਚੈੱਕ ਕਰਦੇ। ਉਸ ਤੋਂ ਬਾਅਦ ਉਹ ਤੁਹਾਨੂੰ ਰਿਟਨ ਦੇ ਵਿੱਚ ਦੱਸ ਦਿੰਦੇ ਆ ਕਿ ਬੱਚੇ ਦੀ ਗਰੋਥ ਕਿੰਨੀ ਡਿਲੇ ਆ। ਮਤਲਬ ਜੇ ਬੱਚਾ 6 ਸਾਲ ਦਾ ਵਾ ਤੇ ਉਹਦਾ ਜਿਹੜਾ ਆਪਣਾ ਮੈਂਟਲ ਲੈਵਲ ਆ ਉਹ 18 ਮਹੀਨੇ ਤੇ ਆ, 2 ਸਾਲ ਤੇ ਆ, ਉਹ ਆਪਾਂ ਨੂੰ ਫਿਰ ਰਿਟਨ ਦੇ ਵਿੱਚ ਦਿੰਦੇ ਆ। ਉਸ ਤੋਂ ਬਾਅਦ ਸਾਰੀ ਦੂਜਾ ਪ੍ਰੋਸੈਸ ਸ਼ੁਰੂ ਹੁੰਦੀ ਆ। ਆਪਾਂ ਨੂੰ ਜਾਂ BC ਗਵਰਨਮੈਂਟ ਤੋਂ ਫੰਡਿੰਗ ਮਿਲਦੀ ਆ। ਜਿਹੜਾ ਬੱਚਾ 6 ਸਾਲ ਤੋਂ ਘੱਟ ਹੋਵੇ ਉਹਨੂੰ ਜਾਂ $22,000 ਸਾਲ ਦਾ ਮਿਲਦਾ। ਜਿਹੜਾ 6 ਸਾਲ ਤੋਂ ਉੱਪਰ ਹੋ ਜਾਂਦਾ ਉਹਨੂੰ ਮਿਲਦਾ $6,000। ਜਿਹੜਾ ਉੱਪਰਲਾ $16,000 ਉਹ ਸਕੂਲ ਡਿਸਟ੍ਰਿਕਟ ਨੂੰ ਜਾਂਦਾ ਉਹਨਾਂ ਬੱਚਿਆਂ ਦੀ ਹੈਲਪ ਕਰਨ ਵਾਸਤੇ। ਅੱਛਾ, ਸੋ ਆਪਣਾ ਹੁਣ 6.5 ਦਾ ਹਾਂਜੀ, 6,000 ਦਿੰਦਾ। ਅੱਛਾ, ਉਹਦੇ ਵਿੱਚ ਕੀ ਹੋਇਆ ਜੀ ਫਿਰ? ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਤਜਰਬਾ ਸਾਂਝਾ ਕਰੋ। ਇਹ ਬਹੁਤ ਕੰਮ ਹੈ ਇਹ। ਪਰ ਫਸਟ ਟਾਈਮ ਤਾਂ ਜਦੋਂ ਤੁਸੀਂ ਅਸੈਸਮੈਂਟ ਕਰਵਾਉਣ ਹੀ ਜਾਂਦੇ ਆ ਉਦੋਂ ਤੁਹਾਨੂੰ ਸਮਝ ਨਹੀਂ ਆਉਂਦੀ ਹੁੰਦੀ ਕਿ ਅੱਜ ਸਾਡੇ ਨਾਲ ਕੀ ਹੋਣਾ ਉੱਥੇ। ਜਦੋਂ ਤੁਹਾਨੂੰ ਡਾਕਟਰ ਪੇਪਰ ਦਿੰਦਾ ਵਾ ਉਸ ਟਾਈਮ ਤੇ ਤੁਹਾਡੀ ਦੁਨੀਆ ਟੋਟਲੀ ਬਦਲ ਜਾਂਦੀ ਹੈ, ਚੇਂਜ ਹੋ ਜਾਂਦੀ ਆ, ਕਿਉਂਕਿ ਤੁਸੀਂ ਉਹ ਚੀਜ਼ਾਂ ਕਦੇ ਸੁਣੀਆਂ ਵੀ ਨਹੀਂ ਹੁੰਦੀਆਂ ਕਿ ਆਟਿਜ਼ਮ ਨਾਂ ਦੀ ਚੀਜ਼ ਦੁਨੀਆ ਦੇ ਵਿੱਚ ਹੈਗੀ ਵੀ ਆ ਜੀ। ਉਸ ਟਾਈਮ ਤਾਂ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਕੋਈ ਸਪੋਰਟ ਕਰੇ, ਕੋਈ ਇਹੋ ਜਿਹਾ ਹੋਵੇ ਜਿਹਨੂੰ ਬਸ ਫੜ ਕੇ ਉੱਚੀ ਉੱਚੀ ਰੋ ਕੇ ਆਪਦੇ ਮਨ ਦਾ ਗੁੱਬ ਗਵਾਟ ਕੱਢ ਸਕੀਏ। ਬਟ ਇਹ ਚੀਜ਼ਾਂ ਬਹੁਤ ਮੁਸ਼ਕਲ ਮਿਲਦੀਆਂ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਖਾਸ ਕਰਕੇ। ਕੋਈ ਇਹ ਚੀਜ਼ ਨੂੰ ਸਮਝਦਾ ਨਹੀਂ, ਫਿਰ ਟੋਟਲੀ ਜ਼ਿੰਮੇਵਾਰੀ ਦੂਜਾ ਆਪਣਾ ਮਾਂ ਤੇ ਆ ਜਾਂਦੀ ਹੈ। ਉਹਨੇ ਇਮੋਸ਼ਨਲੀ ਵੀ ਸਰਵਾਈਵ ਕਰਨਾ, ਉਹਨੇ ਦੂਜਾ ਆਪਣਾ ਫਾਈਨੈਂਸ਼ਲੀ ਵੀ ਆਪਣੇ ਘਰ ਦੀ ਹੈਲਪ ਕਰਨੀ ਆ, ਘਰ ਦੇ ਕੰਮ ਵੀ ਕਰਨੇ ਆ, ਬੱਚੇ ਨੂੰ ਵੀ ਸਾਂਭਣਾ। ਜਿਹੜੀ ਮਾਂ ਦੀ ਉਸ ਟਾਈਮ ਜ਼ਿੰਦਗੀ ਉਹ 5 ਤੋਂ 6 ਜਾਣਿਆਂ ਦੇ ਕੰਮ ਉਹ ਕੱਲੀ ਦੇ ਕਰਨੇ। ਬਿਲਕੁਲ ਠੀਕ ਹੈ। ਕੱਲੀ ਨੇ ਬੱਚੇ ਰਾਤ ਨੂੰ ਸੌਂਦੇ ਨਹੀਂ, ਮੋਸਟਲੀ 2-2 3-3 ਵਜੇ ਤੱਕ। ਮੈਨੂੰ ਵੀ ਪਹਿਲਾਂ ਪ੍ਰੋਬਲਮ ਆਈ ਆ, ਮੇਰਾ ਬੱਚਾ 3-3 ਵਜੇ ਤੱਕ ਸੌਂਦਾ ਨਹੀਂ ਸੀ, 4 ਵਜੇ ਉੱਠਣਾ ਹੁੰਦਾ ਸੀ। ਦਿਨੇ ਫੇਰ ਸਾਰਾ ਦਿਨ ਕੰਮ ਕਰਨਾ ਸੀਗਾ, ਰਾਤ ਨੂੰ ਫਿਰ ਉਹਨਾਂ ਦੀ એનર્ਜੀ ਇੰਨੀ ਜ਼ਿਆਦਾ ਹਾਈ ਹੁੰਦੀ ਆ ਕਿ ਉਸ ਟਾਈਮ ਤੇ ਬੱਚੇ ਸੈਂਸਰੀ ਅਪ ਹੋ ਜਾਂਦੀ ਆ, ਉਹਦੀਆਂ ਲੱਤਾਂ ਬਾਹਾਂ ਘੁੱਟਣੀਆਂ ਪੈਂਦੀਆਂ, ਉਹਨੂੰ ਡੀਪ ਦੂਜਾ ਆਪਣਾ ਪ੍ਰੈਸ਼ਰ ਦੇਣਾ ਪੈਂਦਾ ਵਾ ਕਿ ਉਹ ਸੌਂ ਸਕੇ। ਕਈ ਬੱਚੇ ਦਵਾਈ ਤੇ ਲੱਗੇ ਹੋਏ ਆ, ਛੋਟੇ ਬੱਚੇ 3-3 ਸਾਲ ਦੇ ਬੱਚਿਆਂ ਨੂੰ ਸੌਣ ਵਾਸਤੇ ਦੂਜਾ ਮੈਡੀਸਨ ਦਿੱਤੀ ਜਾਂਦੀ ਆ ਰਾਤ ਨੂੰ ਕਿ ਉਹ ਸੌਂ ਜਾਣ। ਤੇ ਸਕੂਲ ਦੇ ਵਿੱਚ ਕਿਵੇਂ ਅਸਿਸਟ ਹੋਇਆ ਤੁਹਾਨੂੰ? ਟੀਚਰ ਨੇ ਅਸਿਸਟ ਕੀਤਾ ਵਧੀਆ? ਹਾਂਜੀ, ਸਕੂਲ ਵੱਲੋਂ ਮੇਰਾ ਐਕਸਪੀਰੀਅੰਸ ਇੱਥੇ, ਮੈਂ ਅੱਜ ਸਕੂਲ ਦਾ ਨੇਮ ਵੀ ਲੈਣਾ ਚਾਹੂੰਗੀ। ਰੋਜ਼ਮੈਰੀ ਹਾਈਟਸ ਐਲੀਮੈਂਟਰੀ ਸਕੂਲ 'ਚ ਮੇਰਾ ਬੱਚਾ ਜਾਂਦਾ। ਸਕੂਲ ਨੇ ਮੈਨੂੰ ਬਹੁਤ ਸਪੋਰਟ ਕੀਤਾ। ਵੈਰੀ ਗੁੱਡ। ਪ੍ਰਿੰਸੀਪਲ ਵਾਈਸ ਪ੍ਰਿੰਸੀਪਲ IST ਟੀਚਰ, ਮੈਂ ਜਦੋਂ ਮਰਜ਼ੀ ਉਹਨਾਂ ਨੂੰ ਕਾਲ ਕਰ ਲਾਂ, ਉਹ ਐਵਰੀ ਟਾਈਮ ਮੈਨੂੰ ਸੁਣਦੇ ਆ। ਹੁਣ ਮੇਰੇ ਬੱਚੇ ਕੋਲ ਜੋ ਫੁੱਲ ਟਾਈਮ ਸਪੋਰਟ ਆ, EA ਟੀਚਰ ਉਹਦੇ ਨਾਲ ਸੁਬਾਹ ਜਦੋਂ ਮੈਂ ਡ੍ਰੌਪ ਕਰਦੀ ਆ ਮੇਰੇ ਤੋਂ ਡੋਰ ਦੇ ਵਿੱਚ ਜਾਂ ਬਾਂਹ ਫੜ ਲੈਂਦੀ ਆ, ਜਦੋਂ ਛੁੱਟੀ ਹੁੰਦੀ ਆ ਮੈਨੂੰ ਡੋਰ ਦੇ ਵਿੱਚ ਉਹਦੀ ਬਾਂਹ ਫੜਾ ਕੇ ਜਾਂਦੀ ਆ ਕਿ ਵੀ ਹੁਣ ਵੀ ਸਕੂਲ ਦਾ ਟਾਈਮ ਡਨ ਹੋ ਗਿਆ, ਹੁਣ ਜ਼ਿੰਮੇਵਾਰੀ। ਸੋ ਦਿਨ ਦੇ ਵਿੱਚ ਜਦ ਬੱਚਾ ਸਕੂਲ ਦੇ ਕੁਛ ਉਹ ਤੁਹਾਨੂੰ ਅਪਡੇਟ ਵੀ ਕਰਦੇ ਨੇ, ਅੱਜ ਇਹ ਕੀਤਾ ਪੋਜ਼ਿਟਿਵ? ਹਾਂਜੀ, ਮੇਰੇ ਬੇਟੇ ਦੀ ਡੇਲੀ ਰਿਪੋਰਟ ਆਉਂਦੀ ਆ ਰਿਟਨ ਦੇ ਵਿੱਚ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਸਕੂਲ 'ਚ ਖਾਧਾ ਕੀ ਕੀਤਾ ਕੀ ਨਹੀਂ, ਜੇ ਕੁਛ ਗਲਤ ਵੀ ਹੋ ਜਾਂਦਾ ਐਵਰੀਥਿੰਗ ਉਹ ਲਿਖ ਕੇ ਭੇਜਦੇ ਆ। ਬਟ ਸਕੂਲ ਡਿਸਟ੍ਰਿਕਟ ਤੋਂ ਹੁਣ ਮੇਰੀ 2 ਚੀਜ਼ਾਂ, ਇੱਕ ਤਾਂ ਇਹਨਾਂ ਬੱਚਿਆਂ ਨੂੰ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਆ, ਕਿਉਂਕਿ ਦੂਜੇ ਬੱਚੇ ਨਹੀਂ ਇਹਨਾਂ ਨੂੰ ਸਮਝ ਸਕਦੇ ਕਿ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾਵੇ, ਦੂਜੇ ਬੱਚਿਆਂ ਨੂੰ ਵੀ ਇਹ ਚੀਜ਼ ਬਾਰੇ ਅਵੇਅਰ ਕਰਾਇਆ ਜਾਵੇ ਕਿ ਇਹਨਾਂ ਬੱਚਿਆਂ ਦੇ ਨਾਲ ਡੀਲ ਕਿੱਦਾਂ ਕਰਨਾ ਵਾ, ਕਿਉਂਕਿ ਇਹ ਇਕੱਲੇ ਬੈਠੇ ਹੁੰਦੇ ਆ ਕਾਰਨਰ ਦੇ ਵਿੱਚ, ਦੂਜੇ ਬੱਚੇ ਆਪਣਾ ਖੇਡੀ ਜਾਂਦੇ ਹੁੰਦੇ ਆ। ਪਰਾਂ ਰੱਖਦੇ ਅਗਰ ਥਿੰਦ ਸਾਹਿਬ, ਜਾਨੀ ਇੱਕ ਪਾਸੇ ਬੱਚਾ ਬਹਿੰਦਾ ਉਹ
ਐਜੂਕੇਸ਼ਨ ਅਸਿਸਟੈਂਟ ਨਾਲ ਹੁੰਦੇ ਜੀ ਮੋਸਟਲੀ ਕੋਲ ਬੈਠੇ ਹੁੰਦੇ ਕੋਲ ਹੁੰਦੇ ਆ ਉਹਨਾਂ ਦੇ, ਕਿਉਂਕਿ ਹਰੇਕ ਐਜੂਕੇਸ਼ਨ ਅਸਿਸਟੈਂਟ ਨੂੰ ਇੱਕ ਜਿਵੇਂ ਸਪੈਸ਼ਲ ਨੀਡ ਬੱਚੇ ਜਿਹੜੇ ਸਪੈਸ਼ਲੀ ਆਟਿਜ਼ਮ ਨਾਲ ਆਇਡੈਂਟੀਫਾਈਡ ਹੈਗੇ ਆ ਉਹਨਾਂ ਨੂੰ ਮਿਲਿਆ ਹੁੰਦਾ। ਇਹ ਆ ਵੀ ਜਿਵੇਂ ਫਿਜ਼ੀਕਲੀ ਇਨਐਕਟਿਵ ਹੋਣ ਕਰਕੇ ਬਾਕੀ ਸਪੋਰਟਸ ਵਿੱਚ ਨਹੀਂ ਹਿੱਸਾ ਲੈ ਸਕਦੇ ਬੱਚੇ, ਤਾਂ ਓਬਵੀਅਸਲੀ ਆ ਜਦੋਂ ਸਪੋਰਟਸ ਟਾਈਮ ਹੈਗਾ ਜਾਂ ਲੰਚ ਪੀਰੀਅਡ ਹੈਗਾ ਦੇ ਆਰ ਸੈਗਰੀਗੇਟਿਡ ਫਰਮ ਦ ਰੈਸਟ ਆਫ ਦ ਸਕੂਲ। ਪਰ ਉਹ ਤਾਂ ਐਕਟਿਵ ਬਹੁਤ ਆ, ਉਹਨੂੰ ਸਪੋਰਟਸ ਭਜਾਉਂਦੇ ਨਹੀਂ ਫਿਰ ਭੱਜਦਾ ਉਹ ਬਹੁਤ ਆ ਬਟ ਇੰਸਟਰਕਸ਼ਨ ਨਹੀਂ ਫੋਲੋ ਕਰਦੇ। ਫਿਰ ਜੇ ਉਹ ਬਾਹਰ ਵੀ ਲੈ ਕੇ ਜਾਂਦੇ ਆ ਤਾਂ ਟੀਚਰ ਨੂੰ ਕੋਲੇ ਖੜ ਕੇ ਦੇਖਣਾ ਪੈਂਦਾ ਵਾ। ਤੇ ਤੁਹਾਨੂੰ ਫੋਲੋ ਕਰਦਾ? ਸਾਰੀ ਗੱਲ ਸੁਣਦਾ ਤੁਹਾਡੀ? ਹਾਂਜੀ, ਮੇਰੀ ਹਰੇਕ ਗੱਲ ਸੁਣਦਾ, ਕਿਉਂਕਿ ਲਾਈਕ ਮਾਂ ਦੇ ਨਾਲ ਬੱਚਾ ਬਹੁਤ ਅਟੈਚ ਹੁੰਦਾ, ਉਹਨੂੰ ਸਿਰਫ ਇਹ ਹੁੰਦਾ ਕਿ ਜੋ ਕੁਛ ਆ ਮੇਰੀ ਮੰਮੀ ਆ। ਤੇ ਘਰ ਦੇ ਵਿੱਚ ਹੋਰ ਕਿਹਨੂੰ ਸੁਣਦਾ? ਘਰ ਦੇ ਵਿੱਚ ਮੇਰੇ ਹਸਬੈਂਡ ਤੇ ਮੈਂ, ਅਸੀਂ ਦੋਨੋਂ ਹੀ ਆ। ਤੇ ਹਸਬੈਂਡ ਤੁਹਾਡੇ ਉਹਨੂੰ ਕਿਸ ਤਰ੍ਹਾਂ ਅਸਿਸਟ ਕਰਦੇ ਆ ਫਿਰ? ਹਸਬੈਂਡ ਮੇਰੇ, ਉਹਦੇ ਲਈ ਵੀ ਮੈਂ ਬਹੁਤ ਲੱਕੀ ਆ ਇਹ ਚੀਜ਼ ਲਈ। ਮੈਂ ਬਹੁਤ ਫੈਮਲੀਆਂ ਨੂੰ ਦੇਖੀਆਂ ਜਿਨ੍ਹਾਂ ਦੇ ਹਸਬੈਂਡ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦਾ ਬੱਚਾ ਢਿੱਲਾ, ਬਟ ਮੇਰੇ ਹਸਬੈਂਡ ਮੈਨੂੰ ਸਪੋਰਟ ਕਰਦੇ ਆ, ਮੈਨੂੰ ਸੁਣਦੇ ਆ। ਅੱਜ ਵੀ ਹੌਟ ਲੰਚ ਦੇ ਵਿੱਚ ਮੈਂ ਜਾਂਦੀ ਹੁੰਦੀ ਸਕੂਲ, ਅੱਜ ਮੇਰੀ ਥਾਂ ਤੇ ਮੇਰੇ ਹਸਬੈਂਡ ਗਏ ਹੋਏ ਆ ਸਕੂਲ ਦੇ ਵਿੱਚ ਹੈਲਪ ਕਰਨ ਵਾਸਤੇ। ਇਸ ਚੀਜ਼ ਵੱਲੋਂ ਮੈਂ ਲੱਕੀ ਆ ਕਿ ਮੇਰੇ ਹਸਬੈਂਡ ਮੈਨੂੰ ਸਪੋਰਟ ਕਰਦੇ ਆ। ਅਮਰਪਾਲ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਧੰਨਵਾਦ ਬਹੁਤ ਤੁਸੀਂ ਆਏ ਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਜੀ, ਆਪਣੀ ਕਹਾਣੀ ਕੀ ਹੈ ਜੀ? ਤੁਸੀਂ ਵੀ ਆਪਣੇ ਬਾਰੇ ਦੱਸੋ। ਤੇ ਮੈਂ ਬਹੁਤ ਅੱਜ ਮਹਿਸੂਸ ਕਰ ਰਿਹਾ, ਮੇਰੀ ਜ਼ਿੰਦਗੀ ਦੇ 14 ਸਾਲ ਦੀ ਬ੍ਰੌਡਕਾਸਟਿੰਗ ਦੇ ਵਿੱਚ ਪਹਿਲਾ ਅੱਜ ਇਹੋ ਜਿਹਾ ਦਿਨ ਆ ਜਿੱਥੇ ਮੈਂ ਇੱਕ ਫਸਟ ਹੈਂਡ ਬਹੁਤ ਕੋਸ਼ਿਸ਼ ਕੀਤੀ ਇਹ ਚੀਜ਼ ਡਿਸਕ੍ਰਾਈਬ ਕਰਨੀ ਤੇ ਸਭ ਬੜੀ ਔਖੀ ਆ, ਮਾਪੇ ਨੂੰ ਬੜੀ ਔਖੀ ਹੈ। ਬਿਲਕੁਲ ਜੀ। ਹਾਂਜੀ ਭੈਣ ਜੀ। ਵੀਰ ਜੀ, ਜਿਸ ਤਰ੍ਹਾਂ ਨਰਿੰਦਰਜੀਤ ਦਾ ਸਟਰਗਲ ਹੈਗਾ, ਤੁਸੀਂ ਕਹਿ ਸਕਦੇ ਹੋ ਮੇਰਾ ਉਸ ਡਬਲ ਆ। ਅੱਛਾ ਜੀ। ਕਿਉਂਕਿ ਮੇਰੇ 2 ਬੱਚੇ ਆ। ਅੱਛਾ ਜੀ। ਦੋਨੋਂ ਸਪੈਸ਼ਲ ਨੀਡ ਹੈਗੇ ਆ। ਅੱਛਾ। ਇੱਕ 10 ਸਾਲ ਦਾ ਬੇਟਾ ਆ, ਇੱਕ 13 ਸਾਲ ਦਾ ਆ। ਤੇ ਆਟਿਜ਼ਮ ਹੈ ਜੀ? ਹਾਂਜੀ। ਅੱਛਾ। ਆਟਿਜ਼ਮ ਹੈਗਾ ਆ। ਮੇਰੀ ਜਦੋਂ ਮੇਰਾ ਵੱਡਾ ਬੇਟਾ ਮਤਲਬ ਹੋਇਆ ਆ, ਮੈਨੂੰ ਵੀ ਉਹਦੇ ਵਿੱਚ ਕੁਛ ਇੱਦਾਂ ਸੀ, ਕਿਉਂਕਿ ਮੇਨ ਜਿਹੜੇ ਆਟਿਜ਼ਮ ਵਾਲੇ ਬੱਚੇ ਹੁੰਦੇ ਉਹ ਆਈ ਕੰਟੈਕਟ ਨਹੀਂ ਕਰਦੇ ਹੈਗੇ। ਅੱਛਾ ਜੀ। ਤੇ ਜਿਹੜੇ ਉਹਨਾਂ ਦੇ ਮਾਈਲਸਟੋਨਸ ਹੁੰਦੇ ਆ ਉਹ ਬਿਲਕੁਲ ਡਿਲੇ ਹੋ ਜਾਂਦੇ ਆ, ਪਿੱਛੇ ਰਹਿ ਜਾਂਦੇ ਬੱਚੇ। ਜਿਸ ਤਰ੍ਹਾਂ ਅਕੋਰਡਿੰਗ ਟੂ ਏਜ, ਕੋਈ 6 ਮੰਥ ਤੋਂ ਸ਼ੁਰੂ ਕਰ ਲਓ, ਜੇ ਆਪਾਂ ਮਾਂ ਬਾ ਕੁਛ ਨਹੀਂ ਕਹਿੰਦੇ ਹੁੰਦੇ, ਉਹ ਬੱਚੇ ਖੌਮ ਰਹਿੰਦੇ ਆ, ਇੱਕਦਮ ਰਿਪੀਟ ਕਰਦੇ ਆ ਹਰ ਇੱਕ ਚੀਜ਼ ਨੂੰ। ਤੇ ਮੇਨਲੀ ਆਈ ਕੰਟੈਕਟ ਹੁੰਦਾ, ਕਿਉਂਕਿ ਜਦੋਂ ਪਹਿਲਾ ਬੱਚਾ ਸੀ ਨਹੀਂ ਪਤਾ ਹੁੰਦਾ ਆਟਿਜ਼ਮ ਕੀ ਚੀਜ਼ ਆ ਨਾ। ਤੇ ਸੇਮ ਮੇਰੇ ਨਾਲ ਵੀ ਹੋਇਆ। ਡਾਕਟਰ ਦੇ ਮੈਂ ਗਈ ਆ ਤੇ ਉਹਨਾਂ ਨੇ ਰੈਫਰਲ ਕਰਤਾ। ਜਦੋਂ ਸਾਡੇ ਟਾਈਮ ਦੇ ਵਿੱਚ ਚਲੋ ਥੋੜੀ ਵੇਟਿੰਗ ਘੱਟ ਸੀਗੀ ਜੀ, ਤੇ ਉੱਥੋਂ ਸਨੀ ਹੈਲਥ ਤੋਂ ਹੋ ਗਿਆ। ਮੇਰੇ ਪੂਰੇ 2 ਸਾਲ ਮਤਲਬ ਸਮਝ ਸਕਦੇ ਹੋ ਕਿ ਡਿਪਰੈਸ਼ਨ 'ਚ ਗਏ ਆ, ਪਰ ਮੈਂ ਉਹਦੀ ਮੈਡੀਸਨ ਨਹੀਂ ਲਈ, ਕਿਉਂਕਿ ਮੈਂ ਆਪਣੇ ਨਾਲ ਹੀ ਪਹਿਲਾਂ ਰੋਈ ਬਹੁਤ ਆ ਮੈਂ ਇਸੇ ਚੀਜ਼ 'ਚ। ਮੈਂ ਵੀ ਜਿਸ ਤਰ੍ਹਾਂ ਕਹਿ ਸਕਦੀ ਹਾਂ, ਮੈਂ ਆਪਣੇ ਪਰਸਨਲੀ ਆਪਣੇ ਹਸਬੈਂਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਮੇਰੀ ਲਾਈਫ ਦੇ ਵਿੱਚ ਹੈ। ਉਹ ਪਰਸਨ ਮਤਲਬ ਜੇ ਮੈਂ ਇੱਥੇ ਬੈਠੀ ਹਾਂ ਉਹਨਾਂ ਦੀ ਬਦੌਲਤ। ਵੈਰੀ ਗੁੱਡ। ਹਾਂਜੀ, ਉਹ ਹਮੇਸ਼ਾ ਮੇਰੇ ਨਾਲ ਖੜੇ ਆ। ਪਰ ਮੈਂ ਹਰ ਇੱਕ ਆਪਣੇ ਘਰ ਦੇ ਮੈਂਬਰ ਨੂੰ ਸਮਝਾ ਨਹੀਂ ਸਕੀ ਇਹ ਚੀਜ਼ ਕਿ ਕੀ ਚੀਜ਼ ਹੈਗੀ ਆ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਹੁੰਦੇ ਆ ਨਾ, ਉਹਨਾਂ ਨੂੰ ਆਲਵੇਜ਼ ਇਹ ਹੁੰਦਾ ਕਿ ਹਾਂਜੀ ਬੱਚਾ ਲੇਟ ਲੱਗਦਾ ਬੋਲਣ, ਤੁਰਨ ਲੇਟ ਲੱਗਦਾ ਆ, ਕਮਜ਼ੋਰ ਹੈ, ਆਪਾਂ ਇਹਨਾਂ ਨੂੰ ਕੁਛ ਖਵਾਉਂਦੇ ਆ, ਦਵਾਈ ਲੈ ਲੈਂਦੇ ਆ। ਸੋ ਪਰ ਮੈਂ ਕਿਤੇ ਨਾ ਕਿਤੇ ਇਹ ਸ਼ੋਰ ਸੀਗੀ ਕਿ ਇਹਨੂੰ ਕੁਛ ਹੋਰ ਹੈਗਾ, ਬਿਮਾਰੀ ਨਹੀਂ ਹੈਗੀ। ਕਿਉਂਕਿ ਅਸੀਂ ਜੇ ਚੱਲਿਆ ਜਾਵੇ ਆਟਿਜ਼ਮ ਮੋਸਟਲੀ ਅੱਜ ਵੀ ਸਾਡੇ ਜਿਹੜੇ ਬਜ਼ੁਰਗ ਆ ਸਾਡੇ ਘਰਾਂ ਦੇ ਵਿੱਚ ਉਹ ਸੋਚਦੇ ਆ ਵੀ ਇਹ ਬਿਮਾਰੀ ਆ, ਇਹਨੂੰ ਦਵਾਈ ਦਵਾ ਲਓ। ਤੇ ਉਹੀ ਜਿਹੜਾ ਭਰਮ ਬੈਠ ਗਿਆ ਲੋਕਾਂ ਦੇ ਮਨਾਂ 'ਚ, ਕਿਉਂਕਿ ਅਸੀਂ ਸਫਰ ਕਰ ਰਹੇ ਹਾਂ ਉਸ ਚੀਜ਼ ਨੂੰ। ਤੇ ਸਾਨੂੰ ਉਸ ਚੀਜ਼ ਦੇ ਐਕਟ ਦੇ ਥਰੂ ਅਸੀਂ ਕਲਾਸਿਸ ਲਗਾਈਆਂ। ਪਹਿਲਾਂ ਅਸੀਂ ਆਪ ਆਟਿਜ਼ਮ ਨੂੰ ਸਮਝਿਆ ਤੇ ਫਿਰ ਅਸੀਂ ਅਪਲਾਈ ਕਰ ਸਕੇ ਆਪਣੇ ਬੱਚਿਆਂ ਤੇ ਬਹੁਤ ਜ਼ਿਆਦਾ ਸਫਰ ਕੀਤਾ। ਉਸ ਤੋਂ ਬਾਅਦ ਸਕੂਲ ਦੇ ਵਿੱਚੋਂ ਜਦੋਂ ਪਹਿਲੇ ਸਾਲ ਜਾਂਦੇ ਆ, ਪਹਿਲੇ 2-3 ਸਾਲ ਸਕੂਲ ਬਹੁਤ ਵਧੀਆ ਚੱਲਦੇ ਆ, ਬੱਚੇ ਛੋਟੇ ਹੁੰਦੇ ਆ। ਸੇਫਟੀ ਦਾ ਬੱਚਿਆਂ ਨੂੰ ਮੋਸਟਲੀ ਹੁੰਦਾ ਇਸ਼ੂ। ਸੇਫਟੀ ਦੇ ਵਿੱਚ ਬੱਚਿਆਂ ਨੂੰ ਚਲੋ ਪਹਿਲੇ 3 ਸਾਲ ਥੋੜੀ ਹੈਲਪ ਕਰਦਾ ਆ ਸਕੂਲ, ਫੁੱਲ ਟਾਈਮ ਦੇ ਦਿੰਦੇ ਆ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਆ ਉਹਨਾਂ ਦੀ ਸਾਰੀ ਹੈਲਪ ਖੋ ਲੈਂਦੇ ਆ। ਤੇ ਹੁਣ ਰਾਈਟ ਨਾਓ ਮੇਰਾ ਬੱਚਾ ਜਿਹੜਾ ਛੋਟਾ ਉਹ 10 ਸਾਲ ਦਾ ਗ੍ਰੇਡ 5 'ਚ ਆ ਤੇ ਵੱਡਾ ਬੇਟਾ ਮੇਰਾ ਹਾਈ ਸਕੂਲ 'ਚ ਜਾ ਰਿਹਾ ਗ੍ਰੇਡ 8 'ਚ ਜੀ। ਤੇ ਉਹ ਦੇਖ ਲੈਂਦੇ ਆ ਜੀ ਇਹ ਤੁਰਦਾ ਫਿਰਦਾ ਆ, ਠੀਕ ਹੈ, ਥੋੜਾ ਚੱਲ ਰਿਹਾ। ਉਹਨਾਂ ਨੂੰ ਪ੍ਰੋਪਰ ਰਾਈਟ ਨਹੀਂ ਦਿੱਤੇ ਜਾਂਦੇ ਹੈਗੇ। ਜਿਸ ਤਰ੍ਹਾਂ ਕਹਿੰਦੇ ਆ ਕਿ ਸਕੂਲ ਡਿਸਟ੍ਰਿਕਟ ਦੇ ਵਿੱਚੋਂ ਸਾਨੂੰ ਦਿੰਦੇ ਆ ਈਏ ਉਹ ਸ਼ੇਅਰ ਕਰਦੇ ਆ, ਤੇ ਜਿਹੜਾ ਬੱਚਾ ਜ਼ਿਆਦਾ ਹਾਈਪਰ ਆ ਉਹਨਾਂ
'ਚ ਮਤਲਬ ਜ਼ਿਆਦਾ ਟਾਈਮ ਹੁੰਦਾ, ਆਈ ਐਗਰੀ। ਪਰ ਜਿਹੜੇ ਹੁਣ ਮੈਂ ਆਪਣਾ ਪਰਸਨਲੀ ਐਕਸਪੀਰੀਅੰਸ ਦੱਸ ਰਹੀ ਹਾਂ, ਮੇਰੇ ਬੱਚੇ ਸ਼ਾਰਪ ਜਾ ਰਹੇ ਆ ਪੜ੍ਹਾਈ ਦੇ ਵਿੱਚ, ਪਰ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਆ ਕਿਉਂਕਿ ਉਹਨਾਂ ਦੀ ਹੈਲਪ ਪ੍ਰੋਪਰ ਹੋ ਨਹੀਂ ਰਹੀ ਹੈਗੀ। ਕਿਉਂਕਿ ਇੱਕ ਤਾਂ ਉਹ ਸੋਸ਼ਲਾਈਜ਼ ਨਹੀਂ ਹੁੰਦੇ, ਇੱਕ ਤਾਂ ਹੁੰਦਾ ਨਾ ਕਿ ਬੱਚਾ ਦੂਸਰੇ ਦੇ ਬੱਚੇ ਦੀ ਹੈਲਪ ਲੈ ਲੈਂਦਾ ਆ ਕਿ ਮੈਨੂੰ ਇੱਥੇ ਜ਼ਰੂਰਤ ਆ, ਪਰ ਉਹਨਾਂ ਨੇ ਆਪਣਾ ਦੱਸਣਾ ਨਹੀਂ ਹੈਗਾ, ਉਹ ਅਲੱਗ ਰਹਿ ਜਾਂਦੇ ਆ। ਜਿਸ ਤਰ੍ਹਾਂ ਨਰਿੰਦਰਜੀਤ ਨੇ ਕਿਹਾ ਆ ਕਿ ਉਹ ਪਿੱਛੇ ਅਲੱਗ ਇੱਕ ਕਾਰਨਰ 'ਚ ਬੈਠੇ ਆ। ਸੋ ਉੱਥੇ ਕਾਉਂਸਲਿੰਗ ਬਣਦੀ ਆ। ਸਕੂਲ ਦੇ ਵਿੱਚ ਇਹ ਸਿਖਾਉਣਾ ਚਾਹੀਦਾ ਕਿ ਇਹ ਬੱਚਿਆਂ ਨੂੰ ਕੋਈ ਬਿਮਾਰੀ ਨਹੀਂ ਹੈ, ਬਿਮਾਰੀ ਨਹੀਂ ਹੈ, ਆਟਿਜ਼ਮ ਬਿਮਾਰੀ ਨਹੀਂ, ਪਰ ਉਹਦੇ ਨਾਲ ਜਦੋਂ ਬੱਚਾ ਬੋਲਣ ਡਲੇ ਲੱਗਦਾ ਜਾਂ ਕੁਛ ਉਹਨੂੰ ਹੁੰਦਾ, ਉਹਦੇ ਨਾਲ ਉਹਨੂੰ ਐਂਜ਼ਾਈਟੀ ਹੁੰਦੀ ਆ। ਬਿਲਕੁਲ ਠੀਕ। ਆਟਿਜ਼ਮ ਆ ਇੱਕ ਸਾਡੀ ਸੁਸਾਇਟੀ ਦੇ ਵਿੱਚ ਪਾਗਲ ਸ਼ਬਦ ਨੂੰ ਬਹੁਤ ਪ੍ਰਾਇੋਰਟੀ ਦਿੱਤੀ ਆ ਕਿ ਲੋਕਾਂ ਲਈ ਕਹਿਣਾ ਬਹੁਤ ਸੌਖਾ। ਬਿਲਕੁਲ ਠੀਕ ਹੈ। ਇਹ ਸਿੱਧਰਾ ਆ, ਹਾਂ, ਇਹ ਪਾਗਲ ਸ਼ਬਦ ਨੇ, ਇਹ ਸ਼ਬਦ ਨੇ। ਹੁਣ ਜਿਹੜਾ ਬੱਚਾ ਅਸੀਂ ਇੱਥੇ ਕਹਿੰਦੇ ਆਟਿਜ਼ਮ ਆ, ਇੰਡੀਆ ਚਲੋ ਅਸੀਂ ਕਹਿ ਦਿੰਦੇ ਆ ਪਾਗਲ ਆ ਜਾਂ ਸਿੱਧਰਾ ਕਹਿ ਦਿੰਦੇ, ਉਹਦੀਆਂ ਇਮੋਸ਼ਨਸ ਨਹੀਂ ਹੈਗੀਆਂ, ਬਿਲਕੁਲ ਉਹਦੀਆਂ ਫੀਲਿੰਗਸ ਨਹੀਂ ਹੈਗੀਆਂ। ਉੱਪਰੋਂ ਉਹ ਬੱਚਾ ਤੁਹਾਨੂੰ ਲੱਗ ਰਿਹਾ ਕਿ ਕੁਛ ਬਿਹੇਵੀਅਰ ਆ, ਕੁਛ ਹੈ, ਇਟਸ ਓਕੇ, ਉਹਨੂੰ ਹੈ, ਪਰ ਉਹਦੇ ਅੰਦਰ ਤਾਂ ਇਮੋਸ਼ਨਸ ਹੈ ਨਾ। ਬਿਲਕੁਲ ਠੀਕ। ਉਹ ਕੋਈ ਰੋਬੋਟ ਤਾਂ ਹੈ ਨਹੀਂਗਾ ਕਿ ਤੁਸੀਂ ਉਹਨੂੰ ਈਜ਼ੀਲੀ ਕਹਿ ਚੱਲਿਓ ਵੀ ਇਹ ਬੱਚਾ ਮੈਂਟਲ ਆ। ਉਹ ਬੱਚੇ ਨੂੰ ਸੁਣਦਾ, ਸਮਝਦਾ ਉਸ ਚੀਜ਼ ਨੂੰ। ਉਹਨੂੰ ਤੁਸੀਂ ਦੇਖੋ ਵੀ ਉਹ ਬੱਚੇ ਤੇ ਕੀ ਗੁਜ਼ਰਦੀ ਹੋਊਗੀ, ਉਹ ਪੇਰੈਂਟਸ ਤੇ ਕੀ ਗੁਜ਼ਰਦੀ ਹੋਊਗੀ। ਜਿਹੜਾ ਇੱਕ ਤਾਂ ਘਰ ਦੇ ਵਿੱਚੋਂ ਇੰਨੀ ਫਰਸਟ੍ਰੇਸ਼ਨ ਆ, ਅਸੀਂ ਪਹਿਲਾਂ ਘਰਦਿਆਂ ਨੂੰ ਐਕਸਪਲੇਨ ਕਰੀਏ, ਆਪਣੇ ਬਜ਼ੁਰਗਾਂ ਨੂੰ ਐਕਸਪਲੇਨ ਕਰੀਏ। ਉਦੋਂ ਉੱਪਰ ਵੱਡਾ ਇਸ਼ੂ ਕੀ ਆ ਰਿਹਾ ਕਿ ਚਲੋ ਅਸੀਂ ਲੱਖੀਆਂ, ਅਸੀਂ ਇੱਥੇ ਬੈਠੇ ਹਾਂ ਆਪਣੇ ਹਸਬੈਂਡ ਦੀ ਸਪੋਰਟ ਨਾਲ। ਕਈ ਪੇਰੈਂਟਸ ਇਦਾਂ ਦੇ ਹੈਗੇ ਆ ਵੀਰ ਜੀ ਕਿ ਹਸਬੈਂਡ ਵੀ ਨਹੀਂ ਸਮਝ ਪਾ ਰਹੇ, ਔਰ ਪੇਰੈਂਟਸ ਵੀ ਨਹੀਂ ਸਮਝ ਪਾ ਰਹੇ। ਉਹ ਕੀ ਸੋਚਦੇ ਆ ਕਿ ਲੇਡੀ ਦਾ ਫਾਲਟ ਆ, ਹੈ ਨਾ, ਬਾਈ ਬਰਥ ਜਿਹੜੀ ਪ੍ਰੋਬਲਮ ਇਹਨੇ ਬੋਰਨ ਕੀਤਾ, ਇਹਦਾ ਹੀ ਫਾਲਟ ਆ। ਪਰ ਮੈਂ ਅਗੇਨ ਇੱਥੇ ਇਹੀ ਗੱਲ ਮੈਂਸ਼ਨ ਕਰਨੀ ਚਾਹੁੰਦੀ ਹਾਂ ਕਿ ਆਟਿਜ਼ਮ ਬਿਮਾਰੀ ਨਹੀਂ ਆ, ਨਾ ਕਿਸੇ ਦਾ ਹੀ ਫਾਲਟ ਆ। ਆਟਿਜ਼ਮ ਦੇ ਰਿਲੇਟਡ ਜਦੋਂ ਬੱਚਾ ਥੋੜਾ ਵੱਡਾ ਹੁੰਦਾ, ਜਦੋਂ ਇਹ ਸ਼ਬਦ, ਇਹ ਭੱਦਾਗਿਰੀ ਬੱਚੇ ਤੇ ਯੂਜ਼ ਕੀਤੀ ਜਾਂਦੀ ਆ, ਉਹਦੇ ਨਾਲ ਕੋਈ ਪਲੇ ਨਹੀਂ ਕਰਦਾ, ਉਹਨੂੰ ਐਂਜ਼ਾਈਟੀ ਹੁੰਦੀ ਆ। ਹੁਣ ਅਸੀਂ ਐਂਜ਼ਾਈਟੀ ਨੂੰ ਬਿਮਾਰੀ ਕਹਿ ਸਕਦੇ ਹਾਂ ਕਿਉਂਕਿ ਉਹਦੀ ਮੈਡੀਸਨ ਆ, ਉਹ ਤਾਂ ਸਾਰਿਆਂ ਨੂੰ ਹੋਈ ਹੈ, 70% ਆਟਿਜ਼ਮ ਦੀ ਮੈਡੀਸਨ ਨਹੀਂ ਹੈ। ਅਸੀਂ ਕਿਹਨੂੰ ਕਹੀਏ, ਜਦੋਂ ਮੈਂ ਆਪਣਾ ਐਕਸਪੀਰੀਅੰਸ ਦੱਸਦੀ ਹਾਂ, ਸੌਰੀ ਮੈਂ ਥੋੜਾ ਟਾਈਮ ਜ਼ਿਆਦਾ ਲੈ ਰਹੀ ਹਾਂ। ਮੈਂ 2 ਵੀਕਾਂ ਹੋ ਗਈਆਂ ਤੁਰੀ ਜਾ ਰਹੀ ਹਾਂ। ਮੇਰਾ ਬੱਚਾ ਮਤਲਬ ਹੁਣ ਇਕੱਲਾ ਜਾ ਸਕਦਾ ਆ, ਸਕੂਲ ਦੇ ਵਿੱਚ ਤੁਰਿਆ ਜਾ ਰਿਹਾ, ਕਾਫੀ ਦੂਰ ਤੱਕ ਚੱਲ ਗਿਆ। ਇੱਕ ਲੇਡੀ ਮੇਰੇ ਨਾਲ ਖੜ ਕੇ ਆਰਾਮ ਨਾਲ ਗੱਲਾਂ ਕਰਨ ਲੱਗ ਗਈ। ਮੈਨੂੰ ਉਹਨੇ ਇਹ ਗੱਲ ਕਹੀ, ਕਹਿੰਦੀ ਦੇਖੋ ਤੁਹਾਡੇ ਬੱਚੇ ਨੂੰ ਰੱਬ ਨੇ, ਨਾਲੇ ਰੱਬ ਮੈਂਸ਼ਨ ਕੀਤਾ ਕਿ ਹੱਥ ਪੈਰ ਦਿੱਤੇ ਆ, ਤੁਰਿਆ ਜਾ ਰਿਹਾ, ਪਰ ਰੱਬ ਨੇ ਦਿਮਾਗ ਨਹੀਂ ਦਿੱਤਾ ਇਹਨੂੰ। ਸੋਸਾਇਟੀ ਦਾ ਦੇਖੋ ਕਿੱਥੇ ਖੜੀ ਹੈ। ਮੈਂ ਮਾਂ ਆ, ਤੁਸੀਂ ਉਸ ਟਾਈਮ ਗੈਸ ਕਰ ਸਕਦੇ ਹੋ ਕਿ ਮੇਰੀ ਬੋਡੀ ਕਿਵੇਂ ਸ਼ਿਵਰ ਕਰ ਰਹੀ ਹੈ। ਬਿਲਕੁਲ ਠੀਕ। ਕੀ ਕਰ ਰਹੀ ਸੀ ਉਸ ਟਾਈਮ? ਮੇਰੇ ਬੱਚੇ ਕੋ ਦਿਮਾਗ ਨਹੀਂ ਹੈ, ਮੇਰੀ ਪ੍ਰੋਬਲਮ ਆ। ਮੈਂ ਉਹਨੂੰ ਜਨਮ ਦਿੱਤਾ, ਮੈਂ ਆਪਣੇ ਬੱਚੇ ਦੇ ਨਾਲ ਖੜੀ ਆ, ਕਰ ਰਹੇ ਹਾਂ। ਮੇਰੇ ਹਸਬੈਂਡ ਮੇਰੇ ਨਾਲ ਖੜੀ ਆ, ਮੈਂ ਖੜੀ ਆ। ਅਸੀਂ ਸੁਸਾਇਟੀ ਦਾ ਪਾਰਟ ਹੈਗੇ ਆ। ਅਸੀਂ ਸੁਸਾਇਟੀ 'ਚ ਜਾਣਾ ਚਾਹੁੰਦੇ ਹਾਂ। ਜਦੋਂ ਸਾਨੂੰ ਸੁਸਾਇਟੀ ਐਕਸੈਪਟ ਨਹੀਂ ਕਰ ਰਹੀ, ਤੁਸੀਂ ਈਜ਼ੀਲੀ ਵਰਡ 'ਚ ਕਿਸੇ ਨੂੰ ਕਹਿ ਦਿੰਦੇ ਹੋ ਜੀ ਇਹ ਤਾਂ ਇੱਦਾਂ ਆ। ਤੁਸੀਂ ਦਵਾਈ ਦਵਾ ਲਓ, ਤੁਸੀਂ ਦਵਾਈ ਦਵਾਓ ਇਸ ਬੱਚੇ ਨੂੰ, ਫਲਾਨਾ ਬਾਬਾ ਦੇ ਰਿਹਾ। ਹੁਣ ਜਦੋਂ ਅਗੇਨ ਅਸੀਂ ਬਾਰ-ਬਾਰ ਅਸੀਂ ਪੇਰੈਂਟਸ ਨੂੰ ਇਹੀ ਰਿਕੁਐਸਟ ਕਰਨੀ ਆ, ਇਸ ਆਨਲਾਈਨ ਸਾਡਾ ਔਨ 에ਅਰ ਆਉਣ ਦਾ ਮਕਸਦ ਹੀ ਇਹ ਆ ਕਿ ਪਲੀਜ਼ ਇਹਨੂੰ ਬਿਮਾਰੀ ਨਾ ਸਮਝੋ। ਕਿਸੇ ਪਾਰਕ 'ਚ ਜਾਂਦੇ ਆ, ਉੱਥੇ ਜਾ ਕੇ ਬੱਚਿਆਂ ਨੂੰ ਕਿਹਾ ਜਾਂਦਾ ਇੱਧਰ ਆ ਕੇ ਖੇਡ ਲਓ, ਕੀ ਉਹ ਬਿਮਾਰੀ ਆ? ਮੇਰਾ ਬਸ ਅੱਜ ਇਹੀ ਆ ਕਿ ਮੈਂ ਜੇ ਮੈਂ ਇੱਕ ਵੀ ਆਪਣੀ ਸੁਸਾਇਟੀ 'ਚ ਇੱਕ ਪਰਸਨ ਨੂੰ ਵੀ ਚੇਂਜ ਕਰ ਸਕੀ ਨਾ, ਕਿ ਪਲੀਜ਼ ਸਾਨੂੰ ਸਾਡੇ ਬੱਚਿਆਂ ਨੂੰ ਐਕਸੈਪਟ ਕਰੋ। ਅਗਰ ਨਹੀਂ ਕਰ ਸਕਦੇ ਇਟਸ ਓਕੇ, ਤੁਹਾਨੂੰ ਹਾਰਮ ਨਹੀਂ ਕਰ ਰਿਹਾ, ਉਹ ਤੁਹਾਨੂੰ ਕੀ ਕਹਿ ਰਿਹਾ, ਸਾਡਾ ਬੱਚਾ ਅਸੀਂ ਘਰੇ ਲੈ ਕੇ ਜਾਣਾ, ਸਾਡੀ ਗੱਡੀ 'ਚ ਜਾ ਰਿਹਾ। ਜੇ ਨਹੀਂ ਹੋ ਰਿਹਾ ਇਟਸ ਓਕੇ, ਕੋਈ ਗੱਲ ਨਹੀਂ। ਪ੍ਰਮਾਤਮਾ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ ਰਹੋ ਤੁਸੀਂ ਆਪਣੇ ਘਰ 'ਚ। ਅਸੀਂ ਤੁਹਾਡੀ ਲਾਈਫ 'ਚ ਇੰਟਰਫੇਅਰ ਨਹੀਂ ਕਰ ਰਹੇ, ਸਾਡੇ 'ਚ ਵੀ ਨਾ ਕਰੋ। ਅਸੀਂ ਆਪਣੇ ਬੱਚੇ ਆਪ ਸੰਭਾਲ ਰਹੇ ਹਾਂ। ਬਾਈ ਜੀ, ਸਕੂਲ ਦੇ ਵਿੱਚ ਜਿਹੜਾ ਹੁਣ ਬੱਚੇ ਜਾਂ ਵੱਡੇ ਹੋ ਜਾਂਦੇ ਆ, ਉਹਨਾਂ ਦੇ ਲਈ ਵੀ ਮਤਲਬ ਜੇ ਆਪਣੇ ਕੋਲ ਹੋਰ ਰਿਸੋਰਸਸ ਹੋਣ, ਹੋਰ ਕੀ ਵਧੀਆ ਹੋ ਸਕਦਾ ਜੀ? ਬਹੁਤ ਕੁਝ ਹੋ ਸਕਦਾ ਹੈ ਬਾਈ ਜੀ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨੀ ਜਿਹੜਾ ਟਾਕ ਸ਼ੋਅ ਕੀਤਾ ਸੀ ਪੋਰਟੇਬਲਸ ਦੇ ਕਰਕੇ, ਉਹਦੇ ਵਿੱਚ ਤੁਹਾਨੂੰ ਚੇਤੇ ਹੋਊਗਾ ਮੈਂ ਇੱਕ ਫਿਗਰ ਦਿੱਤੀ ਸੀਗੀ $4.8 ਮਿਲੀਅਨ ਦੀ
ਵੀ ਸਿਰਫ ਇਹਨਾਂ ਨੂੰ ਪੋਰਟੇਬਲਸ ਨੂੰ ਇਸ ਸਾਲ ਮੂਵ ਕਰਨ ਦੀ ਤੇ ਦੁਬਾਰਾ ਨਵੀਂ ਥਾਂ ਤੇ ਰੱਖ ਕੇ ਉਹਨਾਂ ਨੂੰ ਰੈਟਰੋਫਿਟ ਕਰਨ ਦੀ ਸਾਡੀ ਜਿਹੜੀ ਕਾਸਟ ਹੈ $4.8 ਮਿਲੀਅਨ ਹੈ, ਜਿਹੜੀ ਸਾਡੀ ਆਪਰੇਟਿੰਗ ਬਜਟ ਦੇ ਵਿੱਚੋਂ ਬਾਹਰ ਜਾ ਰਹੀ ਹੈ। ਜੇ ਸਾਨੂੰ ਉਹੀ ਮਿਨਿਸਟਰੀ ਵਾਧੂ ਫੰਡ ਕਰਦੇ ਹੋ, ਅਸੀਂ $4.8 ਮਿਲੀਅਨ ਵਾਧੂ ਐਜੂਕੇਸ਼ਨ ਅਸਿਸਟੈਂਟ ਹਾਇਰ ਕਰਨ ਨੂੰ ਵਰਤ ਸਕਦੇ ਹਾਂ। ਤੇ $4.8 ਮਿਲੀਅਨ ਨਾਲ ਤੁਸੀਂ ਆਪ ਹੀ ਸੋਚ ਸਕਦੇ ਵੀ ਕਿੰਨੇ ਵਾਧੂ ਐਜੂਕੇਸ਼ਨ ਅਸਿਸਟੈਂਟਸ ਅਸੀਂ ਹਾਇਰ ਕਰ ਸਕਦੇ ਇਸ ਡਿਸਟ੍ਰਿਕਟ ਦੇ ਵਿੱਚ। ਸੋ ਜੇ ਸਾਨੂੰ ਪ੍ਰੋਪਰ ਰਿਸੋਰਸਿਸ ਸੂਬਾ ਸਰਕਾਰ ਦਿੰਦੀ ਹੈ, ਜਾਂ ਜਿਹੜੇ ਸਾਨੂੰ ਰਿਸੋਰਸਿਸ ਦੀ ਲੰਬੇ ਸਮੇਂ ਤੋਂ ਅਸੀਂ ਡਿਮਾਂਡ ਕਰ ਰਹੇ ਹੈਗੇ ਆ, ਜੇ ਉਹ ਮਿਲ ਜਾਣ ਤਾਂ ਅਸੀਂ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਸਮਾਧਾਨ ਕਰ ਸਕਦੇ ਹਾਂ ਜੀ। ਨਰਿੰਦਰ ਜੀ, ਸਕੂਲ ਦੇ ਵਿੱਚ ਜਦ ਜਾਂਦਾ ਬੇਟਾ ਛੱਡ ਕੇ ਆਉਨੇ ਹੋ, ਉਹਦਾ ਦਿਨ ਫਿਰ ਕਿਵੇਂ ਦੂਜੇ ਬੱਚਿਆਂ ਨਾਲ ਉਹਨੂੰ ਅਲੱਗ ਕਿਵੇਂ ਉਹਦਾ ਦਿਨ ਹੁੰਦਾ, ਕੀ ਮੁਸ਼ਕਲ ਆਉਂਦੀ ਹੈ ਜੀ? ਪਹਿਲਾਂ ਤਾਂ ਐਕੈਡੈਮਿਕ ਹੀ ਟੋਟਲੀ ਉਹਦਾ ਅਲੱਗ ਡਿਫਰੈਂਟ ਆ। ਅੱਛਾ। ਕਿਉਂਕਿ ਇਹਦਾ ਲੈ ਕੇ ਤੁਸੀਂ ਆਪਣਾ ਮੈਂਟਲ ਲੈਵਲ ਕਾਫੀ ਲੋ ਆ, ਦੂਜੇ ਬੱਚੇ ਆਪਦੇ ਹਿਸਾਬ ਨਾਲ ਚੱਲਦੇ ਆ, ਇਹਦਾ ਆਪਣਾ ਅਲੱਗ ਐਜੂਕੇਸ਼ਨ ਦਾ ਪਲਾਨ ਬਣਿਆ, ਉਹਦੇ ਹਿਸਾਬ ਨਾਲ ਚੱਲਦਾ। ਸਿਟੀ ਆਫ ਸਰੀ ਸਕੂਲ ਡਿਸਟ੍ਰਿਕਟ ਚੋਂ EA ਮਿਲਦੀ ਆ ਜਿਹੜੀ ਬੱਚੇ ਦੇ ਨਾਲ ਕੰਮ ਕਰਦੀ ਆ। ਬਟ ਮੇਰੀ ਇਹ ਰਿਕੁਐਸਟ ਆ ਸਕੂਲ ਡਿਸਟ੍ਰਿਕਟ ਦੇ ਵਿੱਚ, ਜਦੋਂ ਲਾਈਕ ਐਜੂਕੇਸ਼ਨ ਦਾ ਪਲਾਨ ਬਣਦਾ ਸਾਡਾ, ਉਦੋਂ IST ਟੀਚਰ ਹੁੰਦੀ ਆ, ਸਕੂਲ ਦੀ ਟੀਚਰ ਹੁੰਦੀ ਆ, EA ਹੁੰਦੀ ਆ, ਅਸੀਂ ਬੈਠਦੇ ਆ, ਜਿਹੜੇ ਸਾਡੇ ਥੈਰੇਪਿਸਟ ਅਸੀਂ ਹਾਇਰ ਕੀਤੇ ਹੁੰਦੇ ਆ ਉਹ ਬੈਠਦੇ ਆ, ਤੇ ਅਸੀਂ ਬੈਠ ਕੇ ਬੱਚੇ ਦਾ ਪੂਰਾ ਜਿਹੜਾ ਪਲਾਨ ਬਣਾਉਣੇ ਆ। ਉਹ ਸਾਲ ਦੇ ਵਿੱਚ ਇੱਕੋ ਵਾਰੀ ਬਣਦਾ ਜਦੋਂ ਸਕੂਲ ਸਟਾਰਟ ਹੁੰਦਾ। ਠੀਕ ਹੈ ਜੀ। ਉਦੋਂ ਬਾਅਦ ਉਹਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ, ਉਹ ਸਾਰਾ ਸਾਲ ਉਦਾਂ ਹੀ ਚੱਲਦਾ। ਅਸੀਂ ਇਹ ਚਾਹੁੰਦੇ ਆ ਕਿ ਕਮ ਸੇ ਕਮ ਸਾਲ ਦੇ ਵਿੱਚ 2 ਵਾਰੀ ਉਸ ਪਲਾਨ ਨੂੰ ਰਿਵਿਊ ਕੀਤਾ ਜਾਵੇ, ਫਿਰ ਕੰਸਲਟ ਹੋਵੇ ਕਿ ਹੋਣ ਕਿ ਉਹਦੇ ਜਿਹੜੀਆਂ ਚੀਜ਼ਾਂ ਆਪਾਂ ਉਦੋਂ ਡਿਸਾਈਡ ਕੀਤੀਆਂ ਉਹਨਾਂ ਦੇ ਵਿੱਚੋਂ ਕਿਸੇ ਚੀਜ਼ ਤੇ ਕੰਮ ਹੋਇਆ, ਜੇ ਹੋ ਗਿਆ ਉਹ ਚੀਜ਼ ਡਨ ਹੋ ਗਈ, ਕੁਝ ਨਵਾਂ ਐਡ ਕਰ ਦੇਣਾ। ਅੱਛਾ, ਬੱਚੇ ਨੂੰ ਵੇਖ ਕੇ ਜਾਂ ਸੁਸਾਇਟੀ ਜਾਂ ਹੋਰ ਜਵਾਕ ਮੁਲਾਂਕਣ ਕਰਦੇ ਨੇ, ਉਹ ਵੇਖਣ ਨੂੰ ਤਾਂ ਉਹਨਾਂ ਦਾ ਪਤਾ ਨਹੀਂ ਲੱਗਦਾ ਉਸ ਤਰ੍ਹਾਂ ਦੇ ਬੱਚੇ ਨੇ ਜਿਸ ਤਰ੍ਹਾਂ ਬਾਕੀ ਬੱਚੇ ਨੇ। ਦੇਖਣ ਤੋਂ ਨਹੀਂ ਪਤਾ ਲੱਗਦਾ, ਜਿਹੜਾ ਸਾਡੇ ਬੱਚੇ ਦਾ ਦੂਜਾ ਬਿਹੇਵੀਅਰ ਆ ਉਹਨੂੰ ਦੂਜੀ ਸੁਸਾਇਟੀ ਤੋਂ ਵੱਖਰਾ ਕਰ ਦਿੰਦਾ। ਹੁਣ ਸਮਟਾਈਮ ਅਸੀਂ ਜਦੋਂ ਆਪਣੇ ਘਰੇ ਕੋਈ ਕਾਰਡ ਆਉਂਦਾ, ਜਿਵੇਂ ਜਾਂ ਫੰਕਸ਼ਨ ਦਾ ਕਾਰਡ ਆ ਜਾਂਦਾ, ਆਪਾਂ ਨੂੰ ਚਾਅ ਚੜ ਜਾਂਦਾ ਵਿਆਹ ਤੇ ਜਾਣਾ, ਸਾਨੂੰ ਸੋਗ ਪੈ ਜਾਂਦਾ ਕਿ ਸਾਨੂੰ ਜਾਣਾ ਪੈਣਾ, ਕਿਵੇਂ ਕਰਾਂਗੇ, ਨਾ ਤਾਂ ਅਸੀਂ ਉਹਨੂੰ ਨਾਲ ਲੈ ਕੇ ਜਾ ਸਕਦੇ ਹਾਂ, ਨਾ ਅਸੀਂ ਉਹਨੂੰ ਕਿਤੇ ਛੱਡ ਕੇ ਜਾ ਸਕਦੇ ਹਾਂ। ਆਮ ਤੌਰ ਤੇ ਜਿਹੜੇ ਆਪਣੇ ਜਿਵੇਂ ਪੇਰੈਂਟਸ ਹੁੰਦੇ ਆ, ਦੂਜੇ ਨੂੰ ਕਾਲ ਕਰਤੀ ਸਾਡੇ ਬੱਚੇ ਨੂੰ ਚੱਕ ਲਿਓ, ਅਸੀਂ ਇਹ ਚੀਜ਼ ਨਹੀਂ ਕਰ ਸਕਦੇ, ਹੈਵ ਟੂ ਸਾਨੂੰ ਹੀ ਚੱਕਣਾ ਪੈਣਾ। ਅਸੀਂ ਲਾਸਟ ਵੀਕ ਗਏ ਸੀ ਵਿਆਹ ਤੇ, ਮੈਂ ਇਨਸੀਡੈਂਟ ਹੀ ਸ਼ੇਅਰ ਕਰਦੀ ਹਾਂ, ਕਿਸੇ ਦੀ ਮੈਰਿਜ ਤੇ ਗਏ ਸੀ, ਮੈਂ ਤੇ ਮੇਰਾ ਹਸਬੈਂਡ ਦੋਨੇ ਆਪਣੇ ਬੇਟੇ ਨੂੰ ਲੈ ਕੇ। ਸਾਰੇ ਲੋਕਾਂ ਨੇ ਆਪਣਾ ਖਾਧਾ ਪੀਤਾ ਉੱਪਰ ਗੁਰਦੁਆਰਾ ਸਾਹਿਬ 'ਚ ਜਾ ਕੇ, ਅਸੀਂ ਦੋਨੋਂ ਜਾਣੇ ਉਹਨੂੰ ਲੈ ਕੇ ਗੁਰਦੁਆਰੇ ਤੋਂ ਦੂਜਾ ਬਾਹਰ ਬੈਠੇ ਰਹੇ 3 ਘੰਟੇ। ਸਾਨੂੰ ਇਹ ਲੱਗਦਾ ਕਿ ਅਸੀਂ ਇਸ ਸੁਸਾਇਟੀ ਦੇ ਨਾਲ ਬਿਲੋਂਗ ਹੀ ਨਹੀਂ ਕਰਦੇ। ਜੀ ਇਹ ਬਹੁਤ ਹਾਰਡ ਹੈ ਜੀ। ਮੈਂ ਐਕਚੁਅਲੀ ਇਹ ਦੋਨਾਂ ਹੀ ਮਾਵਾਂ ਦਾ ਧੰਨਵਾਦ ਕਰਦਾ ਦਿਲੋਂ, ਬਹੁਤ ਵੱਡਾ ਜਿਗਰਾ, ਬਹੁਤ ਵੱਡਾ ਇਹ ਕਿਉਂਕਿ ਜੋ ਵੈਰੀ ਹਾਰਡ ਬਾਈ ਜੀ, ਗੱਲ ਕਰਨੀ ਔਖੀ ਹੈ, ਗੱਲ ਕਰਨੀ ਦੇ ਵਿੱਚ ਤੁਸੀਂ ਇਹਦੇ ਵਿੱਚ ਦੀ ਗੁਜ਼ਰ ਰਹੇ ਹੋ। ਹਾਂਜੀ ਹਾਂਜੀ, ਇਟਸ ਨਾਟ ਸਿੰਪਲ ਜੀ। ਤੇ ਮੈਂ ਇਹਨਾਂ ਨੂੰ ਮਿਲਿਆ ਜੀ ਪਰਸਨਲੀ। ਦੀਪ ਤੱਗੜ ਸਾਡੇ ਬਹੁਤ ਮੇਰੇ ਖਾਸ ਮਿੱਤਰ ਹੈਗੇ ਆ, ਉਹ ਵੀ ਇਹਨਾਂ ਦੇ ਨਾਲ ਸੀਗੇ, ਉਹਨਾਂ ਦਾ ਬੇਟਾ ਵੀ ਜਿਹੜਾ ਉਹ ਸਪੈਸ਼ਲ ਨੀਡਸ ਹੈਗਾ। ਸਾਡੀ ਕਾਫੀ ਲੰਬੀ ਜਿਹੜੀ ਮੀਟਿੰਗ ਹੋਈ, ਉਹਦੇ ਵਿੱਚ ਇਹਨਾਂ ਨੇ ਸਾਰੇ ਜਿਹੜੇ ਆਪਦੇ ਮੁੱਦੇ ਉਹ ਦੱਸੇ ਜੀ, ਵੀ ਆਹ ਸਾਡੇ ਮੁੱਦੇ ਆ। ਉਹ ਮੈਂ ਡਿਸਟ੍ਰਿਕਟ ਤੱਕ ਲੈ ਕੇ ਗਿਆ ਜੀ। ਜਿਹੜਾ ਸਾਡੇ ਸ਼ੌਨਾ ਰੌਸ ਹੈਗੇ ਆ, ਸਾਡੇ ਜਿਹੜੇ ਅਸਿਸਟੈਂਟ ਸੁਪਰੀਡੈਂਡੈਂਟ ਹੈਗੇ ਆ, ਜਿਹੜੇ ਇਸ ਡਿਪਾਰਟਮੈਂਟ ਦੇਖ ਰੇਖ ਉਹਨਾਂ ਅੰਦਰ ਚੱਲ ਰਿਹਾ, ਨਾਲ ਉਹਨਾਂ ਦੇ ਕੇਟ ਜਿਹੜੀ ਇਸ ਡਿਪਾਰਟਮੈਂਟ ਦੀ ਡਾਇਰੈਕਟਰ ਹੈਗੀ। ਸੋ ਉਹਨਾਂ ਨਾਲ ਮੇਰੀ ਕਾਫੀ ਡਿਟੇਲ ਦੇ ਵਿੱਚ ਸਾਰੇ ਮੈਂ ਪੁਆਇੰਟ ਇਹਨਾਂ ਤੋਂ ਨੋਟ ਕੀਤੇ, ਉਹਨਾਂ ਨਾਲ ਡਿਸਕਸ ਕੀਤੇ, ਔਰ ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਨਾਂ ਉੱਤੇ ਕੰਮ ਕਰਾਂਗੇ। ਜਿਹੜੀਆਂ ਮੰਗਾਂ ਇਹਨਾਂ ਦੀਆਂ ਹੈਗੀਆਂ, ਅਗੇਨ ਸਾਡੇ ਹੱਥ ਉੱਥੇ ਜਾ ਕੇ ਬੰਨੇ ਜਾਂਦੇ ਜਿੱਥੇ ਫੰਡਿੰਗ ਦੀ ਗੱਲ ਆਉਂਦੀ ਹੈ, ਕਿਉਂਕਿ ਫੰਡਿੰਗ ਦਾ ਜਿਹੜਾ ਸਾਡਾ ਕੋਈ ਵੀ ਇਹੋ ਜਿਹੀ ਇਨਕਮ ਸੋਰਸ ਨਹੀਂ ਹੈਗੀ ਡਿਸਟ੍ਰਿਕਟ ਕੋਲੇ ਵੀ ਅਸੀਂ ਆਪਦੀ ਇਨਕਮ ਜਨਰੇਟ ਕਰਕੇ ਤੇ ਉੱਥੇ ਸਪੈਂਡ ਕਰ ਦਈਏ। ਸਾਨੂੰ ਫੰਡਿੰਗ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਆਣੀ ਹੈ, ਜਿੰਨੀ ਆਊਗੀ ਉਸੇ ਹਿਸਾਬ ਨਾਲ ਹੀ ਅਸੀਂ ਖਰਚਾ ਕਰ ਸਕਦੇ ਹਾਂ। ਸੋ ਜੇ ਫੰਡਿੰਗ ਸਾਡੇ ਕੋਲੇ ਪ੍ਰੋਪਰ ਹੋਵੇ ਤਾਂ ਅਸੀਂ ਬਹੁਤ ਸਾਰੇ ਕੰਮ ਹੈ ਜਿਹੜੇ ਹੋਰ ਕਰਨੇ ਚਾਹੁੰਦੇ ਹਾਂ, ਪਰ ਉਹ ਫੰਡਿੰਗ ਦੀ ਘਾਟ ਕਰਕੇ ਨਹੀਂ ਹੋ ਸਕਦੇ। ਮਿਨਿਸਟਰੀ ਇਹਨਾਂ ਬੱਚਿਆਂ ਲਈ ਅਲੱਗ ਹੈ ਜਾਂ ਇਹ ਸਕੂਲ ਐਜੂਕੇਸ਼ਨ ਦੇ ਥੱਲੇ? ਐਜੂਕੇਸ਼ਨ ਮਿਨਿਸਟਰੀ ਅੰਡਰ ਹੀ ਆਉਂਦੇ ਹੈਗੇ ਜੀ। ਪਰ ਮੈਡੀਕਲ ਜਿਹੜੇ ਇਸ਼ੂਜ਼ ਨੇ ਉਹਦੇ ਲਈ
ਇਹ ਹੈਲਥ ਦੇ ਥੱਲੇ ਨਹੀਂ ਆਉਂਦੀ? ਹੈਲਥ ਦੇ ਡਿਪਾਰਟਮੈਂਟ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਜੀ, ਮੈਂ ਸਮਝਦਾ, ਕਿਉਂਕਿ ਜਿਸ ਤਰ੍ਹਾਂ ਬੱਚਿਆਂ ਦੀ ਅਸੈਸਮੈਂਟ ਦੀ ਗੱਲ ਕਰ ਰਹੇ ਆ ਇਹ, ਉਹਦੇ ਵਿੱਚ ਜਿਹੜਾ ਹੈਲਥ ਡਿਪਾਰਟਮੈਂਟ ਦਾ ਵੀ ਜਿਹੜਾ 2.5 ਯੋਗਦਾਨ ਸਾਲ ਹੈਗਾ। ਬਾਈ ਜੀ 2.5 ਸਾਲ ਬੱਚਾ ਕਿਵੇਂ, ਨਾ ਬੱਚਾ ਨਾਰਮਲ ਤੁਸੀਂ ਗਿਣ ਸਕਦੇ ਹੋ, ਨਾ ਉਸ ਨੂੰ ਇਹ ਸਪੈਸ਼ਲ ਨੀਡ ਚ ਲੈ ਸਕਦੇ ਹੋ। 2.5 ਸਾਲ ਦੀ ਤਾਂ ਵੇਟ ਬਹੁਤ ਵੱਡੀ, ਬਹੁਤ ਜ਼ਿਆਦਾ ਵੱਡੀ ਲੰਬੀ ਵੇਟ ਹੈ ਜੀ। ਹਾਂਜੀ, ਸੋ ਮਿਨਿਸਟਰੀ ਆਫ ਹੈਲਥ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਸੁਧਾਰ ਹੋਣ ਦੀ ਲੋੜ ਹੈ, ਤਾਂ ਕਿ ਜਿਹੜੀ ਬੱਚਿਆਂ ਦੀ ਅਰਲੀ ਅਸੈਸਮੈਂਟ ਹੋਵੇ, ਤੇ ਕਿਉਂਕਿ ਅਰਲੀ ਅਸੈਸਮੈਂਟ ਦੇ ਵਿੱਚ ਹੋ ਸਕਦਾ ਅਰਲੀ ਇੰਟਰਵੀਨ ਵੀ ਹੋ ਸਕਦੀ ਆ ਉਹਨਾਂ ਦੇ। ਹੋ ਸਕਦਾ ਵੀ ਤੁਸੀਂ ਜੇ ਅਰਲੀ ਬੱਚਿਆਂ ਦੀ ਜੋ ਵੀ ਉਹਨਾਂ ਦੀ ਕਾਉਂਸਲਿੰਗ ਹੈਗੀ ਆ ਜੀ, ਉਹ ਅਰਲੀ ਸਟਾਰਟ ਕੀਤੀ ਜਾਵੇ ਤਾਂ ਉਹਦੇ ਡਿਵੈਲਪਮੈਂਟ ਦੇ ਵਿੱਚ ਵੀ ਕਾਫੀ ਉਹਦਾ ਯੋਗਦਾਨ ਹੋ ਸਕਦਾ, ਸੁਧਾਰ ਜਲਦੀ ਹੋ ਸਕਦਾ ਬੱਚੇ ਦੀ ਜਿਹੜੀ ਡਿਵੈਲਪਮੈਂਟ ਦੇ ਵਿੱਚ। ਥੈਰੇਪਿਸਟ ਕਿੰਨੀ ਕੁ ਮਦਦ ਕਰਦੇ ਆ ਜੀ? ਥੈਰੇਪਿਸਟ ਜੀ ਬਹੁਤ ਜ਼ਿਆਦਾ ਚਾਰਜ ਕਰਦੇ ਆ। ਉਹਨਾਂ ਦੇ ਚਾਰਜ ਦੂਜਾ 160 ਤੋਂ ਸਟਾਰਟ ਹੋ ਕੇ 160 ਪਰ ਆਵਰ $220 ਪਰ ਆਵਰ ਤੇ ਚਾਰਜ ਕਰਦੇ ਆ। ਹੁਣ ਜਿਹੜਾ ਸਾਨੂੰ $6000 ਮਿਲਦਾ, ਉਹਦੇ ਨਾਲ ਸਾਡਾ 1 ਮਹੀਨਾ ਵੀ ਨਹੀਂ ਲੰਘਦਾ। ਹੁਣ ਸਮਰ ਦੀਆਂ ਛੁੱਟੀਆਂ ਆਉਣੀਆਂ, ਸਾਡੇ ਬੱਚੇ ਸਕੈਜੂਅਲ ਨੂੰ ਬਹੁਤ ਫੋਲੋ ਕਰਦੇ ਆ। ਜਦੋਂ ਸਮਰ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਾਂਦੇ ਆ, 1 ਮਹੀਨਾ ਮਤਲਬ ਸਾਨੂੰ ਨਾਲ ਸਕੂਲ ਦੇ ਨਾਲ ਚੱਲਣਾ ਪੈਂਦਾ। ਕਾਲ ਆ, ਇੱਕ ਸਕੂਲ ਡਿਸਟ੍ਰਿਕਟ ਦੀ ਇਹ ਪ੍ਰੋਬਲਮ ਆ, ਸਮ ਟਾਈਮ ਹੈਪਨ ਹੁੰਦਾ ਬੱਚੇ ਦਾ ਜੇ ਦੂਜਾ ਬਿਹੇਵੀਅਰ ਅਪ ਹੋ ਗਿਆ ਸਕੂਲ ਦੇ ਵਿੱਚ, ਅਗਰੈਸਿਵ ਹੋ ਗਿਆ, ਕਿਸੇ ਨੂੰ ਹਿੱਟ ਕਰਤਾ ਜਾਂ ਕੁਝ ਵੀ ਹੈ, ਉਹ ਦੂਜਾ ਆਪਣੇ ਪੇਰੈਂਟਸ ਨੂੰ ਕਾਲ ਕਰਦੇ ਆ ਕਿ ਆ ਕੇ ਆਪਣੇ ਬੱਚੇ ਨੂੰ ਲੈ ਜਾਓ। ਜਦੋਂ ਜਿਹੜੇ ਤੇ ਐਕਸਪੀਰੀਅੰਸ ਬੰਦੇ ਆ ਜਿਨ੍ਹਾਂ ਨੇ ਇਸ ਟੀਮ ਦੀ ਪੜ੍ਹਾਈ ਕੀਤੀ ਆ, ਉਹ ਨਹੀਂ ਇਹ ਬੱਚੇ ਨੂੰ ਸਾਂਭ ਸਕਦੇ। ਅਸੀਂ ਉਹ ਬੱਚੇ ਨੂੰ ਘਰੇ ਕਿਵੇਂ ਸਾਂਭ ਸਕਦੇ? ਫੋਨ ਆ ਜਾਂਦਾ ਜੀ। ਹਾਂਜੀ, ਫੋਨ ਆ ਜਾਂਦਾ। ਕਈ ਵਾਰੀ ਤਾਂ ਸਮ ਟਾਈਮ ਤਾਂ ਇਦਾਂ ਹੁੰਦਾ ਕਿ ਅਸੀਂ ਕਿਤੇ ਕੰਮ ਨਹੀਂ ਕਰ ਸਕਦੇ, 8 ਘੰਟੇ ਜੌਬ ਨਹੀਂ ਕਰ ਸਕਦੇ, ਸਾਨੂੰ ਨਹੀਂ ਪਤਾ ਕਦੋਂ ਸਾਨੂੰ ਕਾਲ ਆ ਜਾਣੀ ਕਿ ਬੱਚੇ ਨੂੰ ਚੱਕ ਕੇ ਲੈ ਜਾਓ। ਇੱਕ ਮੈਂਬਰ ਨੂੰ ਘਰੇ ਰਹਿਣਾ ਪੈਣਾ ਹਰ ਵਕਤ, ਤੇ ਇੱਕ ਮੈਂਬਰ ਕੰਮ ਕਰਕੇ ਸਰਵਾਈਵ ਨਹੀਂ ਕਰ ਸਕਦਾ। ਹਰਪਾਲ ਜੀ ਕੁਝ ਹੋਰ ਸ਼ੇਅਰ ਕਰਨਾ ਚਾਹੁੰਦੇ ਹੋ ਪਲੀਜ਼? ਮੈਨੂੰ ਹਾਂਜੀ, ਪਤਾ ਹਾਰਡ ਹੈ, ਪਲੀਜ਼ ਹਾਂਜੀ ਤਕੜੇ ਰਹਿਣਾ। ਹਾਂਜੀ ਵੀਰ ਜੀ, ਇੱਕ ਹੋਰ ਪ੍ਰੋਬਲਮ ਪੈ ਰਹੀ ਹੈ ਕਿਉਂਕਿ ਨਾ ਅਸੀਂ ਰੀਚ ਵੰਨਿਓ ਮਤਲਬ ਇੱਕ ਪਿੰਦੀ ਮਾਨ ਕੰਮ ਕਰਦੇ ਆ। ਅਸੀਂ ਉਹਨਾਂ ਦਾ ਪਰਸਨਲ ਥੈਂਕ ਯੂ ਵੀ ਕਹਿੰਦੇ ਆ ਕਿ ਉਹ ਵਿਚਾਰੇ ਨੇ ਸਾਡੇ ਲਈ ਇੱਕ ਗਰੁੱਪ ਬਣਾਇਆ ਹੋਇਆ। ਅਸੀਂ ਉਹਦੇ ਵਿੱਚ 80 ਪੇਰੈਂਟਸ ਆ। ਅੱਛਾ, ਤੇ ਉਹ ਇੱਕ ਸਾਡੀ ਫੈਮਿਲੀ ਆ, ਇੱਕ ਉਹੀ ਸਾਡਾ ਹੀ ਫੈਮਿਲੀ ਆ ਕਿ ਜਿਹਨੂੰ ਅਸੀਂ ਸੁਣ ਸਕਦੇ ਆ, ਉਹ ਸਾਨੂੰ ਕਹਿ ਸਕਦੇ ਆ। ਬਿਲਕੁਲ। ਤੇ ਹੁਣ ਜਿਵੇਂ ਆਟਿਜ਼ਮ ਦੇ ਨਾਲ ਅਸੀਂ ਦੂਸਰੇ ਜਿਹੜੇ ਡਾਇਗਨੋਜ਼ ਆ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਹੈਗੇ। ਉਹਦੇ ਵਿੱਚੋਂ ਜਿਸ ਤਰ੍ਹਾਂ ਲਰਨਿੰਗ ਡਿਸੇਬਿਲਿਟੀ, ਮਲਟੀਪਲ ਡਿਸਆਰਡਰ ਆ ਜਾਂਦੇ ਆ, ਤੇ ਕਈ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ, ਤੇ ਮੈਂ ਉਹਨਾਂ ਨੂੰ ਕਿੱਦਾਂ ਐਕਸਪਲੇਨ ਕਰਾਂ ਕਿ ਮੈਂ ਆਪਣੀ ਪੇਨ ਦੱਸ ਸਕਦੀ, ਮੈਂ ਉਹਨਾਂ ਦੀ ਪੇਨ ਨਹੀਂ ਦੱਸ ਸਕਦੀ। ਸੋ ਉਹਨਾਂ ਨੂੰ ਵੀ ਜ਼ਿਆਦਾ ਹਾਰਡ ਹੈ ਇਸ ਚੀਜ਼ ਦੇ ਵਿੱਚ, ਕਿਉਂਕਿ ਉਹਨਾਂ ਕੋਲ ਫੰਡਿੰਗ ਹੈ ਨਹੀਂ ਕੋਈ ਵੀ, ਤੇ ਆਪਣੇ ਕੋਈ ਵੀ ਇੱਦਾਂ ਨਾ ਥੈਰੇਪੀ ਕਰਵਾ ਸਕਦੇ ਆ। ਸਕੂਲ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਆ। ਸੋ ਉਹਨਾਂ ਲਈ ਵੀ ਮੈਂ ਰਿਕੁਐਸਟ ਕਰਦੀ ਹਾਂ ਜੇ ਕਿਤੇ ਨਾ ਕਿਤੇ ਉਹਨਾਂ ਨੂੰ ਫੰਡਿੰਗ ਅਰੇਂਜ ਹੋ ਸਕੇ ਤਾਂ ਜੋ ਆਪਣੀ ਪ੍ਰੋਪਰਲੀ ਥੈਰੇਪੀਜ਼ ਲੈ ਸਕਣ, ਕਿਉਂਕਿ ਉਹਨਾਂ ਲਈ ਜ਼ਿਆਦਾ ਹਾਰਡ ਆ। ਇੱਕ ਤਾਂ ਡਾਇਗਨੋਜ਼ ਇੱਦਾਂ ਦੇ ਆ, ਪਤਾ ਨਹੀਂ ਹੁਣ ਇੱਥੋਂ ਦੀ ਗਵਰਨਮੈਂਟ ਨੇ ਕਿਉਂ ਇੱਦਾਂ ਕੀਤਾ ਹੋਇਆ ਆ ਕਿ ਉਹਨਾਂ ਨੂੰ ਫੰਡਿੰਗ ਮਿਲ ਨਹੀਂ ਰਹੀ ਹੈਗੀ। ਅੱਛਾ, ਜਿੱਥੇ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ ਲੋਕਾਂ ਨੂੰ ਸਾਖਰਤਾ ਦੀ ਅਵੇਅਰਨੈਸ ਦੇ ਲਈ, ਸਾਡਾ ਕੀ ਰੋਲ ਹੋ ਸਕਦਾ? ਬੀਇੰਗ ਏ ਰੇਡੀਓ ਬ੍ਰੌਡਕਾਸਟਰ, ਮੈਂ ਕੀ ਕਰ ਸਕਦਾ ਤੁਹਾਡਾ ਇਹ ਰੋਲ ਹੋ ਸਕਦਾ ਮੇਨ ਕਿ ਤੁਸੀਂ ਥੋੜੇ ਟਾਈਮ ਬਾਅਦ ਨਾ ਇੱਕ ਅਵੇਅਰਨੈਸ ਕਰ ਸਕਦੇ ਹੋ, ਤਾਂ ਜੋ ਕਿਉਂਕਿ ਅਸੀਂ ਕਿਸੇ ਵੀ ਚੀਜ਼ ਨੂੰ ਲਰਨ ਕਰਨਾ ਹੋਵੇ ਇੱਕ ਵਾਰੀ ਨਾਲ ਨਹੀਂ ਹੋ ਸਕਦਾ, ਸਾਨੂੰ ਉਹਨੂੰ ਰਿਪੀਟ ਕਰਨਾ ਪੈਣਾ। ਤੇ ਮੋਸਟਲੀ ਸਾਨੂੰ ਪੇਰੈਂਟਸ ਤੋਂ, ਜੇ ਅਸੀਂ ਸੁਸਾਇਟੀ 'ਚ ਸਿੱਧਾ ਜਾਂਦੇ ਹਾਂ ਕਿ ਸੁਸਾਇਟੀ ਸਾਨੂੰ ਐਕਸੈਪਟ ਕਰੇ, ਇਹ ਨਹੀਂ ਹੋ ਸਕਦਾ। ਸਟਾਰਟ ਅਸੀਂ ਆਪਣੇ ਘਰ ਤੋਂ ਕਰਨਾ ਚਾਹਾਂਗੇ ਜੀ। ਸਾਡੇ ਜਿਸ ਤਰ੍ਹਾਂ ਜਦੋਂ ਬੱਚੇ ਦਾ ਡਾਇਗਨੋਸ ਹੁੰਦਾ, ਸਭ ਤੋਂ ਪਹਿਲਾਂ ਕਿਸੇ ਦਾ ਫਾਲਟ ਨਾ ਕਰਨਾ ਜੀ। ਬਿਲਕੁਲ, ਨਾ ਮਾਂ ਦਾ ਨਾ ਪਿਓ ਦਾ, ਕਿਸੇ ਦਾ ਵੀ, ਕਿਉਂਕਿ ਇਹ ਫਾਲਟ ਹੈ ਨਹੀਂ। ਜੇ ਪ੍ਰਮਾਤਮਾ ਨੂੰ ਅਸੀਂ ਮੰਨਦੇ ਆ ਨਾ, ਤੇ ਉਹਦੀ ਦਿੱਤੀ ਹੋਈ ਦਾਤ ਖੁਸ਼ੀ ਐਕਸੈਪਟ ਕਰ ਲਓ, ਹੈ ਨਾ। ਨਾ ਹੀ ਇਹ ਸਾਡੇ ਕੋਈ ਕਰਮਾਂ ਦੀ ਸਜ਼ਾ, ਕਿਉਂਕਿ ਸਾਨੂੰ ਮੋਸਟਲੀ ਸੁਣਨਾ ਪੈ ਰਿਹਾ ਕਿ ਅੱਛਾ ਇਹ ਤੁਹਾਡੇ ਕਰਮਾਂ ਦੀ ਸਜ਼ਾ ਆ, ਤੁਸੀਂ ਇਦਾਂ ਦੇ ਕਰਮ ਕੀਤੇ ਹੋਣਗੇ। ਓਕੇ, ਮੰਨ ਲੈਂਦੇ ਆ ਜੀ, ਤੁਹਾਡਾ ਕਿਆ ਸਿਰ ਮੱਥੇ, ਸਾਡੇ ਕਰਮ ਇਦਾਂ ਦੇ ਹੀ ਆ। ਪਰ ਕੀ ਸੁਸਾਇਟੀ ਸਾਨੂੰ ਸਜ਼ਾ ਦੇ ਸਕਦੀ ਇਸ ਚੀਜ਼ ਦੀ? ਕਦੇ ਨਹੀਂ ਦੇ ਸਕਦੀ। ਬਿਲਕੁਲ। ਕੀ ਸਾਨੂੰ ਕੋਈ ਹੋਰ ਪਰਸਨ ਸਜ਼ਾ ਦੇ ਸਕਦਾ? ਜੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਕਿ ਸਾਡੇ ਜਿਹੜੇ ਕਰਮ ਆ ਉਹ ਮਾੜੇ ਆ, ਸਾਨੂੰ ਕਰਮਾਂ ਦੀ ਸਜ਼ਾ ਉਹ ਸਾਨੂੰ ਮਿਲ ਗਈ ਆ ਨਾ, ਬਾਰ-ਬਾਰ ਸਜ਼ਾ ਦੇਣ ਨਾਲੋਂ
ਉਹਨਾਂ ਨੂੰ ਹੁਣ ਵੇਟ ਕਰੋ ਕਿ ਸਾਡੇ ਲਈ ਰੱਬ ਨੇ ਕੁਝ ਸੋਚਿਆ ਹੋਊਗਾ। ਹੂੰ ਔਰ ਸਾਨੂੰ ਪਰਸਨਲੀ ਫੀਲ ਹੋ ਰਿਹਾ, ਸ਼ਾਇਦ ਨਰਿੰਦਰਜੀਤ ਵੀ ਇਸ ਚੀਜ਼ ਜੀ। ਨਾਲ ਐਗਰੀ ਕਰਨ ਕਿ ਜਿੱਥੇ ਸਾਡੇ ਬੱਚੇ ਆ ਸਾਨੂੰ ਉੱਥੇ ਰੱਬ ਮਹਿਸੂਸ ਹੁੰਦਾ ਆ। ਕਿਉਂਕਿ ਇਹੀ ਐਕਚੁਅਲੀ ਆਪਾਂ ਕਹਿ ਸਕਦੇ ਹਾਂ ਹਿਊਮਨ ਬੀਇੰਗ ਆ ਨਾ। ਉਹਨਾਂ ਦੇ ਉਹ ਫਿਲਟਰ ਯੂਜ਼ ਹੀ ਨਹੀਂ ਕਰਦੇ। ਅਸੀਂ ਆਲਵੇਜ਼ ਫਿਲਟਰ ਦੇ ਅੰਦਰ ਆ। ਸਾਨੂੰ ਫਿਲਟਰ ਸੁਸਾਇਟੀ 'ਚ ਜਾਂਦੇ ਹਾਂ, ਸਾਡਾ ਫਿਲਟਰ ਹੋਰ ਹੁੰਦਾ, ਘਰ ਅਸੀਂ ਫਿਲਟਰ ਹੋਰ ਚੇਂਜ ਕਰਦੇ। ਰੱਬੀ ਰੂਹਾਂ ਨੇ ਉਹਨਾਂ ਦੇ ਕੋਲ ਇਹ ਚੀਜ਼ਾਂ ਨਹੀਂ ਹੈ ਮੈਨੂਪੂਲੇਟ ਕਰਨ ਦੀ ਹੈ। ਬਿਲਕੁਲ, ਉਹ ਆਪਣੀ ਜ਼ਿੰਦਗੀ ਜਿਉ ਰਹੇ ਬਿਲਕੁਲ। ਅਸੀਂ ਉਹਨਾਂ ਨੂੰ ਜਨਮ ਦਿੱਤਾ, ਅਸੀਂ ਦੇਖ ਰਹੇ ਹਾਂ। ਸਾਡੇ ਕਰਮਾਂ ਨੂੰ ਹੋਰ ਸਜ਼ਾ ਨਾ ਦਵੋ, ਐਕਸੈਪਟ ਕਰਨਾ ਕਰ ਲਓ, ਮਿਹਰਬਾਨੀ ਹੋਊਗੀ। ਉਹ ਤੋਂ ਬਿਨਾਂ ਸਾਨੂੰ ਪਰਸਨਲੀ ਆ ਕੇ ਇਹ ਸਲਾਹਾਂ ਦੇਣ ਨਾਲੋਂ ਕਿ ਤੁਸੀਂ ਦਵਾਈ ਲੈ ਲਓ ਜਾਂ ਇਹ ਬਿਮਾਰੀ ਆ ਜਾਂ ਤੁਹਾਡੇ ਕਰਮਾਂ ਦੀ ਸਜ਼ਾ, ਇੰਨਾ ਕਹਿਣ ਨਾਲੋਂ ਜੇ ਤੁਸੀਂ ਸਾਡੀ ਬਾਂਹ ਫੜ ਕੇ ਚੱਲੋਗੇ ਉਹ ਠੀਕ ਹੋਊਗਾ। ਆਲਸੋ ਜੇ ਸਾਡੀ ਸਟਾਰਟਿੰਗ ਹੀ ਘਰ 'ਚੋਂ ਹੋ ਜਾਵੇ, ਬਹੁਤ ਹੀ ਵਧੀਆ। ਲੈਟਸ ਸੇ ਕਿ ਹੁਣ ਸਾਡੇ ਹਸਬੈਂਡ ਕੰਮ ਕਰਦੇ ਆ, ਅਸੀਂ ਕੰਮ ਨਹੀਂ ਮਾਮਾ ਕਰ ਸਕਦੇ ਹਾਂ ਸਪੈਸ਼ਲੀ। ਸੋ ਉਹ ਅਸੀਂ ਬਹੁਤ ਐਪਰੀਸ਼ੀਏਟ ਆ ਕਿ ਉਹ ਵਿਚਾਰੇ ਸਾਡੀ ਫਾਈਨੈਂਸ਼ੀਅਲੀ ਹੈਲਪ ਕਰ ਰਹੇ ਆ, ਬਹੁਤ ਸੋਹਣਾ ਕੰਮ ਕਰ ਰਹੇ ਆ, ਟਾਇਰਡ ਹੁੰਦੇ ਆ, ਮੰਨਦੇ ਆ, ਹਰ ਰੋਜ਼ ਬਹੁਤ ਹਾਰਡ ਜੌਬ ਕਰਦੇ ਆ। ਪਰ ਕੀ ਉਹ ਆ ਕੇ ਇੱਕ ਨਹਾ ਧੋ ਕੇ ਇੱਕ ਕੱਪ ਚਾਹ ਦਾ ਆਪਣੀ ਵਾਈਫ ਨਾਲ ਪੀ ਸਕਦੇ ਆ ਬੈਠ ਕੇ? ਬਿਲਕੁਲ ਬਿਲਕੁਲ। ਕੀ ਉਹ ਪੁੱਛ ਸਕਦੇ ਆ ਕਿ ਅੱਜ ਤੁਸੀਂ ਬੱਚਿਆਂ ਨਾਲ ਕਿੱਦਾਂ ਰਹੇ, ਕੀ ਉਹਨਾਂ ਦਾ ਬਿਹੇਵੀਅਰ ਅੱਜ ਸਕੂਲ 'ਚ ਕੀ ਸੀ? ਫਿਰ 1 ਮਹੀਨੇ ਬਾਅਦ ਭਾਵੇਂ ਉਹ ਇਹ ਗੱਲ ਵੀ ਪੁੱਛਣ ਆਪਣੇ ਬੈਠ ਕੇ। ਡੇਲੀ ਉਹ ਚੀਜ਼ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਥੈਰੇਪੀਜ਼ ਕਿਵੇਂ ਚੱਲ ਰਹੀਆਂ, ਕਿੰਨਾ ਕੁ ਪ੍ਰੋਗਰੈਸ ਹੋ ਰਿਹਾ। ਕਿਉਂਕਿ ਸਾਨੂੰ ਲੇਡੀਜ਼ ਨੂੰ ਕਿਤੇ ਨਾ ਕਿਤੇ ਐਪਰੀਸ਼ੀਏਟ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ। ਕਿਉਂਕਿ ਜੇ ਅਸੀਂ ਕਿਤੇ ਤਿਆਰ ਵੀ ਹੁੰਦੇ ਹਾਂ ਨਾ, ਸਿੰਪਲ ਸਾਨੂੰ ਲੱਗਦਾ ਕਿ ਸਾਨੂੰ ਕੋਈ ਕਵੇ ਸੋਹਣਾ ਲੱਗਦਾ ਤੇ ਅਸੀਂ ਬਹੁਤ ਖੁਸ਼ ਹੁੰਦੇ ਹਾਂ, ਹੈ ਨਾ। ਤੇ ਸੇਮ ਸਾਨੂੰ ਹੈ, ਅਸੀਂ ਹਾਰਡ ਵਰਕ ਕਰ ਰਹੇ ਹਾਂ, ਨੋਟ ਡਾਊਟ ਕਿ ਸਾਡੇ ਹਸਬੈਂਡ ਵੀ ਸਾਡੇ ਨਾਲ ਖੜੇ ਆ, ਸਾਡੀ ਫੈਮਿਲੀ, ਪਰ ਉਹ ਸਾਡੇ ਲਈ ਬਹੁਤ ਵਧੀਆ ਕਰ ਰਹੇ ਆ। ਪਰ ਸਾਨੂੰ ਥੋੜਾ ਜਿਹਾ ਕਿਤੇ, ਕਿਉਂਕਿ ਸਾਡੀ ਲੇਡੀਜ਼ ਦੀ ਆਦਤ ਹੈ ਉਸ ਚੇਂਜ ਨਹੀਂ ਕਰ ਸਕਦੇ ਐਪਰੀਸ਼ੀਏਸ਼ਨ ਦੀ। ਸੋ ਸਾਡੇ ਨਾਲ ਬੈਠਣ, ਕੱਪ ਚਾਹ ਦਾ ਪੀਣ, ਮੁੜ ਕੇ ਆਪਣਾ ਰਿਲੈਕਸ ਹੋਣ। ਔਰ ਲੇਡੀਜ਼ ਨੂੰ ਵੀ ਮੇਰੀ ਇਹੀ ਰਿਕੁਐਸਟ ਹੈ ਕਿ ਆਈ ਨੋ ਅਸੀਂ ਫਰਸਟ੍ਰੇਟ ਹੋਏ ਹੁੰਦੇ ਹਾਂ, ਕਈ ਵਾਰ ਸਾਡੀ ਫਰਸਟ੍ਰੇਸ਼ਨ ਆਪਣੇ ਹਸਬੈਂਡ ਤੇ ਨਿਕਲਦੀ ਆ। ਸਾਨੂੰ ਲੱਗਦਾ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ, ਸਮਝ ਨਹੀਂ ਰਿਹਾ। ਅਸੀਂ ਬੱਚਿਆਂ ਦੇ ਵਿੱਚ ਉਹਨਾਂ ਦੀ ਚੀਕਮ ਚੀਕੀ ਦੇ ਵਿੱਚ ਇੰਨੇ ਜ਼ਿਆਦਾ ਫਰਸਟ੍ਰੇਟ ਹੋਏ ਹੁੰਦੇ ਆ ਕਿ ਸਾਨੂੰ ਸੁਣਨ। ਬਸ ਥੋੜਾ ਆਪਸ 'ਚ ਰਿਲੇਸ਼ਨ ਵਧੀਆ ਰੱਖਣ, ਬੈਠ ਕੇ ਇੱਕ ਦੂਸਰੇ ਨਾਲ ਦੁੱਖ ਸੁੱਖ ਕਰਨ। ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਰਿਕੁਐਸਟ ਹੀ ਆ ਕਿ ਪਲੀਜ਼ ਸਾਨੂੰ ਬੈਠ ਕੇ ਸੁਣ ਲਿਆ ਕਰਨ। ਹਾਂਜੀ, ਤੁਸੀਂ ਨਰਿੰਦਰ ਜੀ ਪਲੀਜ਼ ਤੁਸੀਂ ਵੀ ਸ਼ੇਅਰ ਐਡ ਕਰੋ ਅਖੀਰ ਦੇ ਵਿੱਚ, ਜਿਸ ਤਰ੍ਹਾਂ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਨੇ, ਤੇ ਪਲੀਜ਼ ਆਪਣਾ ਤੁਹਾਡਾ ਇਨਪੁਟ ਕੀ ਹੈ ਇਹਨਾਂ ਦਾ? ਜਿਵੇਂ ਇਹਨਾਂ ਨੇ ਸੁਸਾਇਟੀ ਬਾਰੇ ਗੱਲ ਕੀਤੀ ਆ, ਮੈਂ ਥੋੜਾ ਜਿਹਾ ਗਵਰਨਮੈਂਟ ਇਸ਼ੂ ਬਾਰੇ ਕਹਿਣਾ ਚਾਹੂੰਗੀ। ਕਹੋ ਜੀ। ਪਹਿਲਾਂ ਤਾਂ ਦੂਜਾ ਆਪਣਾ BC ਗਵਰਨਮੈਂਟ ਤੋਂ ਸਟਾਰਟ ਕਰਦੇ ਹਾਂ। BC ਗਵਰਨਮੈਂਟ ਜਿਹੜੀ ਸਾਨੂੰ ਫੰਡਿੰਗ ਦਿੰਦੀ ਆ $6000, ਕੁਛ ਨਹੀਂ ਹੈਗਾ। ਸੋ ਇੱਕ ਤਾਂ ਇਹ ਰਿਕੁਐਸਟ ਆ, ਜੇ ਥੋੜੀ ਫੰਡਿੰਗ ਹੋਰ ਅਰੇਂਜ ਹੋ ਸਕੇ ਤਾਂ ਆਪਣੀ ਬੱਚਿਆਂ ਦੀਆਂ ਅਸੀਂ ਚੰਗੀ ਤਰ੍ਹਾਂ ਥੈਰੇਪੀਜ਼ ਕਰਾ ਸਕੀਏ ਜੀ। ਦੂਜਾ ਜਿਹੜੇ ਦੂਜੇ ਬੱਚੇ ਆ ਸਪੈਸ਼ਲ ਨੀਡ, ਔਟਿਜ਼ਮ ਇੱਕ ਟੈਗ ਆ, ਜਦੋਂ ਗਵਰਨਮੈਂਟ ਨੂੰ ਉੱਪਰ ਲਿਖਿਆ ਮਿਲ ਜਾਂਦਾ ਔਟਿਜ਼ਮ ਸਪੈਕਟਰਮ ਡਿਸਆਰਡਰ, ਦੈਨ ਉਹ ਸਾਨੂੰ ਫੰਡਿੰਗ ਦੇ ਦਿੰਦੇ ਆ। ਕਈ ਵਾਰੀ ਡਾਕਟਰ ਦੀ ਜਦੋਂ ਅਸੈਸਮੈਂਟ ਕਰਦੇ ਹੋ, ਥੋੜਾ ਜਿਹਾ 1-2 ਪੁਆਇੰਟ ਤੇ ਉਹ ਬੱਚਾ ਔਟਿਜ਼ਮ ਦੀ ਅਸੈਸਮੈਂਟ ਦੇ ਦੂਜਾ ਮੀਟਰ ਤੇ ਨਹੀਂ ਪਹੁੰਚਦਾ, ਬਟ ਬੱਚੇ ਨੂੰ ਸਟਿਲ ਸਿੰਪਟਮ ਹੈ, ਬਟ ਜੇ ਉਹ ਔਟਿਜ਼ਮ ਤੱਕ ਨਹੀਂ ਪਹੁੰਚਿਆ ਤਾਂ ਉਹਨੂੰ ਉਹ ਦੂਜਾ ਫੰਡਿੰਗ ਨਹੀਂ ਮਿਲਣੀ। ਉਹਨੇ 1-2 ਪੁਆਇੰਟ ਤੇ ਹੀ ਪੂਰੀ ਲਾਈਫ ਦੇ ਲਈ ਥੈਰੇਪੀਆਂ ਦੇ ਵਿੱਚ ਪਿੱਛੇ ਰਹਿ ਜਾਣਾ। ਉਹ ਬੱਚੇ ਦਾ ਕੋਈ ਵਾਲੀ ਵਾਰਸ ਨਹੀਂ। ਸੋ ਫੰਡਿੰਗ ਦਾ ਮੇਜਰ ਇਸ਼ੂ। ਦੂਜਾ ਆਉਨੇ ਆਪਾਂ ਸਕੂਲ ਡਿਸਟ੍ਰਿਕਟ ਦੇ ਵਿੱਚ ਪਹਿਲਾਂ ਤਾਂ EA ਦੀ ਸ਼ਾਰਟੇਜ ਆ। EA ਉਹਨਾਂ ਬੱਚਿਆਂ ਨੂੰ ਦਿੱਤੀ ਜਾਂਦੀ ਆ ਜਿਹੜੇ ਬਹੁਤ ਜ਼ਿਆਦਾ ਹਾਈਪਰ ਆ, ਦੂਜਿਆਂ ਦੀ EA ਸ਼ੇਅਰ ਕਰ ਦਿੰਦੇ ਆ। ਇੱਕ ਟੀਚਰ 3 ਤੋਂ 4 ਬੱਚਿਆਂ ਨੂੰ ਦੇਖਦੀ ਆ। ਇੱਕ ਬੱਚਾ ਹਾਈਪਰ ਹੋ ਗਿਆ, ਉੱਠ ਕੇ ਕਲਾਸਰੂਮ ਤੋਂ ਬਾਹਰ ਨਿਕਲ ਗਿਆ, ਉਹ ਦੂਜਿਆਂ ਨੂੰ ਦੇਖ ਰਹੀ ਆ। ਉਸ ਬੱਚੇ ਦੀ ਸੇਫਟੀ ਦਾ ਕੁਐਸਚਨ ਉਹਨੂੰ ਕੋਈ ਨਹੀਂ ਦੇਖ ਰਿਹਾ। ਬੱਚੇ ਬਾਹਰ ਖੇਡ ਰਹੇ ਆ, ਕਿਤੇ ਵੀ ਜਾ ਸਕਦੇ ਆ। ਜਿੱਥੇ ਸ਼ੇਅਰੇਬਲ EA ਆ, ਉੱਥੇ ਬੱਚਿਆਂ ਦੀ ਸੇਫਟੀ ਦਾ ਕੋਈ ਹੋਰ ਕੋਈ ਹੋਰ ਦੇਖਦਾ ਨਹੀਂ ਉਹਨਾਂ ਨੂੰ। ਕਿਉਂਕਿ ਜੇ ਅਸੀਂ ਉਹਦੇ ਨਾਲ ਗੱਲ ਕਰਦੇ ਆ ਟੀਚਰ ਨਾਲ, ਉਹ ਕਹਿ ਦਿੰਦੀ ਆ ਮੈਂ 4 ਬੱਚੇ ਆ, ਮੈਂ ਕਿਹਨੂੰ ਦੇਖਾਂ। ਬਿਲਕੁਲ। ਫਿਰ ਮੈਂ ਆਉਂਗੀ ਹੁਣ ਸਿਟੀ ਆਫ ਸਰੀ ਤੇ ਜੀ। ਸਿਟੀ ਆਫ ਸਰੀ ਦਾ ਜੈਸੇ ਸਾਡੇ ਵਿੱਚ ਕੋਈ ਰੋਲ ਨਹੀਂ, ਸਾਨੂੰ ਸਿਟੀ ਤੋਂ ਕੋਈ ਹੈਲਪ ਨਹੀਂ। ਸਿਟੀ ਦੇ ਜਿਹੜੇ ਸਮਰ ਆਪਣਾ ਪ੍ਰੋਗਰਾਮ ਜਾਂ ਸਪਰਿੰਗ ਪ੍ਰੋਗਰਾਮ ਚੱਲਦੇ ਆ, ਉਹ 80 to 100 ਪੇਜ ਦੀ ਗਾਈਡ ਆਉਂਦੀ ਆ ਸਿਟੀ ਦੇ। ਇੱਕ ਪੇਜ ਦੇ ਵਿੱਚ
ਅੱਧਾ ਪੇਜ ਹੁੰਦਾ ਜਿਹੜਾ ਸਾਡੇ ਬੱਚਿਆਂ ਲਈ ਹੁੰਦਾ। ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਸੰਡੇ ਨੂੰ ਰਾਤ ਨੂੰ 9 ਵਜੇ ਓਪਨ ਹੁੰਦੀ ਆ। ਹੁਣ ਜਿਵੇਂ 4 ਜੂਨ ਨੂੰ ਹੋਣੀ ਆ, 9 ਵਜੇ ਤੁਸੀਂ ਉਹਨਾਂ ਦੀ ਦੂਜਾ ਆਪਣਾ ਵੈਬਸਾਈਟ ਖੋਲੋਗੇ, ਹੈਂਗ ਹੋ ਜਾਣੀ ਆ। ਤੁਸੀਂ 12 ਵਜੇ ਤਾਈਂ ਬੈਠੇ ਰਹੋ, 1 ਵਜੇ ਤੱਕ ਬੈਠੇ ਰਹੋ, ਤੁਹਾਨੂੰ ਕੁਛ ਨਹੀਂ ਕਰ ਸਕਦੇ। ਸਵੇਰ ਉੱਠ ਕੇ ਰੈਕ ਸੈਂਟਰ ਦੇ ਵਿੱਚ ਤੁਸੀਂ ਕਾਲ ਕਰੋਗੇ, ਰੈਕ ਸੈਂਟਰ ਵਾਲੇ ਕਹਿ ਦਿੰਦੇ ਸਾਰਾ ਕੁਝ ਦੂਜਾ ਫੁੱਲ ਹੋ ਗਿਆ। ਸਾਨੂੰ ਨਹੀਂ ਪਤਾ ਉਹ ਇੱਕ ਫੁੱਲ ਕਦੋਂ ਹੋ ਜਾਂਦਾ। ਜਿਹੜੇ ਉਹ ਸਾਡੇ ਬੱਚਿਆਂ ਲਈ ਪ੍ਰੋਗਰਾਮ ਵੀ ਅਰੇਂਜ ਕਰਦੇ ਆ, ਜਿਹੜੇ ਉਹ ਟੀਚਰਾਂ ਨੂੰ ਹਾਇਰ ਕਰਦੇ ਆ, ਸਟੂਡੈਂਟ ਕੁੜੀਆਂ ਹੁੰਦੀਆਂ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਇਸ ਚੀਜ਼ ਬਾਰੇ। ਲਾਸਟ ਈਅਰ ਮੇਰਾ ਐਕਸਪੀਰੀਅੰਸ ਇੰਨਾ ਕਿ ਜ਼ਿਆਦਾ ਬੈਡ ਰਿਹਾ। ਮੇਰਾ ਬੱਚਾ ਬਾਥਰੂਮ ਦੇ ਵਿੱਚ ਵੜਨ ਤੋਂ ਡਰਦਾ ਸੀ। ਨਿਊਟਨ ਵਾਲੇ ਰੈਕ ਸੈਂਟਰ ਦੇ ਵਿੱਚ ਸਮਰ ਕੈਂਪ ਲਿਆ ਸੀ ਮੈਂ 2 ਵੀਕਾਂ ਦਾ, ਲਾਈਕ ਪੈਸੇ ਥੋੜ੍ਹੇ ਪੇ ਕਰਨੇ ਪਏ, $150 ਪੇ ਕਰਨਾ ਪਿਆ ਸੀ। ਬਟ ਉਹ ਵੀ ਮੈਨੂੰ ਕਾਲ ਕਰ ਦਿੰਦੇ ਸੀ ਸਮਰ ਕੈਂਪ ਵਾਲੇ ਵੀ ਕਿ ਤੇਰਾ ਬੱਚਾ ਹਾਈਪਰ ਹੈ, ਇਹਨੂੰ ਆ ਕੇ ਲੈ ਜਾ। ਸਕੂਲ ਡਿਸਟ੍ਰਿਕਟ ਨੂੰ ਇੱਕ ਰਿਕੁਐਸਟ ਇਹ ਵੀ ਕਰੂੰਗੀ ਕਿ ਜਿਹੜੇ ਸਮਰ ਦੇ 2-2.5 ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ, ਸਾਡੇ ਬੱਚਿਆਂ ਦੇ ਲਈ ਪਲੀਜ਼ 2 ਵੀਕਾਂ ਦਾ 3 ਵੀਕਾਂ ਦਾ ਕੋਈ ਸਮਰ ਸਕੂਲ ਅਰੇਂਜ ਕਰ ਦੇਣ। ਐਕੈਡੈਮਿਕ ਸਾਡੇ ਬੱਚੇ ਪਿੱਛੇ ਆ, ਉਦੋਂ ਉਹਨਾਂ ਨੂੰ ਹੈਲਪ ਮਿਲ ਜਾਵੇ। ਜਿਹੜੀਆਂ ਚੀਜ਼ਾਂ ਲਈ ਉਹ ਪਿੱਛੇ ਆ, ਥੋੜਾ ਕਵਰ ਕਰ ਲੈਣ। ਉਦੋਂ ਭੈਣ ਜੀ ਕੁਝ ਹੋਰ ਐਡ ਕਰਨਾ ਚਾਹੋ, ਤੁਸੀਂ ਕਹਿਣਾ ਚਾਹੋ ਜੀ? ਜਿਸ ਤਰ੍ਹਾਂ ਸਿਟੀ ਆਫ ਸਰੀ ਵਿੱਚੋਂ ਮੋਸਟਲੀ ਪਾਸਿਸ ਜਿਹੜੇ ਹੁੰਦੇ ਆ ਨਾ, ਕਈ ਪੇਰੈਂਟਸ ਨੂੰ ਉਹ ਫ੍ਰੀ ਦਿੰਦੇ ਆ, ਤੇ ਉਹ ਸਾਨੂੰ ਫ੍ਰੀ ਕਰ ਦੇਣ। ਹੋਰ ਨਹੀਂ ਕੁਝ ਕਰ ਸਕਦੇ। ਇੱਕ ਪੇਜ ਦੇ ਵਿੱਚ ਤੁਸੀਂ ਦੇ ਰਹੇ ਹੋ। ਕਈ ਪੇਰੈਂਟਸ ਦਾ ਕੰਪਿਊਟਰ ਨਹੀਂ ਹੈਗਾ, ਕਈਆਂ ਦੀ ਇੰਗਲਿਸ਼ ਵੀਕ ਆ, ਸੋ ਬੈਰੀਅਰ ਬਣਦੀ ਆ ਲੈਂਗੁਏਜ। ਤੇ ਜਦੋਂ ਵਿਚਾਰੇ ਕਾਲ ਕਰਦੇ ਆ ਫੁੱਲ ਹੁੰਦਾ, ਉਹ ਤੋਂ ਨਾਲ ਸਾਨੂੰ ਬਿਨਾਂ ਕਿਸੇ ਵੇਟਿੰਗ ਤੋਂ, ਬਿਨਾਂ ਕਿਸੇ ਤੋਂ ਇੱਕ ਪੂਲ ਇੱਕ ਦਿਨ ਫ੍ਰੀ ਕਰਨ। ਇੱਕ ਦਿਨ ਤੁਹਾਨੂੰ ਸਪੈਸ਼ਲ ਨੀਡ ਬੱਚਿਆਂ ਲਈ, ਦੂਸਰੇ ਬੱਚੇ ਨਾ ਹੀ ਆਉਣ ਚਾਹੇ, ਉਹ ਹੋ ਜਾਊਗਾ। ਆਲਸੋ ਜਿਹੜੇ ਸਕੂਲ ਦੇ ਵਿੱਚ ਅਗੇਨ ਉਹ ਆ ਰਿਹਾ, ਜਿਉਂ ਵੱਡੇ ਹੁੰਦੇ ਆ ਬੱਚੇ, ਜਿਹੜੀ ਸ਼ਾਰਟੇਜ ਆ ਨਾ ਈਏ ਦੀ, ਬਾਰ-ਬਾਰ ਅਸੀਂ ਇਹੀ ਰਿਪੀਟ ਕਰ ਰਹੇ ਹਾਂ, ਉਹ ਬੱਚਿਆਂ ਨੂੰ ਮਿਲ ਨਹੀਂ ਰਹੀ ਹੈਗੀ ਪ੍ਰੋਪਰ। ਉਹ ਨਾ ਵਿਚਾਰੇ ਪੜ੍ਹ ਸਕਦੇ ਆ, ਨਾ ਉਹਨਾਂ ਨੂੰ ਕਿਤੇ ਹੋਰ ਲੈ ਕੇ ਜਾ ਸਕਦੇ ਆ। ਸੋ ਉਹਨਾਂ ਨੂੰ ਪ੍ਰੋਪਰ ਜਿਹੜੀ ਸਕੂਲ ਡਿਸਟ੍ਰਿਕਟ ਵੱਲੋਂ ਸਾਨੂੰ ਵੀ ਰਿਕੁਐਸਟ ਆ ਕਿ ਜੇ ਫੁੱਲ ਟਾਈਮ ਉਹਨਾਂ ਨੂੰ ਇਹ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਮਿਲੇ ਤਾਂ ਆਪਣੇ ਆਪਣਾ ਸਾਰਾ ਕੁਝ ਕਰ ਸਕਦੇ ਆ। ਇੱਕ ਤਾਂ ਵੈਸੇ ਹੀ ਇਕੱਲੇ ਛੱਡ ਦਿੰਦੇ ਆ, ਫਰੈਂਡ ਨਹੀਂ ਹੁੰਦਾ ਕੋਈ, ਉੱਪਰ ਦੀ ਈਏ ਵੀ ਹੁੰਦੀ ਨਹੀਂ ਨਾਲ। ਸਭ ਕੀ ਤੁਸੀਂ ਅਖੀਰ 'ਚ ਕਹਿਣਾ ਚਾਹੁੰਦੇ ਹੋ? ਦਿਸ ਇਜ਼ ਸਮਥਿੰਗ ਬਿਲਕੁਲ ਨਵਾਂ ਮੈਂ ਮਹਿਸੂਸ ਕਰ ਰਿਹਾ। ਹਾਂਜੀ, ਬੜਾ ਔਖਾ ਕੰਮ ਹੈ, ਬਿਲਕੁਲ, ਪਰ ਔਖਾ ਸੌਖਾ ਹੋ ਸਕਦਾ ਜੇ ਸੋਸਾਇਟੀ ਵੱਲੋਂ, ਗਵਰਨਮੈਂਟ ਵੱਲੋਂ ਥੋੜੀ ਜਿਹੀ ਮਦਦ ਹੋ ਜਾਵੇ, ਜ਼ਿੰਦਗੀ ਬਹੁਤ ਸੌਖੀ ਹੋ ਸਕਦੀ। ਸਾਰੇ ਕਮਿਊਨਿਟੀ ਪਾਰਟਨਰ ਜਿੰਨੇ ਵੀ ਹੈਗੇ ਆ, ਜਿੰਨੇ ਵੀ ਗਵਰਨਮੈਂਟ ਦੇ ਲੈਵਲ ਹੈਗੇ ਆ, ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ ਜੀ, ਤਾਂ ਹੀ ਇਹ ਸਮੱਸਿਆ ਦਾ ਜਿਹੜਾ ਹੱਲ ਹੋ ਸਕਦਾ। ਜਿਸ ਤਰ੍ਹਾਂ ਅੰਮ੍ਰਿਤ ਨੇ ਆਖਿਆ ਵੀ ਪਹਿਲਾਂ ਘਰ ਤੋਂ ਸ਼ੁਰੂ ਕਰੋ, ਫਿਰ ਗਵਰਨਮੈਂਟ ਦੇ ਅਦਾਰੇ ਸਾਰੇ ਪ੍ਰੋਪਰ ਫੰਡਿੰਗ ਹੋਵੇ, ਜਿਹੜੀ ਸਿਟੀ ਵੱਲੋਂ ਜੋ ਸਪੋਰਟ ਦੀ ਇਹ ਗੱਲ ਕਰ ਰਹੇ ਆ ਉਹ ਹੋਵੇ, ਸਕੂਲ ਡਿਸਟ੍ਰਿਕਟ ਵੱਲੋਂ ਜੋ ਵੀ ਇਹਨਾਂ ਦੇ ਮੁੱਦੇ ਸੀਗੇ ਉਹ ਸਾਰੇ ਮੈਂ ਜਿਹੜੇ ਡਿਸਕਸ ਕੀਤੇ ਹੈਗੇ ਆ ਸ਼ੌਨਾ ਰੌਸ ਹੋਰਾਂ ਨਾਲ, ਤੇ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹੈਗੇ। ਪਰ ਅਗੇਨ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਸੂਬਾ ਸਰਕਾਰ ਨੂੰ ਸਾਨੂੰ ਹੋਰ ਫੰਡਿੰਗ ਦੇਣ ਦੀ ਲੋੜ ਹੈਗੀ ਆ। ਸੋ ਰਿਕੁਐਸਟ ਇਹੀ ਕਰਾਂਗੇ ਮਿਨਿਸਟਰੀ ਆਫ ਐਜੂਕੇਸ਼ਨ ਨੂੰ, ਮਿਨਿਸਟਰੀ ਆਫ ਫਾਈਨੈਂਸ ਨੂੰ ਵੀ ਜੋ ਸਾਨੂੰ ਲੋੜੀਂਦਾ ਰਿਸੋਰਸਿਸ ਹੈ ਉਹ ਜਲਦ ਤੋਂ ਜਲਦ ਜਿਹੜੇ ਪ੍ਰੋਵਾਈਡ ਕੀਤੇ ਜਾਣ ਜੀ। ਅਗਲੇ ਘੰਟੇ ਦੇ ਵਿੱਚ ਮੈਂ ਲੋਕਾਂ ਦਾ ਤਜਰਬਾ ਸਾਂਝਾ ਕਰਨਾ ਹੈ। ਮੈਂ ਆਪਣੇ ਤੌਰ ਤੇ ਇੱਕ ਸ਼ੁਕਰਾਨੇ ਦੀ ਐਪਰੀਸੀਏਸ਼ਨ ਦੀ, ਜਿਹੜੇ ਬੱਚੇ ਜਿਨ੍ਹਾਂ ਦੇ ਤਕੜੇ ਆ ਉਹ ਫਿਰ ਇਸ ਪਰਿਵਾਰਾਂ ਲਈ, ਇਸ ਸੁਸਾਇਟੀ ਲਈ ਕੀ ਵਧੀਆ ਕਰ ਸਕਦੇ। ਮੈਂ ਇਸ ਤੇ ਅੱਜ ਗੱਲਬਾਤ ਅਖੀਰ 'ਚ ਕਰਨਾ ਚਾਹੁੰਦਾ। ਠੀਕ ਹੈ ਜੀ, ਬਈ ਇਹਦੀ ਅਵੇਅਰਨੈਸ, ਪਰ ਮੈਂ ਇਹਨੂੰ ਕੰਟੀਨਿਊ ਕਰਨਾ ਚਾਹੁੰਦਾ। ਮੈਂ ਸਾਰੇ ਕੰਟੈਕਟ ਵਗੈਰਾ ਲੈ ਕੇ ਜਿਹੜੇ ਵੀ ਇਸ ਸੁਸਾਇਟੀ ਦੇ ਇਸ ਇਕੱਠ ਦੇ ਵਿੱਚ ਕੰਮ ਕਰ ਰਹੇ ਨੇ, ਜ਼ਿਆਦਾ ਤੋਂ ਜ਼ਿਆਦਾ ਆਪਾਂ ਲੈ ਕੇ ਸਾਖਰਤਾ ਅਵੇਅਰਨੈਸ ਇਸ ਤਰ੍ਹਾਂ ਹੀ ਹੋਣੀ ਆ। ਬਾਹਰ ਆਉਣ, ਗੱਲਾਂ ਕਰਨ, ਵੀਕਲੀ ਸੈਗਮੈਂਟ ਹੋਵੇ ਜਾਂ 2 ਵੀਕ ਬਾਅਦ ਸੈਗਮੈਂਟ ਹੋਵੇ, ਮੈਂ ਇਹਨੂੰ ਕੰਟੀਨਿਊ ਕਰਨਾ ਚਾਹੁੰਦਾ। ਨਹੀਂ, ਨਰਿੰਦਰ ਤੇ ਅੰਮ੍ਰਿਤ ਭੈਣ ਜੀ ਹੋਰਾਂ ਨੇ ਇਨੀਸ਼ੀਏਟਿਵ ਲਿਆ, ਚਲੋ ਇਹਨਾਂ ਨੇ ਗਰੁੱਪ ਬਣਾਇਆ, WhatsApp ਗਰੁੱਪ ਵੀ ਹੈਗਾ, ਇਹਨਾਂ ਨੇ ਸੁਸਾਇਟੀ ਦਾ ਨਾਮ ਵੀ ਹੁਣ ਸੋਚ ਲਿਆ। ਮੈਂ ਰਿਕੁਐਸਟ ਕਰੂੰਗਾ ਵੀ ਜੇ ਆਪਣੀ ਕੋਈ ਕਿਸੇ ਦੇ ਕੰਟੈਕਟ ਨੰਬਰ ਵੀ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਲਿਸਨਰਸ ਨਾਲ ਕਰਨ, ਤਾਂ ਜੋ ਜਿਹੜੇ ਪੇਰੈਂਟ ਹੈਗੇ ਆ ਜਿਹੜੇ ਰੀਚ ਆਊਟ ਕਰਨਾ ਚਾਹੁੰਦੇ ਆ, ਜਿਨ੍ਹਾਂ ਕੋਲੇ ਰਿਸੋਰਸਿਸ ਦੀ ਘਾਟ ਹੈਗੀ ਆ ਜਾਂ ਐਡਵੋਕੇਸੀ ਦੀ ਘਾਟ ਹੈ, ਐਟਲੀਸਟ ਉਹ ਇਹਨਾਂ ਤੱਕ ਸੰਪਰਕ ਕਰ ਸਕਣ ਜੀ। ਮੈਂ ਅਖੀਰ ਦੇ ਵਿੱਚ ਅਗਲੇ ਘੰਟੇ 'ਚ ਫੋਨ ਨੰਬਰ ਇਹਨਾਂ ਦੀ ਇਜਾਜ਼ਤ ਦੇ ਨਾਲ ਲੈ ਕੇ ਸ਼ੇਅਰ ਕਰਾਂਗਾ, ਤੇ ਇਸ ਤੇ ਮੈਂ ਅਗਲੇ ਘੰਟੇ 'ਚ ਫਿਰ ਇੱਕ ਗੱਲ ਇੱਕ ਨਵੇਂ ਪੱਖ ਤੋਂ ਇਸ ਤੇ ਕਰਨਾ ਚਾਹੁੰਦਾ। ਧੰਨਵਾਦ, ਤੁਸੀਂ ਆਏ ਹੋ, ਭੈਣ ਜੀ ਉਹਨਾਂ ਨੂੰ ਲੈ ਕੇ ਆਏ ਹੋ, ਤੇ ਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਦੇ ਵਿੱਚ। ਇਹ ਜ਼ਿੰਦਗੀ ਦੇ ਫੇਜ਼ਸ ਨੇ, ਸਾਰਿਆਂ ਦੇ ਆਉਂਦੇ ਨੇ, ਕਿਸੇ ਦੀ ਇੱਕ ਮੁਸ਼ਕਿਲ ਆ, ਕਿਸੇ ਦੀ ਦੂਸਰੀ ਆ, ਸਾਰੇ ਮੁਸ਼ਕਿਲ 'ਚ ਨੇ, ਪਰ ਇਸ ਮੁਸ਼ਕਿਲ ਨੂੰ ਸੁਸਾਇਟੀ ਨਹੀਂ ਐਕਸੈਪਟ ਕਰ ਰਹੀ। ਬਿਲਕੁਲ, ਇੱਕ ਅਲੱਗ ਮੁਸ਼ਕਿਲ ਆ ਜਿਹਨੂੰ ਸੁਸਾਇਟੀ ਐਕਸੈਪਟ ਕਰਦੇ, ਇਹਨਾਂ ਨੂੰ
ਸਾਈਡ ਲਾਈਨ ਜਦ ਕਰਦੇ ਨੇ, ਕਾਰਨਰ ਕਰਦੇ ਨੇ, ਉੱਥੋਂ ਦੁੱਖ ਹੋਰ ਵੱਧ, ਕਿਉਂਕਿ ਮੇਜਰ ਤਾਂ ਜਿਹੜੀ ਰਿਸਪੌਂਸਿਬਿਲਿਟੀ ਮਾਪੇ ਦੀ ਆ। ਮਾਪਾ ਆਪਣੇ ਬੱਚੇ ਦੀ ਕੇਅਰ ਕਰ ਰਿਹਾ, ਉਹਦਾ ਜਵਾਕ ਤੁਹਾਨੂੰ ਕੁਛ ਨਹੀਂ ਕਹਿ ਰਿਹਾ, ਤੁਸੀਂ ਐਡਲਟ ਹੋ, ਤੁਹਾਡੇ ਬੱਚੇ ਨੂੰ ਕੁਛ ਨਹੀਂ ਕਹਿ ਰਿਹਾ, ਤੁਸੀਂ ਤਾਂ ਵੱਡੇ ਹੋ, ਤੁਸੀਂ ਉੱਥੇ ਫਿਰ ਹਾਂ ਤੂੰ ਕੀ ਹੋ ਗਿਆ, ਇਹ ਹੋ ਗਿਆ, ਕਰਮ ਜੇ ਵੋ। ਇਸ 'ਤੇ ਖੈਰ ਕੋਈ ਕਿਸੇ ਨੂੰ ਹਾਉਂਟ ਨਹੀਂ ਕਰਨਾ ਚਾਹੁੰਦਾ ਹੁੰਦਾ, ਮੇਰੇ ਖਿਆਲ ਕਈ ਵਾਰ ਸਾਖਰਤਾ ਦੀ ਕਮੀ ਹੁੰਦੀ ਆ, ਇਸ 'ਤੇ ਆਪਾਂ ਕੰਮ ਕਰਾਂਗੇ। ਮਿਹਰਬਾਨੀ, ਧੰਨਵਾਦ, ਬਹੁਤ ਧੰਨਵਾਦ ਜੀ, ਧੰਨਵਾਦ, ਥੈਂਕ ਯੂ ਸੋ ਮਚ। ਇਹ ਸਨ ਗੈਰੀ ਥਿੰਨ ਤੇ ਭੈਣ ਜੀ ਅੰਮ੍ਰਿਤਪਾਲ ਤੇ ਨਰਿੰਦਰਜੀਤ ਕੌਰ, ਜਿਨ੍ਹਾਂ ਨੇ ਆਪਣੇ ਲਖਤੇ ਜ਼ਿਕਰਾਂ ਦੀ ਗੱਲਬਾਤ ਕੀਤੀ ਆ। ਅਗਲੇ ਘੰਟੇ 'ਚ ਇਸ ਨੂੰ ਮੈਂ ਇੱਕ ਹੋਰ ਪਰਪੇਖ ਤੋਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨਾਲ ਨਜਿੱਠਣਾ, ਇੱਕ ਆਪਣੇ ਤੌਰ ਤੇ ਇੱਕ ਕਿਸੇ ਨੂੰ ਮੁਸ਼ਕਲ ਦੇ ਵਿੱਚ ਵੇਖ ਕੇ ਉਹਦੇ ਨਾਲ ਖੜਨਾ ਆਪਣੇ ਲਈ ਤਾਂ ਨਿੱਤ ਤੁਸੀਂ ਕਰਦੇ ਹੋ। ਇਹ ਮੁੱਦਾ ਜਿਹੜਾ ਅੱਜ ਮੈਂ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ, ਮਦਦ ਕਰਨਾ ਤੇ ਸ਼ੁਕਰਾਨਾ, ਦੋ ਸ਼ਬਦ ਜਿਹੜੇ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੋ ਰਹੇ ਨੇ। ਅਸੀਂ ਮਟੀਰੀਅਲਿਸਟਿਕ ਤੇ ਨਿੱਜੀ ਜ਼ਿੰਦਗੀ ਦੇ ਵਿੱਚ ਇੰਨੇ ਫਸ ਚੁੱਕੇ ਹਾਂ, ਜਾਂ ਕਹਿ ਲਓ ਸੈਲਫਿਸ਼ ਹੋ ਚੁੱਕੇ ਹਾਂ, ਕਿ ਸਾਡੇ ਕੋਲ ਸਮਾਂ ਨਹੀਂ ਕਿਸੇ ਵੱਲ ਵੇਖਣ ਦਾ। ਅਤੇ ਇਸ ਤਰ੍ਹਾਂ ਸੁਸਾਇਟੀਜ਼ ਜਿਹੜੀਆਂ, ਇਸ ਤਰ੍ਹਾਂ ਭਾਈਚਾਰਾ ਨਹੀਂ ਚੱਲਦਾ ਕਦੇ ਵੀ। ਨਿੱਜ, ਮੈਂ, ਸਾਡਾ ਤੇ ਅਸੀਂ। ਅਤੇ ਜਿਹੜੀ ਗੱਲ ਪਹਿਲੇ ਘੰਟੇ 'ਚ ਕਰਕੇ ਗਏ ਨੇ ਗੈਰੀ ਥਿੰਨ ਸਕੂਲ ਟਰਸਟੀ, ਕਿ ਸਕੂਲ ਸਿਸਟਮ ਦੇ ਵਿੱਚ ਬੱਚੇ ਜਿਹੜੇ ਜਿਨ੍ਹਾਂ ਨੂੰ ਖਾਸ ਤਵੱਜੋ ਦੀ ਜ਼ਰੂਰਤ ਹੈ, ਉਹ ਇਕੱਲੇ ਆਟਿਜ਼ਮ ਨਹੀਂ, ਆਟਿਸਟਿਕ ਨਹੀਂ, ਹੋਰ ਵੀ ਜਵਾਕ ਹੋ ਸਕਦੇ ਨੇ, ਉਹ ਕਿਹੜੀਆਂ ਮੁਸ਼ਕਲਾਂ 'ਚੋਂ ਗੁਜ਼ਰਦੇ ਨੇ, ਅਤੇ ਫਸਟ ਹੈਂਡ ਇਨਫੋਰਮੇਸ਼ਨ ਦੋ ਪਰਿਵਾਰ ਦੇ ਕੇ ਗਏ ਨੇ। ਅਤੇ ਉਹਨਾਂ ਨੇ ਕਈ ਵਿਸ਼ੇ ਉਹਦੇ ਵਿੱਚ ਟੱਚ ਕੀਤੇ ਨੇ ਬੱਚਿਆਂ ਤੋਂ ਬਿਨਾਂ। ਐਪਰੀਸੀਏਸ਼ਨ, ਸਰਾਹਨਾ ਦੀ ਗੱਲ ਇੱਕ ਬੜੀ ਵਧੀਆ ਜਿਹੜੀ ਭੈਣ ਜੀ ਉਹਨਾਂ ਨੇ, ਅੰਮ੍ਰਿਤਪਾਲ ਉਹਨਾਂ ਨੇ ਕੀਤੀ, ਜਿਹੜੀ ਬਹੁਤ ਟੁੰਬਦੀ ਸੀ ਸਾਡੇ ਘਰ ਦੇ ਵਿੱਚ। ਸਾਡੀਆਂ ਗੱਲਾਂ ਮੁੱਕ ਗਈਆਂ ਇੱਕ ਦੂਜੇ ਨੂੰ ਕਹਿਣ ਦੀਆਂ, ਵੀ ਯਾਰ ਤੂੰ ਅੱਜ ਬਹੁਤ ਵਧੀਆ ਕੀਤਾ, ਤਾਂ ਸ਼ਬਦ ਹੀ ਮੁੱਕ ਗਏ। ਸਰਾਹਨਾ ਦਾ ਸ਼ਬਦ, ਸ਼ੁਕਰਾਨਾ ਤਾਂ ਜਿਹੜਾ ਪਰਵਰਦਿਗਾਰ ਦਾ, ਆਪਣੇ ਧਰਮ ਦੇ ਵਿੱਚ ਜਿਹਨੂੰ ਵੀ ਮੰਨਦੇ ਉਹਦਾ ਸ਼ੁਕਰ ਬਹੁਤ ਵੱਡੀ ਗੱਲ ਹੈ। ਉਹਦੇ ਬਾਅਦ ਐਪਰੀਸੀਏਸ਼ਨ ਦਾ ਸ਼ਬਦ ਹੈ, ਕਿਸੇ ਨੂੰ ਮਦਦ ਕਰਨ ਦਾ ਸ਼ਬਦ। ਅੱਜ ਇਹ ਵਿਸ਼ਿਆਂ 'ਤੇ ਅੱਜ ਮੈਂ ਤੁਹਾਡੇ ਨਾਲ ਅਗਲੇ ਹਿੱਸੇ 'ਚ ਗੱਲ ਕਰਨੀ ਹੈ। ਡਿਸਾਈਡ ਤਾਂ ਮੈਂ ਕੁਛ ਹੋਰ ਕੀਤਾ ਸੀ, ਪਰ ਆਹ ਇੱਕ ਜਿਹੜੀ ਅੱਜ ਗੱਲ ਨਵੀਂ, ਹਾਲਾਂਕਿ ਆਪਣੇ ਪਰਿਵਾਰ ਦੇ ਬਹੁਤ, ਆਪਣੇ ਪਰਿਵਾਰ ਦਾ ਜੀ ਹੋਈ ਹੈ ਇੱਕ, ਜਿਹੜਾ ਇਸ ਮੁਸ਼ਕਿਲ ਦੇ ਵਿੱਚੋਂ ਪਰਿਵਾਰ ਲੰਘ ਰਿਹਾ। ਮੈਂ ਇਸ ਤਰ੍ਹਾਂ ਨਹੀਂ ਸੋਚਿਆ, ਕਿਉਂਕਿ ਬਾਹਰੋਂ ਤੁਸੀਂ ਗੱਲ ਕਰ ਲੈਂਦੇ ਹੋ, ਹਾਲੇ ਜਵਾਕ ਵੀ ਛੋਟਾ ਉਹ, ਬਈ ਆਹ ਇਸ ਤਰ੍ਹਾਂ, ਪਰ ਇਹ ਬਹੁਤ ਕੁਝ ਹੈ ਜਿਹੜੀਆਂ ਗੱਲਾਂ ਦੱਸ ਕੇ ਗਏ ਨੇ। 604 204 0600 ਬਹੁਤ ਪਰਿਵਾਰ ਹੋਣਗੇ ਜਿਹੜੇ ਇਹਦੇ ਵਿੱਚ ਦੀ ਲੰਘ ਕੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਇਸ ਦਾ ਬਹੁਤ ਵੱਡਾ ਇੱਕ ਮਤਲਬ ਬਦਨੁਮਾ ਦਾਗ ਪਰਿਵਾਰਾਂ 'ਤੇ ਹੈ। ਗੱਲਾਂ ਚੱਲਦੀਆਂ ਨੇ ਉਹ, ਬਈ ਸਿੱਧਰਾ ਫਲਾਣਿਆਂ ਦਾ ਤਾਂ ਕਮਲੇ ਨੇ, ਇਹ ਤਾਂ ਇਹਨਾਂ ਨੂੰ ਇਹਦੇ ਬਿਜਲੀਆਂ ਲਵਾਓ ਜੀ, ਇਹਨੂੰ ਜਮ੍ਹਾਂ ਕਰਾਓ, ਇਹਦੇ ਸੰਗਲ ਲਾਓ। ਇਹ ਪਿੰਡਾਂ 'ਚ ਗੱਲਾਂ ਸੀ, ਅਤੇ ਉੱਥੇ ਇਲਾਜ ਨਹੀਂ, ਉੱਥੇ ਇਲਾਜ ਤਾਂ ਇਹਦੀ ਇਲਾਜ ਪ੍ਰਣਾਲੀ 'ਚ ਤਾਂ ਹੈ ਨਹੀਂ ਇਹ ਚੀਜ਼, ਪਰ ਉੱਥੇ ਇਸ ਨੂੰ ਐਕਸੈਪਟ ਕਰਨਾ ਵੀ ਬੜਾ ਔਖਾ, ਉਹਨੂੰ ਇੱਕ ਪਾਸੇ ਕੱਢ ਦਿੰਦੇ ਨੇ। 604 204 0600 ਪਰਿਵਾਰ ਵੀ ਹੋਣਗੇ ਜਿਨ੍ਹਾਂ ਦੇ ਬੱਚੇ ਸਪੈਸ਼ਲ ਨੀਡਸ ਨੇ, ਉਹ ਵੀ ਤਜਰਬਾ ਸਾਂਝਾ ਕਰੋ। ਇੱਕ ਆਰਗੇਨਾਈਜੇਸ਼ਨ ਆਪਾਂ ਸੈਟਅਪ ਕਰਾਂਗੇ, ਮੈਂ ਨਹੀਂ ਕਰ ਰਿਹਾ, ਪਰਿਵਾਰ ਕਰ ਰਹੇ ਨੇ, ਮੈਂ ਤੁਹਾਡੇ ਤੱਕ ਸੁਨੇਹਾ ਪਹੁੰਚਾਵਾਂਗਾ। ਅਤੇ ਇਸ ਕੈਂਪੇਨ ਦਾ, ਇਸ ਐਸੋਸੀਏਸ਼ਨ ਦਾ ਪਾਰਟ ਹੋ ਕੇ ਮੀਡੀਆ ਦੇ ਵਿੱਚ ਇਸ ਦੀ ਸਾਖਰਤਾ, ਕਿਉਂਕਿ ਜਿਵੇਂ ਉਹ ਦੱਸ ਕੇ ਗਏ ਨੇ ਵੀ ਕਰਮ ਮਾੜੇ ਨੇ ਭੈਣੇ ਤੇਰੇ ਇਹੋ ਜਿਹਾ ਜਵਾਕ ਜੰਮਿਆ, ਕਰਤਾ ਨਾ ਖਤਮ ਕੰਮ, ਜਮਾ ਹੀ ਰਾਖ ਕਰਤਾ ਸਾਰਾ ਕੁਛ। ਇਹ ਤਾਂ ਸਪੈਸ਼ਲ ਨੀਡ ਨੇ, ਜਿਹੜੇ ਬਿਲਕੁਲ ਸਿਹਤਯਾਬ ਨੇ, ਉਹ ਕਿੰਨਾ ਕੁ ਸੁੱਖ ਦਿੰਦੇ ਨੇ, ਉਹ ਤਾਂ ਸਮਾਂ ਪਤਾ ਲੱਗੂ ਨਾ ਫਿਰ ਕਰਮ ਕਿਹਦੇ ਚੰਗੇ ਤੇ ਕਿਹਦੇ ਮਾੜੇ ਨੇ। 20 ਸਾਲ ਦੀ ਉਮਰ ਦੇ ਵਿੱਚ ਮੈਂ ਇਹ ਵਿਸ਼ਫੁਲ ਨਹੀਂ ਇਹਦੇ ਵਿੱਚ, ਪਰ ਜਦ ਤੁਸੀਂ ਕਿਸੇ ਨੂੰ ਕਾਰਨਰ ਕਰਦੇ ਹੋ, ਉਸ ਦੇ ਇਸ ਕਾਰਨ ਕਰਕੇ ਵੀ ਉਹਦਾ ਬੱਚਾ ਜ਼ਰੂਰਤਮੰਦ ਹੈ, ਪਰ ਜਦ ਤੁਸੀਂ ਉਸ ਤਰੀਕੇ 'ਚ ਜਾਣਾ, ਤੁਹਾਡਾ ਸਿਹਤਯਾਬ ਬੱਚਾ ਜੇ ਕਿਸੇ ਪਾਸਿਓਂ ਤੁਹਾਨੂੰ ਪ੍ਰੋਬਲਮ ਆ ਗਈ, ਫਿਰ ਕੀ ਕਰੋਗੇ? 604 204 0600
ਆਪਾਂ ਗੱਲਬਾਤ ਕਰਦੇ ਹਾਂ। ਜਸਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਜਸਪਾਲ ਸਿੰਘ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਚਿਰ ਤੁਸੀਂ ਵੇਟ ਕੀਤੀ, 40 ਮਿੰਟ ਹੋ ਗਏ ਜੀ। ਹਾਂਜੀ। ਨਹੀਂ ਕੋਈ ਚੱਕਰ ਨਹੀਂ ਜੀ। ਕਿਉਂ ਜੀ ਤੁਹਾਡੀ ਕਾਲ ਕੱਟੀ ਗਈ ਜਸਪਾਲ ਜੀ, ਦੁਬਾਰਾ ਕਰਿਓ। ਹਰਜੋਤ ਸਿੰਘ, ਤੁਸੀਂ ਏਅਰ ਤੇ ਹੋ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਬਹੁਤ ਇੰਪੋਰਟੈਂਟ ਵਿਸ਼ਾ ਹੈ ਜਿਹਨੂੰ ਤੁਸੀਂ ਅੱਜ ਟੱਚ ਕੀਤਾ, ਵੀ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਤੁਹਾਨੂੰ ਹੱਡ ਬੀਤੀ ਦੇ ਉੱਤੇ ਮੈਂ ਗੱਲ ਕਰਨ ਲੱਗਿਆ। ਦੇਖੋ ਬਾਈ ਜੀ ਹੁਣੀ ਆਏ ਆ, ਗੈਰੀ ਥਿੰਡ ਹੁਣੀ ਮਤਲਬ 2 ਜਾਂ 3 ਵਾਰ ਦੇ ਸਕੂਲ ਟਰਸਟੀ ਨੇ ਜੀ। ਪਰ ਜਿਹੜੀਆਂ ਗੱਲਾਂ ਸੱਚ ਹੁੰਦੀਆਂ ਉਹ ਇੱਕ ਸੱਭਿਅਕ ਲੈਂਗੁਏਜ ਦੇ ਵਿੱਚ ਦੱਸ ਦਿੱਤੀ ਜਾਣ ਤੇ ਕੋਈ ਹਰਜ ਵੀ ਨਹੀਂ ਹੈਗਾ, ਹੈ ਨਾ ਜੀ। ਦੇਖੋ ਸਕੂਲ ਡਿਸਟ੍ਰਿਕਟ ਦਾ ਜਿਹੜਾ ਰੋਲ ਪਹਿਲਾਂ ਦਾ ਜਿਹੜਾ ਆਪਣਾ ਸਮਾਜ ਦਾ ਰੋਲ ਆ ਉਹ ਤਾਂ ਗਲਤ ਹੈਗਾ ਹੀ ਆ ਨਾ। ਤੁਸੀਂ ਉਹ ਮਤਲਬ ਗੱਲ ਇਹ ਨਿਬੇੜਤੀ ਵੀ ਜਿਹੜਾ ਚੱਜ ਦਾ ਆ, ਜਿਹੜਾ ਬਿਲਕੁਲ ਠੀਕ ਆ, ਸਿਹਤਵਾਨ ਦਾ, ਉਹ ਵੀ ਕੁਛ ਨਾ ਕੁਛ ਗਲਤ ਹੋ ਸਕਦਾ ਕਿਸੇ ਪਾਸੇ ਨੂੰ ਜਾ ਕੇ, ਤੇ ਫਿਰ ਮਾਂ-ਬਾਪ ਕਿਹਨੂੰ ਕਹਿਣਗੇ ਵੀ ਹਾਂ ਤੇਰੇ ਕੀ ਜੰਮਿਆ। ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਆ ਜਿਹਨੇ ਵੀ ਇਹ ਗੱਲ ਕੀਤੀ ਆ। ਪਹਿਲਾਂ ਤਾਂ ਇਸ ਚੀਜ਼ ਨੂੰ ਕੰਡੈਮਡ ਕਰਨਾ ਵੀ ਜ਼ਰੂਰੀ ਆ ਜੀ। ਸਕੂਲ ਸਿਸਟਮ ਕਿੱਥੋਂ ਤੱਕ ਮਾੜਾ ਜੀ? ਓਲਡ ਸਕੂਲ ਬੁੱਕਸ ਜਿਹੜੀਆਂ ਹੁਣ ਤੱਕ ਚੱਲੀਆਂ ਆ ਰਹੀਆਂ ਨਾ, ਇਹ ਤੁਹਾਡੇ ਜਿਹੜੇ ਸ਼ੋਅ ਤੁਸੀਂ ਕਰਨੇ ਆ, ਇਹਨਾਂ ਤੋਂ ਬਾਅਦ ਚੇਂਜ ਹੋਣ ਦੀ ਬਹੁਤ ਆਸ ਵੱਧ ਜਾਣੀ ਆ ਕਰਕੇ। ਜੇ ਕਿਸੇ ਦੇ ਪਰਿਵਾਰ 'ਚ ਏਦਾਂ ਦਾ ਬੱਚਾ ਹੈਗਾ ਆ ਔਟਿਜ਼ਮ ਜਾਂ ਕਿਸੇ ਹੋਰ ਚੀਜ਼ ਨਾਲ ਜਿਹੜਾ ਹੈਗਾ ਆ ਸ਼ਿਕਾਰ, ਇੱਕ ਤਾਂ ਹੈਗਾ ਪੜ੍ਹਾਈ ਵਾਲੇ ਪੱਖੋਂ, ਇੱਕ ਹੈਗਾ ਫਿਜ਼ੀਕਲੀ ਚੈਲੰਜ ਜੀ। ਜਿਹੜਾ ਤਾਂ ਪੜ੍ਹਾਈ ਵਾਲੇ ਪੱਖੋਂ ਟੀਚਰ ਜਿਹੜੀ ਆ ਗ੍ਰੇਡ 1 ਤੱਕ ਜਾਣ ਲੱਗੇ ਉਹ ਸਾਰਾ ਕੁਝ ਐਨਾਲਿਸਿਸ ਕਰ ਲੈਂਦੇ ਵੀ ਭਾਈ ਇਹ ਬੱਚੇ ਨੂੰ ਲੋੜ ਪੈਣੀ ਆ। ਹੁਣ ਤੁਸੀਂ ਅਸੈਸਮੈਂਟ ਕਰਾਓ ਜੀ। ਅਸੈਸਮੈਂਟ ਕਿਵੇਂ ਹੋਣੀ ਆ? ਉਹ ਡਾਕਟਰ ਜਿਹੜਾ ਫੈਮਿਲੀ ਡਾਕਟਰ ਆ ਉਹ ਤੁਹਾਨੂੰ ਲਿਖੂਗਾ ਚਾਈਲਡ ਸਪੈਸ਼ਲਿਸਟ ਕੋਲੇ। ਤੁਸੀਂ ਆਰਾਮ ਨਾਲ ਬਹਿ ਜਾਓ। ਜੇ ਤੁਹਾਡੀ ਕਿਸਮਤ ਵਾਲੀ ਚੰਗੀ ਹੋਈ ਤਾਂ 6 ਮਹੀਨਿਆਂ ਤੱਕ ਮਿਲ ਜੂਗਾ, ਨਹੀਂ ਤਾਂ ਆਪਣੇ ਡਾਕਟਰ ਰੇਡੀਓ ਤੇ ਜਾ ਕੇ ਗੱਲਾਂ ਮਾਰਨ ਨੂੰ ਬਹੁਤ ਮਸ਼ਹੂਰ ਨੇ, ਪਰ ਉਹ ਅਪੁਆਇੰਟਮੈਂਟ ਨਹੀਂ ਤੁਹਾਨੂੰ ਸਾਲ ਤੋਂ ਪਹਿਲਾਂ ਮਿਲਦੀ। ਫਿਰ ਉਹ ਡਾਕਟਰ ਵੇਖ ਕੇ ਦੱਸੂਗਾ, ਉਹ ਤੁਹਾਨੂੰ 2-3 ਅਪੁਆਇੰਟਮੈਂਟ ਤੋਂ ਬਾਅਦ ਕਹੂੰਗਾ ਵੀ ਓਕੇ ਇਹਨੂੰ ਸਨੀ ਹਿੱਲ 'ਚ ਆਪਾਂ ਭੇਜਦੇ ਹਾਂ, ਉੱਥੋਂ ਇਹਦੀ ਕਰਾਉਂਦੇ ਅਸੈਸਮੈਂਟ। ਭਾਜੀ ਸਨੀ ਹਿੱਲ ਦੀ ਅਸੈਸਮੈਂਟ ਦੀ ਇਕੱਲੀ ਵੇਟਿੰਗ 2.5 ਸਾਲ ਦੀ ਹੈ ਇਸ ਟਾਈਮ। ਬੱਚਾ ਆ ਗਿਆ ਗ੍ਰੇਡ 3 ਦੇ ਵਿੱਚ, ਸਕੂਲ ਵਾਲਿਆਂ ਨੂੰ ਪਤਾ ਇਹਨੂੰ ਲੋੜ ਹੈਗੀ ਆ। ਮੇਰੀ ਇਹ ਔਨ ਰੈਕਡ ਗੱਲ ਹੋਈ, ਮੈਂ ਤੁਹਾਨੂੰ ਈਮੇਲਾਂ ਵੀ ਦੇ ਦੂੰਗੀ। ਭਾਈ ਜਦੋਂ ਤੁਹਾਨੂੰ ਲੋੜ, ਤੁਹਾਨੂੰ ਪਤਾ ਆ ਇਹ ਬੱਚੇ ਨੂੰ ਜ਼ਰੂਰਤ ਆ, ਤੁਸੀਂ ਅਸੈਸਮੈਂਟ ਕੀ ਕਰਾਉਣੀ ਆ? ਦਵਾਈ ਤਾਂ ਇਹਨੂੰ ਦੇਣੀ ਨਹੀਂ ਕੋਈ ਡਾਕਟਰ ਨੇ। ਤੁਸੀਂ ਹੈਲਪ ਦੇ ਦਿਓ। ਨਹੀਂ ਕਹਿੰਦੇ ਸਾਡੇ ਸਕੂਲ ਬੋਰਡ ਨੇ ਲਿਖਿਆ ਆ ਵੀ ਜਦੋਂ ਤੱਕ ਸਨੀ ਹਿੱਲ ਦੀ ਅਸੈਸਮੈਂਟ ਨਹੀਂ ਆ ਜਾਊਗੀ ਅਸੀਂ ਤੁਹਾਨੂੰ ਹੈਲਪ ਇੰਡੀਵਿਜੂਅਲ 1-to-1 ਟੀਚਰ ਅਵੇਲੇਬਲ ਨਹੀਂ ਕਰਾ ਸਕਦੇ। ਜਿਹੜਾ ਬੱਚਾ ਫਿਕਸ ਕੀਤਾ ਜਾ ਸਕਦਾ ਸੀ, ਜਿਹੜੇ ਬੱਚੇ ਨੂੰ ਤੁਸੀਂ ਕਵਰ ਅਪ ਕਰ ਸਕਦੇ ਸੀ, ਉਹ 4-5ਵੀਂ ਜਮਾਤ ਤੱਕ ਪਹੁੰਚ ਗਿਆ। ਹੁਣ ਤੁਸੀਂ ਕੀ ਕਰੋਗੇ? ਹੁਣ ਤਾਂ ਉਹ ਪੱਕ ਗਿਆ ਜਿਹੜੀ ਚੀਜ਼ 'ਚ ਹੋਣਾ ਆ। ਇੱਕ ਏਦਾਂ ਦਾ ਸ਼ਿਕਾਰ ਬੱਚੇ ਦਾ ਮੈਂ ਤੁਹਾਨੂੰ ਕੇਸ ਭੇਜੂਗਾ। ਉਹ ਮੌਂਟਰੀਅਲ ਦਾ ਜੰਪਲ ਹੈ ਜੀ, 18 ਸਾਲ ਪੁਰਾਣੀ ਗੱਲ ਆ। ਉਹਦਾ ਪਿਓ ਉਸ ਬੱਚੇ ਨੂੰ, ਕਿਉਂਕਿ ਉਹ ਔਟਿਜ਼ਮ ਦਾ ਸ਼ਿਕਾਰ ਸੀ, ਬਿਨਾਂ ਦੱਸੇ ਇੰਡੀਆ ਛੱਡਿਆ ਹੈ ਦਾਦੇ ਦਾਦੀ ਕੋਲ ਵੀ ਅਸੀਂ ਉੱਥੇ ਕੰਮਕਾਰ ਕਰਨਾ, ਤੁਸੀਂ ਇਹਨੂੰ ਸੰਭਾਲੋ। ਮੁੜ ਕੇ ਅੱਜ ਤਾਈਂ ਉਹਨੂੰ ਲੈਣ ਨਹੀਂ ਗਿਆ। ਹੋ ਰੱਬਾ। ਗੁਰਦਾਸਪੁਰ ਜ਼ਿਲ੍ਹੇ ਵਿੱਚ ਉਸ ਬੱਚੇ ਦੀ ਉਮਰ ਆ 18 ਸਾਲ ਹੋ ਗਈ, ਕੈਨੇਡੀਅਨ ਬੋਰਨ ਆ, ਨਾ ਕਿਸੇ ਗੌਰਮੈਂਟ ਨੇ ਸੱਦਿਆ ਨਾ ਕੁਛ। ਉਹ ਪਿਓ ਹਾੜੇ ਕੱਢਦਾ ਵੀ ਅਸੀਂ ਤਾਂ ਮਰ ਜਾਣਾ, ਇਹ ਜਵਾਕ ਕੈਨੇਡਾ ਦਾ ਜੰਪਲ ਸੜਕਾਂ ਤੇ ਰੁਲੂਗਾ। ਅਸੀਂ ਐਮਪੀਆਂ ਕੋਲ ਰਿਕੁਐਸਟ ਕਰ ਲਈ, ਅਸੀਂ ਸਾਰਿਆਂ ਕੋਲ ਕਰ ਲਈ, ਉਹ ਜਵਾਕ ਨੂੰ ਨਹੀਂ ਲੈ ਕੇ ਆਏ। ਉਹ ਪਿਓ ਮੌਂਟਰੀਅਲ ਦੇ ਵਿੱਚ ਘੁੰਮਦਾ ਜੀ ਖੁੱਲਾ। ਬਹੁਤ ਵੱਡਾ ਲੈ ਕੇ ਨਹੀਂ। ਮੈਂ ਤੁਹਾਨੂੰ ਜੀ WhatsApp ਕਰ ਦੂੰ ਸਾਰੀਆਂ ਅੱਜ ਚੀਜ਼ਾਂ, ਆਪਣੇ ਨੰਬਰ ਤੋਂ ਤੁਹਾਨੂੰ WhatsApp ਕਰ ਦੂੰ। ਉਹਨਾਂ ਦੇ ਦਾਦੇ ਜੀ ਨਾਲ ਗੱਲ ਕਰ ਲਿਓ, ਉਹ SI ਰਿਟਾਇਰਡ ਆ ਵਿਜੀਲੈਂਸ ਚੋਂ। ਉਹ ਕਹਿੰਦਾ ਵੀ ਇਹ ਤਾਂ ਖਬਰਾਂ ਵੀ ਛਪੀਆਂ ਪਿੱਛੇ ਜੇ। ਉਹੀ ਬੱਚਾ ਜੀ, ਬਿਲਕੁਲ ਉਹੀ ਬੱਚਾ ਆ। ਉਹਨੂੰ ਬੰਨ੍ਹ ਕੇ ਰੱਖਣ ਦਾ ਵੀ ਆਰੋਪ ਲਾਇਆ ਗਿਆ। ਸੋ ਪਲੀਜ਼ ਜੇ ਕਿਸੇ ਦਾ ਬੱਚਾ ਉਹਨੂੰ ਸਪੋਰਟ ਕਰੋ। ਸੋਸ਼ਲ ਜਿੰਨਾ ਬੱਚਾ ਬਾਹਰ ਜਾਊਗਾ, ਆਂਢ ਗੁਆਂਢ ਖੇਡੇਗਾ, ਆਂਢ ਗੁਆਂਢੀ ਉਹਨੂੰ ਹੈਲਪ ਕਰੋਗੇ, ਉਹ ਬੱਚਾ ਉਹ 'ਚ ਉੱਭਰ ਜਾਊਗਾ। ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਪਰ ਸਕੂਲ ਬੋਰਡ ਨੂੰ ਭਾਜੀ ਹੁਣ ਗੈਰੀ ਨੂੰ ਚਾਹੀਦਾ, ਕਿਹੜੀ ਚੀਜ਼ ਦੀ ਤੁਸੀਂ ਵੇਟ ਕਰਦੇ ਆ? ਸਿਸਟਮ ਹੀ ਨਹੀਂ ਆ। 3 ਸਾਲ ਹੋ ਗਏ ਮੇਰੇ ਬੱਚੇ ਨੂੰ ਉਡੀਕਦੇ ਨੂੰ। $6000 ਉਹਦੀ ਫੀਸ ਆ, ਕਹਿੰਦੇ ਵੀ $6000 ਦੇ ਦਿਓ ਤੁਹਾਡਾ ਫਿਰ ਕਰ ਦਿਆਂਗੇ ਸਾਲ 'ਚ। ਫਿਰ ਵੀ ਸਾਲ ਦਿੰਦੇ 6000 ਬਾਅਦ ਵੀ। ਜਿਹੜੀ ਪ੍ਰਾਈਵੇਟ ਜਿਹੜਾ ਸਨੀ ਹਿੱਲ ਦਾ ਜਿਹੜੀ ਪ੍ਰਾਈਵੇਟ, ਹਾਂਜੀ ਤੁਸੀਂ ਹੁਣ ਫੋਨ ਕਰਕੇ ਦੇਖੋ, ਫੋਨ ਨਹੀਂ ਚੱਕਦੇ। ਉਹ ਕਹਿੰਦੇ ਈਮੇਲ ਕਰ ਦਿਓ ਜਾਂ ਤੁਸੀਂ ਵੈਬਸਾਈਟ ਤੇ ਅਪਲਾਈ ਕਰ ਦਿਓ, ਅਸੀਂ ਤੁਹਾਨੂੰ ਫੋਨ ਕਰਾਂਗੇ ਜੇ ਅਸੈਸਮੈਂਟ ਕਰਨੀ ਹੈ ਤੁਹਾਡੀ। ਜਿਹੜੇ ਬੱਚਿਆਂ ਦੇ ਸਪੈਸ਼ਲਿਸਟ ਨੇ ਉਹ ਇਹ 'ਚ ਮਦਦ ਕਰਦੇ ਆ ਡਾਕਟਰ? ਕੋਈ ਮਦਦ, ਬਿਲਕੁਲ ਕੋਈ ਮਦਦ ਕਰਦੇ। ਮੈਂ 7 ਨੂੰ ਮਿਲਿਆ ਜੀ, ਕਮਾਲ 7 ਨੂੰ ਮਿਲ ਹਟਿਆ। ਉਹ ਇਹ ਕਹਿ ਦਿੰਦੇ ਆ ਵੀ ਇਹਦੀ ਕੋਈ ਦਵਾਈ ਨਹੀਂ ਹੈਗੀ ਜੀ,
ਕਿਸੇ ਵੀ ਡਾਕਟਰ ਨੂੰ ਪੁੱਛੋ ਔਟਿਜ਼ਮ ਵਾਲੇ ਦੀ ਕੋਈ ਦਵਾਈ ਹੈਗੀ ਜੀ? ਨਹੀਂ ਹੈਗੀ ਜੀ। ਫਿਰ ਤੁਸੀਂ ਅਸੈਸਮੈਂਟ ਕਾਹਦੇ ਤੁਸੀਂ ਪੈਸੇ ਬਣਾਉਂਦੇ? ਇਹ ਸਕੈਮ ਨੇ ਜਿਹੜੇ ਲੋਕੀ ਬੈਠੇ ਕਰਦੇ ਨੇ, ਵਿੱਚ ਗੌਰਮੈਂਟਾਂ ਇਨਵੋਲਵ ਆ। ਇਹਨਾਂ ਨੂੰ ਮਿਲੀਅਨਸ ਆਫ ਡਾਲਰ ਦਾ ਔਟਿਜ਼ਮ ਦੇ ਲਈ ਬਜਟ ਰੱਖਿਆ ਕਿ ਇੱਕ ਵੀ ਡਾਲਰ ਕਿਸੇ ਔਟਿਜ਼ਮ ਵਾਲਾ ਪੇਰੈਂਟਸ ਆ ਕੇ ਤੁਹਾਡੇ ਸ਼ੋਅ 'ਚ ਦੱਸ ਦੇਣ ਵੀ ਹਾਂਜੀ ਸਾਨੂੰ ਉਹ ਡਾਲਰ ਮਿਲਿਆ ਆ। ਹਰਜੋਤ ਸਿੰਘ ਜੀ, ਇਹਦੇ ਤੇ ਕੰਮ ਹੋਊਗਾ, ਤੁਹਾਡੇ ਨਾਲ ਵਾਅਦਾ ਕੀਤਾ ਮੈਂ। ਦੱਸ ਗਏ ਮਾਪੇ ਤਾਂ ਵੀ 22,000 6 ਸਾਲ ਤੋਂ ਥੱਲੇ 22,000 ਤੋਂ ਕਹਿੰਦੇ ਵੀ 6 ਦਾ ਹੋਗਾ ਤੁਹਾਨੂੰ ਮਿਲੂਗਾ 16 ਦੇਣਾ ਅਸੀਂ ਸਕੂਲ ਬੋਰਡ ਨੂੰ। ਸਕੂਲ ਬੋਰਡ ਦੇ ਡਾਲਰ ਤੇ ਮਾਪਿਆਂ ਨੂੰ ਮਿਲਣ ਵਾਲੇ ਡਾਲਰ ਅਲੱਗ ਨੇ। ਬੱਚੇ ਕਿੰਨੇ ਜਿਹੜੇ ਇਸ ਮੁਸ਼ਕਿਲ 'ਚੋਂ ਗੁਜ਼ਰ ਰਹੇ ਨੇ, ਇਹ ਤਾਂ ਇਹਦਾ ਮਤਲਬ ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਹਾਲੇ ਤੱਕ ਆਪਾਂ ਛੇੜੀ ਹੋ ਨਹੀਂ। ਇਹਦਾ ਮਤਲਬ ਬਹੁਤ ਵੱਡਾ ਇੱਕ ਇਸ਼ੂ ਹੈ। ਸਰ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਗੱਲ ਇਹ ਆਪਾਂ ਸੱਚੀ ਗੱਲ ਹੈ ਵੀ ਆਪਾਂ ਵਿਸ਼ਾ ਛੇੜਿਆ ਨਹੀਂ, ਵਿਸ਼ਾ ਛੇੜਨ ਵਾਲਾ ਬਹੁਤ ਵੱਡਾ ਸੀਗਾ ਇਹ। ਬਸ ਉਹ ਆਪਣੇ ਮਤਲਬ ਬੱਚੇ ਵੀ ਪੜ੍ਹਦੇ ਰਹੇ ਆ, ਕਿਤੇ ਰਹਿ ਗਈ ਗੱਲ। ਹਾਂ, ਯੈਸ, ਮੈਂ ਕਿਹਾ ਇਹ ਰਹਿ ਵੀ ਬਹੁਤ ਵੱਡੀ ਗਈ ਆ, ਕਿਉਂਕਿ ਹੁਣ ਜਿੱਦਾਂ ਆਪਾਂ ਸਿਆਣੇ ਹੁੰਦੇ ਉਦੋਂ ਦਾ ਆਪਾਂ ਨੌਲੇਜ ਵੱਧਦੀ ਹਰ ਚੀਜ਼ ਦੀ ਜੀ। ਇੱਕ ਅੱਜ ਜਿੱਦਾਂ ਮਾੜੀ ਜਿਹਾ ਨੌਲੇਜ ਹੋਰ ਵਧੀ ਆ। ਇਹ ਸਕੂਲ ਬੋਰਡ ਵਾਲਿਆਂ ਦਾ ਵੀ ਕਸੂਰ ਆ ਵਿੱਚ ਇਹਦੇ, ਇੱਥੇ ਟੀਚਰਾਂ ਦਾ ਜ਼ਿਆਦਾ ਕਸੂਰ ਆ। ਇੱਕ ਬੱਚਾ ਤਾਂ ਹੁੰਦਾ ਹੀ ਆ, ਚਲੋ ਮੈਂ ਮੰਨਦਾ ਪ੍ਰਮਾਤਮਾ ਦੀ ਜੋ ਦੇਣ ਆ ਉਹ ਦਿੱਤੀ ਆ। ਹੁਣ ਤੁਸੀਂ ਧਿਆਨ ਨਾਲ ਗੱਲ ਸੁਣ ਲਿਓ ਵੀ ਇਹ ਕੀ ਹੋ ਰਿਹਾ, ਜਿੱਦਾਂ ਵੀ ਆਪਣੇ ਫੈਮਿਲੀ 'ਚ ਹੋਈ ਇਹ ਗੱਲ। ਅੱਛਾ, ਜਦੋਂ ਇੱਕ ਤਾਂ ਪ੍ਰਮਾਤਮਾ ਦੀ ਦੇਣ ਆ, ਚਲੋ ਉਹ ਤਾਂ ਪ੍ਰਮਾਤਮਾ ਨੇ ਕੀਤਾ, ਚਲੋ ਉਹ ਤਾਂ ਕਿਸੇ ਨੂੰ ਕਹਿ ਨਹੀਂ ਸਕਦੇ ਨਾ, ਪ੍ਰਮਾਤਮਾ ਦਾ ਆ, ਉਹਨੂੰ ਤਾਂ ਚਲੋ ਮੰਨਦੇ ਵੀ ਇਹ ਚੀਜ਼ ਹੋ ਗਈ ਆ। ਇੱਕ ਜਿਹੜਾ ਇਹ ਨਿਆਣੇ ਨੂੰ ਸਕੂਲੇ ਪੜ੍ਹਾਉਂਦੇ ਨੇ ਨਾ ਪ੍ਰੋਪਰ, ਨਿਆਣਾ ਥੋੜੀ ਅੰਡਰਸਟੈਂਡਿੰਗ ਨਹੀਂ ਕਰਦਾ ਪੜ੍ਹਾਈ ਦੀ। ਆਪਾਂ ਘਰ 'ਚ ਪੰਜਾਬੀ ਬੋਲਦੇ ਜਾਂ ਕੁਝ ਵੀ ਬੋਲਦੇ ਆ, ਉੱਥੇ ਇੰਗਲਿਸ਼ ਨਹੀਂ ਆਪਾਂ ਬੋਲਦਾ ਨਿਆਣਾ ਜਾ ਕੇ ਥੋੜੀ ਜਿਹਾ ਉਹ ਪਹਿਲੀ ਕਲਾਸ ਤੋਂ ਹੀ ਚੱਕ ਦਿੰਦੇ, ਉਹਨੂੰ ਦੂਜੇ ਬੰਨੇ ਪਾਉਂਦੇ ਆ, ਬੇਸਿਕ ਪਾਉਂਦੇ, ਬੇਸਿਕ ਨਿਆਣਾ। ਜੇ ਇਹ ਨਿਆਣੇ ਦੀ ਇਹਦਾ ਬ੍ਰੇਨ ਨਹੀਂ ਚੱਲਦਾ ਜੀ। ਨਿਆਣਾ ਜਿੰਨਾ ਮਰਜ਼ੀ ਤੁਸੀਂ ਪੈਟ ਉੱਠੋ, ਉਹ ਤੋਂ ਜੋਬਾਂ ਆਪਦੀਆਂ ਬਣਾਉਣ ਦੇ ਮਾਰੇ ਇੰਨਾ ਕੁਛ ਕਰਦੇ ਟੀਚਰ ਨਾ, ਉੱਥੇ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਓ, ਉਹ ਮੁੜ ਕੇ ਤੁਹਾਡੇ ਨਿਆਣੇ ਨੂੰ ਬਾਹਰ ਨਿਕਲਣ ਹੀ ਨਹੀਂ ਦਿੰਦੇ। ਤੇ ਮੇਰੇ ਨਾਲ ਚੱਲ ਚਲਿਓ, ਮੈਂ ਤੁਹਾਨੂੰ ਇੱਥੇ ਹੁਣ ਫੜਾ ਦੂੰਗਾ ਸਕੂਲ ਆਪਣੇ ਮੇਰੇ ਕੋਲ ਆ, ਮੈਨੂੰ ਪਤਾ ਕਿਹੜੇ ਸਕੂਲ 'ਚ ਇਹ ਕੁਛ ਹੋ ਰਿਹਾ। ਆਪਾਂ ਕਿਸੇ ਦਿਨ ਚੱਲੀਏ ਮੇਰੇ ਹਿਸਾਬ ਨਾਲ, ਮੈਂ ਤੁਹਾਡੇ ਨਾਲ ਚੱਲੂਗਾ। ਤੇ ਵੀਕਡੇ 'ਚ ਆਪਾਂ ਚੱਲਾਂਗੇ, ਉੱਥੇ ਨਿਆਣੇ ਤੁਸੀਂ ਉਹਨਾਂ ਦਾ ਉਹ ਨਿਆਣੇ ਨੂੰ ਪੁੱਛਿਓ, ਨਿਆਣੇ ਪੜ੍ਹਾਈ ਵਿੱਚ ਪੁੱਛਿਓ, ਉਹਨਾਂ ਦੇ ਉੱਦਾਂ ਗੱਲਬਾਤ ਮਾਪੇ ਦੀ ਪੁੱਛਿਓ। ਉਹਨੂੰ ਕੁਛ ਨਿਆਣੇ ਨੇ ਸਹੀ ਬੋਲਣਾ, ਉਹਨਾਂ ਨੂੰ ਬੇਸਿਕ 'ਚ ਪਾ ਕੇ ਰੱਖਿਆ ਆ। ਗਾਹ ਤੁਰਨ ਨਹੀਂ ਦਿੰਦੇ ਨਿਆਣੇ ਨੂੰ, ਪੜ੍ਹਾਈ ਨਹੀਂ ਤੁਰਨ ਦਿੰਦੇ। ਉਹਨਾਂ ਨੂੰ ਕਹਿੰਦੇ ਇਹ ਬੇਸਿਕ ਹੈ ਜੀ, ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਇਹਨਾਂ ਨੂੰ ਅੰਡਰਸਟੈਂਡਿੰਗ ਨਹੀਂ ਹੁੰਦੀ, ਇਹ ਸਮਝਦੇ ਨਹੀਂ ਕਿ ਇਹ ਕੀ ਚੱਕਰ ਆ। ਇੱਕ ਆਪਣੀਆਂ ਜੋਬਾਂ ਬਣਾਉਣ ਦੇ ਮਾਰਿਆਂ ਨੇ ਇਹਨਾਂ ਟੀਚਰਾਂ ਨੇ ਕੀਤਾ ਹੋਇਆ ਸਾਰਾ ਕੁਛ। ਬਾਈ ਜੀ ਕਰਾਂਗੇ ਆਪਾਂ ਗੱਲ ਇਸ ਤੇ। ਸਰ ਹਰਪ੍ਰੀਤ ਸਿੰਘ ਜੀ, ਲਾਈਨ ਨੰਬਰ 4, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਮੇਰਾ ਬੇਟਾ ਵੀ ਜਦੋਂ 2 ਸਾਲ ਦਾ ਸੀਗਾ ਤੇ ਸਾਨੂੰ ਵੀ ਡਾਕਟਰ ਨੇ ਕਹਿਤਾ ਸੀ ਕਿ ਇਹਨੂੰ ਆਟਿਜ਼ਮ ਆ। ਐਕਚੁਅਲੀ ਹੋਇਆ ਕੀ ਸੀਗਾ ਕਿ ਉਹ 2 ਸਾਲ ਦਾ ਸੀ, ਉਹਨੂੰ ਬੋਲਦਾ ਨਹੀਂ ਸੀਗਾ। ਪਹਿਲਾਂ ਬੋਲਦਾ ਸੀ, ਜਦੋਂ ਅਸੀਂ ਉਹਦੇ 12 ਮਹੀਨੇ ਦਾ ਜਿਹੜਾ ਟੀਕਾ ਲਗਵਾਇਆ ਨਾ, ਉਸ ਤੋਂ ਬਾਅਦ ਉਹਦੀ ਸਪੀਚ ਜਿਹੜੀ ਬਹੁਤ ਘਟ ਗਈ। ਤੇ ਉਹ ਇਸ ਤਰ੍ਹਾਂ ਹੋ ਗਿਆ ਸੀਗਾ, ਪਹਿਲਾਂ ਮੰਮਾ ਡੈਡਾ ਸਾਰਾ ਕੁਝ ਕਹਿੰਦਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਉਹ ਕੁਝ ਨਹੀਂ ਸੀ ਬੋਲਦਾ। ਤੇ ਸੈਕਿੰਡ ਤੇ ਫਿਰ ਇਹ ਹੋਇਆ ਕਿ ਉਸ ਟਾਈਮ ਦੇ ਵਿੱਚ ਫੈਮਿਲੀ ਦੇ ਵਿੱਚ ਕੋਈ ਏਦਾਂ ਦਾ, ਮੇਰੇ ਵਾਈਫ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਉਹਨਾਂ ਦਾ ਬੱਚੇ ਵੱਲ ਜ਼ਿਆਦਾ ਧਿਆਨ ਨਾ ਦੇ ਹੋਇਆ। ਉਹ ਕਾਰਟੂਨ ਉਹਨੂੰ ਲਾ ਦੇਣੇ ਜੀ, ਕਾਰਟੂਨ ਉਹ ਜਿਨ੍ਹਾਂ ਦੇ ਵਿੱਚ ਆਵਾਜ਼ ਨਹੀਂ ਆਉਂਦੀ। ਸਭ ਤੋਂ ਜ਼ਿਆਦਾ ਖਤਰਨਾਕ ਉਹ ਕਾਰਟੂਨਸ ਆ ਜੀ ਜਿਨ੍ਹਾਂ ਦੇ ਵਿੱਚ ਆਵਾਜ਼ ਨਹੀਂ ਆਉਂਦੀ। ਜਿਵੇਂ ਉਹਨਾਂ ਦੇ ਵਿੱਚ ਇੱਕ ਹੈਗਾ, ਮੈਂ ਐਗਜ਼ਾਮਪਲ ਦਿੰਦਾ, ਪੈਪਾ ਪਿਗ। ਉਹਦੇ ਵਿੱਚ ਸਿਰਫ ਐਕਸ਼ਨਸ ਹੀ ਕਰਦੇ ਆ। ਸੋ ਬੱਚੇ ਨੇ ਬਿਲਕੁਲ ਬੋਲਣਾ ਬੰਦ ਕਰ ਦਿੱਤਾ। ਤੇ ਸਾਨੂੰ ਕਿਸੇ ਨੇ ਦੱਸਿਆ, ਅਸੀਂ ਵਾਈਫ ਨੇ ਬਾਅਦ ਵਿੱਚ ਜਦੋਂ ਸਦਮੇ ਤੋਂ ਬਾਹਰ ਆਈ, ਉਹਨੇ ਦੇਖਿਆ, ਅਸੀਂ ਗੂਗਲ ਕੀਤਾ ਕਿ ਬੋਲ ਕਿਉਂ ਨਹੀਂ ਰਿਹਾ, ਇਹਦੀ ਸਪੀਚ ਕਿਉਂ ਡਿਲੇ ਹੋ ਰਹੀ ਆ। ਸਾਨੂੰ ਇੱਥੇ ਹੀ ਸਰੀ ਦੇ ਵਿੱਚ ਹੀ ਇੱਕ ਮਿਲਿਆ, ਉਹਨਾਂ ਨੇ ਕਿਹਾ ਕਿ ਇਹਦੀ ਅਸੈਸਮੈਂਟ ਕਰਾਓ। ਸੇਮ ਭਾਜੀ ਹੋਣੀ ਜਿਵੇਂ ਪਹਿਲਾਂ ਕਹਿ ਕੇ ਗਏ ਆ, ਅਸੈਸਮੈਂਟ ਦੇ ਲਈ 2-2, 2.5 ਸਾਲ 3 ਸਾਲ ਦੀ ਵੇਟਿੰਗ ਜਿਹੜੀ ਹੈਗੀ ਆ। ਅੱਜ ਮੇਰਾ ਬੱਚਾ 5 ਸਾਲ ਦਾ ਆ, ਅੱਜ ਉਹਦਾ 5ਵਾਂ ਬਰਥਡੇ ਆ ਜੀ, ਅੱਜ 25th ਨੂੰ, ਪੂਰੇ 5 ਸਾਲਾਂ ਦਾ ਹੋ ਗਿਆ। ਜਨਮਦਿਨ ਮੁਬਾਰਕ ਬਾਈ ਜੀ। ਥੈਂਕ ਯੂ ਜੀ। ਤੇ ਉਹ ਜੀ ਅੱਜ ਪੂਰਾ ਪ੍ਰੋਪਰ ਬੋਲ ਰਿਹਾ ਆ। ਵੈਰੀ ਗੁੱਡ। ਇਹ ਆ ਕਿ ਹਾਂਜੀ, ਉਹ ਇੰਨੀਆਂ ਗੱਲਾਂ ਕਰਦਾ। ਜਦੋਂ ਅਸੀਂ ਉਹਨੂੰ ਪਹਿਲੇ ਦਿਨ ਲੈ ਗਏ ਸੀ, ਸੇਮ ਉਹ ਹਾਈਪਰ ਹੋ ਜਾਂਦਾ ਸੀਗਾ। ਉਹ ਇੰਨਾ ਕੁ ਹਾਈਪਰ ਹੋ ਜਾਂਦਾ ਸੀ, ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ। ਉਹਨੂੰ ਅਸੀਂ ਦਵਾਈ ਦਿੰਦੇ ਸੀਗੇ ਸੌਣ ਦੇ ਲਈ ਵੀ ਨਾ, ਭੈਣ ਜੀ ਹੋਣੀ ਵੀ ਪਹਿਲਾਂ ਦੱਸ ਕੇ ਗਏ ਦਵਾਈ ਦੇਣੀ ਪੈਂਦੀ ਆ। ਬਟ ਹੁਣ ਉਹਦੀ ਕੋਈ ਦਵਾਈ ਨਹੀਂ ਆ, ਉਹਦੀ ਪ੍ਰੋਪਰ ਟਾਈਮ ਤੇ ਹੋ ਗਈ। ਇੱਥੇ ਸਰੀ ਦੇ ਵਿੱਚ ਆਪਣੇ ਹੈਗਾ ਮਾਈ ਐਮਪਾਵਰ। ਅੱਛਾ, ਮੈਂ ਉੱਥੇ ਬਹੁਤ ਜਣਿਆਂ ਨੂੰ ਉਸ ਤੋਂ ਬਾਅਦ ਵਿੱਚ ਘੱਲਿਆ, ਕਿਉਂਕਿ ਆਪਣੇ ਗਿੱਲ ਸਾਹਿਬ ਏਦਾਂ ਹੁੰਦਾ ਕਿ ਆਪਾਂ ਗੱਲ ਨਹੀਂ ਕਰਦੇ ਕਿ ਕੀ ਹੋ ਰਿਹਾ ਆ ਨਾ। ਬੱਚਾ ਸਾਡਾ ਬੋਲ ਨਹੀਂ ਰਿਹਾ, ਅਸੀਂ
ਕਹਿੰਦੇ ਕਿ ਸਾਡੇ ਫੈਮਿਲੀ ਦੇ ਵਿੱਚ ਇਦਾਂ ਕਿੱਦਾਂ ਹੋ ਗਿਆ ਕਿ ਬੱਚਾ ਆਟਿਜ਼ਮ ਦੇ ਨਾਲ, ਜਾਂ ਮਤਲਬ ਕਿ ਆਪਾਂ ਕਈ ਵਾਰੀ ਇਦਾਂ ਹੁੰਦਾ ਵੀ ਸ਼ਰਮਿੰਦਗੀ ਮਹਿਸੂਸ ਕਰਨ ਲੱਗ ਬਿਲਕੁਲ ਸਟਿਗਮੇ 'ਚ ਜਾਂਦੇ ਆ ਜੀ, ਟੈਬੂ ਹੈ। ਮੈਂ ਉਹ ਗੱਲ ਮੈਂ ਵੀ ਖੁੱਲ ਕੇ ਗੱਲ ਕੀਤੀ, ਮੇਰੀ ਵਾਈਫ ਨੇ ਵੀ ਖੁੱਲ ਕੇ ਗੱਲ ਕੀਤੀ ਸਾਰਿਆਂ ਦੇ ਨਾਲ। ਅਸੀਂ ਉੱਥੇ 2-3 ਬੱਚੇ ਹੋਰ ਵੀ ਭੇਜੇ ਆ, ਬੜਾ ਵਧੀਆ ਪ੍ਰੋਪਰਲੀ ਉਹ ਉਹਨਾਂ ਨੂੰ ਗਾਈਡ ਕਰਦੇ ਆ। ਬੱਚਾ ਮਤਲਬ ਕਿ ਇੰਨਾ ਕੁ ਹੁਸ਼ਿਆਰ ਹੋ ਗਿਆ ਹੁਣ ਕਿ ਉਹ +- 5 ਸਾਲ ਦਾ ਆ, ਹਲੇ ਸਕੂਲ ਨਹੀਂ ਗਿਆ, ਉਹ ਸਾਰਾ ਕੁਝ ਕਰਦਾ 100 ਤੱਕ ਪੂਰਾ, ਉਹਦਾ ਜਿਹੜੀ ਨੰਬਰਿੰਗ ਦਾ ABC ਦਾ ਐਵਰੀਥਿੰਗ ਪ੍ਰੋਪਰ। ਬਸ ਉਹਦਾ ਇਹ ਹੀ ਆ ਕਿ ਉਹ ਟਾਈਮ ਦੇ ਉੱਪਰ ਉਹਨੂੰ ਅਸੀਂ ਜਿੱਥੇ ਅਸੈਸਮੈਂਟ ਕਰਵਾਉਣੀ ਪਈ, ਅਸੀਂ ਉਹਦੀ ਅਸੈਸਮੈਂਟ ਸਿਆਟਲ ਤੋਂ ਕਰਵਾ ਲਈ ਸੀ। ਵੈਰੀ ਗੁੱਡ। ਹਾਂਜੀ, ਉਹਦੇ ਵਿੱਚ ਪੈਸੇ ਲੱਗੇ ਬਟ ਕਿ ਉਹ ਟਾਈਮ ਤੇ ਹੋ ਗਿਆ ਸਾਰਾ ਕੁਝ। ਇਹ ਟ੍ਰੀਟ ਹੋ ਸਕਦਾ ਆ, ਬਟ ਸਮ ਕੇਸਿਸ ਦੇ ਵਿੱਚ ਜੇ ਤਾਂ ਜ਼ਿਆਦਾ ਵਰਸ ਨਾ ਹੋਵੇ। ਆਪਣੇ ਇੰਡੀਆ ਦੇ ਵਿੱਚ ਇਦਾਂ ਹੋ ਜਾਂਦਾ ਸੀਗਾ ਜੀ, ਕਹਿੰਦੇ ਬੱਚਾ ਬੋਲਦਾ ਨਹੀਂ ਆ, ਇਹਨੂੰ ਕਾਂ ਦਾ ਜੂਠਾ ਖਿਲਾ ਦਿਓ, ਬੋਲਣ ਲੱਗ ਜਾਂਦਾ। ਇਹ ਬਹੁਤ ਧਾਰਨਾ ਬਣੀਆਂ ਹੋਈਆਂ, ਇਦਾਂ ਦੀਆਂ ਬਹੁਤ ਗੱਲਾਂ ਬਣੀਆਂ ਹੋਈਆਂ ਆ, ਜਿਹੜਾ ਕਿ ਬਿਲਕੁਲ ਗਲਤ ਆ। ਬੱਚੇ ਦੀ ਅਸੈਸਮੈਂਟ ਕਰਾਓ। ਕੈਨੇਡਾ ਦੇ ਵਿੱਚ ਜਿਹੜਾ ਮੈਡੀਕਲ ਦਾ ਆ ਨਾ, ਉਹ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਹੋਇਆ ਇੱਥੇ। ਹਰਪ੍ਰੀਤ ਸਿੰਘ ਜੀ, ਮਾਈ ਐਮਪਾਵਰ ਹੈ ਜੀ ਜਿਹੜੀ ਤੁਸੀਂ ਦੱਸਿਆ ਇੰਸਟੀਚਿਊਟ? ਹਾਂਜੀ, ਮਾਈ ਐਮਪਾਵਰ ਆ। ਉਹਨਾਂ ਦੀ ਜਿਹੜੀ ਕੁੜੀ ਹੈਗੀ ਆ, ਜਿਹੜੀ ਮੇਨ ਆ, ਉਹਦਾ ਨਾਂ ਫਾਰਾ ਆ। ਫਾਰਾ ਦੇ ਨਾਲ ਗੱਲ ਕਰੋ। ਜੇ ਤੁਹਾਨੂੰ ਚਾਹੀਦਾ ਮੈਂ ਫਾਰਾ ਦਾ ਨੰਬਰ ਵੀ ਮੈਂ ਔਨ ਏਅਰ ਦੇ ਸਕਦਾ, ਜਾਂ ਮੈਂ ਤੁਹਾਨੂੰ ਭੇਜ ਦਿਓ ਜੀ, ਮੈਨੂੰ WhatsApp ਭੇਜ ਦਿਓ ਬਾਈ ਜੀ। ਥੈਂਕ ਯੂ ਸੋ ਮਚ। ਸੈਮ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਜੀ, ਦੇਖੋ ਜੋ ਸਿਸਟਮ ਨੇ ਸਤਾਏ ਹੋਏ ਲੋਕ ਤਾਂ ਹੈਗੇ ਆ, ਪਰ ਜਦੋਂ ਆਪਣੇ ਲੋਕ ਵੀ ਕੋਈ ਅਜਿਹੀ ਗੱਲ ਕਰਦੇ ਆ ਜਿਹੜੀ ਕਿ ਤੁਸੀਂ ਵਿੱਚ ਕਹਿ ਕੇ ਕੀ ਵੈਦਾ ਵੀ ਬਈ ਇਹ ਤਾਂ ਜੀ ਉਹ ਮੈਨੂੰ ਬੜਾ ਮਾੜਾ ਲੱਗਾ। ਉਹ ਤਾਂ ਮੈਂ ਇਹ ਕਹੂੰਗਾ ਵੀ ਚਲੋ ਬਾਹਲਾ ਨਹੀਂ ਮੈਂ ਬੋਲੇ ਵੀ ਫਰਜ਼ੀ ਲਾਂਤ ਕਹੂੰਗਾ ਆਪਣੀ। ਬਿਲਕੁਲ। ਔਰ ਜੇ ਕੋਈ ਪੇਰੈਂਟ ਬੜਾ ਦੁਖੀ ਹੋਇਆ ਆ ਤਾਂ ਤੁਸੀਂ ਉੱਪਰੋਂ ਆਣ ਕੇ ਉਹਨੂੰ ਇਹ ਕਹਿ ਰਹੇ ਆ ਵੀ ਇਹ ਤਾਂ ਜੀ ਰੱਬ ਦਾ ਦਿੱਤਾ ਹੋਇਆ ਹੈ, ਇਹ ਤਾਂ ਜੀ ਕਰਮਾਂ ਦਾ ਫਲ ਆ। ਟੋਟਲੀ ਰੋਂਗ ਆ। ਔਰ ਇੱਕ ਮੈਂ ਹੋਰ ਵੀ ਮੇਰੇ ਨਜ਼ਰ 'ਚ ਵੀ ਇੱਕ ਗੱਲ ਆਈ ਆ, ਉਹ ਮੈਂ ਵੀ ਕਹਿ ਜਾਂਦਾ, ਹੈਗੀ ਤਾਂ ਹਾਰਡ ਹੈ ਥੋੜੀ ਜਿਹੀ ਐਕਸੈਪਟ ਕਰਨੀ, ਪਰ ਮੈਂ ਕਹਿ ਜਾਂਦਾ ਉਹ ਇਹ ਆ ਵੀ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਉਹਦੇ ਬਾਰੇ ਵੀ ਬਹੁਤ ਪੁੱਠਾ ਸਿੱਧਾ ਬੋਲਿਆ। ਬਿਲਕੁਲ, ਉਹ ਵੀ ਇੱਕ ਸਟਿਗਮਾ ਜੀ, ਉਹ ਵੀ ਬਹੁਤ ਜਿਹੜੀ ਚੀਜ਼ ਆ ਉਹ ਚੀਜ਼ ਵੀ ਸਾਹਮਣੇ ਲਿਆਉਣੀ ਚਾਹੀਦੀ ਆ। ਵੀ ਲੈ ਕੇ ਆਵਾਂਗੇ ਜੀ ਉਹ ਵੀ। ਹਾਂਜੀ ਮੈਂ ਇੰਨੇ ਕਿੰਨਾ। ਥੈਂਕ ਯੂ ਸਰ ਜੀ, ਥੈਂਕ ਯੂ। ਸਾਊਥ ਏਸ਼ੀਅਨ ਫੈਸਟੀਵਲ ਇੱਕ PNE 'ਚ ਹੋ ਰਿਹਾ ਜੀ, ਸਾਊਥ ਏਸ਼ੀਅਨ ਫੈਮਿਲੀ ਫੈਸਟੀਵਲ ਉਹਦਾ ਨਾਮ ਹੈ। $35 'ਚ ਪੂਰਾ ਫੈਸਟੀਵਲ ਦੇਖ ਸਕਦੇ ਹੋ। ਗਾਉਣ ਵਾਲੇ ਲੱਗਣੇ ਨੇ ਅਤੇ ਸਾਰਾ ਘੁੰਮਣ ਫਿਰਨ ਨੂੰ ਇਲਾਕੇ ਦੇ ਤੁਹਾਡੇ ਕਹਿੰਦੇ ਸਾਈਨ ਲੱਗੇ ਹੋਣਗੇ। ਬਠਿੰਡੇ ਵਾਲੇ ਇੱਧਰ ਆ ਜਾਓ, ਦੁਆਬੇ ਵਾਲੇ ਇੱਧਰ ਆ ਜਾਓ, ਮਾਝੇ ਵਾਲੇ ਇੱਧਰ ਆ ਜਾਓ। $55 ਦੇ ਵਿੱਚ ਫੈਸਟੀਵਲ ਅਤੇ ਸਾਰੀਆਂ ਰਾਈਡਾਂ ਨੇ। ਪਾਰਕਿੰਗ ਫ੍ਰੀ ਹੈ, ਟਿਕਟਾਂ ਲਿਮਟਿਡ ਨੇ। TicketLeader.ca B4U ਵੀਡੀਓ ਸਰੀ ਤੋਂ ਤੁਸੀਂ ਲੈ ਸਕਦੇ ਹੋ। ਸਾਊਥ ਏਸ਼ੀਅਨ ਫੈਸਟੀਵਲ ਹੋ ਰਿਹਾ। ਥਿੰਕ ਇੰਸ਼ੋਰੈਂਸ 604 828 7213, ਅਲਬਰਟਾ ਤੇ BC ਸਵਾਮਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ 604 828 7213। ਮਨਜੀਤ ਸਿੰਘ ਅਟਵਾਲ ਜੀ, ਲਾਈਨ ਨੰਬਰ 6। ਸਤਿ ਸ਼੍ਰੀ ਅਕਾਲ ਵੀਰ ਹਰਜੀਤ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ ਬਾਈ ਜੀ। ਇੱਕ ਸੈਂਸਿਟਿਵ ਇਸ਼ੂ ਦੇ ਉੱਤੇ ਅੱਜ ਗੱਲ ਕਰ ਰਹੇ ਹਾਂ ਜੀ, ਤੇ ਮੈਂ ਵੀ ਸਾਰੀ ਗੱਲਬਾਤ ਸੁਣੀ ਆ ਔਰ ਬਹੁਤ ਸੁਣ ਕੇ ਹਮਦਰਦੀ ਆ ਉਹਨਾਂ ਪਰਿਵਾਰਾਂ ਦੇ ਨਾਲ। ਆਪਾਂ ਇਹੋ ਹੀ ਕਹਿ ਸਕਦੇ ਹਾਂ, ਹਮਦਰਦੀ ਦਿਖਾ ਸਕਦੇ ਹਾਂ। ਬਾਕੀ ਜੋ ਸਿਸਟਮ ਆ ਉਹ ਆਪਾਂ ਸਾਰੇ ਸੁਣ ਰਹੇ ਹਾਂ ਔਰ ਬਹੁਤ ਵੱਡੀ ਇੰਪਰੂਵਮੈਂਟ ਦੀ ਲੋੜ ਆ। ਪਰ ਸਭ ਤੋਂ ਵੱਡੀ ਜਿਹੜੀ ਨਾ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਦੀ ਲੋੜ ਆ। ਸਭ ਤੋਂ ਵੱਡੀ ਜਿਹੜਾ ਸਟਿਗਮਾ ਆ ਇਹਨੂੰ ਛੱਡਣਾ, ਤੇ ਜਿਹੜੀ ਇਹ ਨਾ ਇੱਕ ਤਰ੍ਹਾਂ ਦੀ ਤੁਹਮਤਬਾਜ਼ੀ ਲਾਉਣੀ, ਮਿਹਣੇ ਜੇ ਮਾਰਨੇ, ਹਨਾ, ਇਹ ਸਭ ਤੋਂ ਵੱਡਾ ਇੱਕ ਸਮਾਜ ਦੇ ਵਿੱਚ ਆਪਣੇ ਹੈਗਾ। ਪਰ ਇਹਦੇ ਵਿੱਚ ਮੈਂ ਇਹ ਸੋਚਦਾ ਵੀ ਆਪਣੇ ਨਾ ਲੋਕਾਂ ਦੀ ਮੈਂਟੈਲਿਟੀ ਪਿੱਛੋਂ ਇੰਡੀਆ ਤੋਂ ਹੀ, ਹੁਣ ਇੱਥੇ ਆ ਕੋਈ ਬੰਦਾ ਹੈਂਡੀਕੈਪ ਹੋਵੇ, ਹਨਾ, ਉਹਨੂੰ ਆਪਾਂ ਇਹ ਤਾਂ ਜ਼ਰੂਰ ਹੈਗਾ ਵੀ ਉਹਦੀਆਂ ਹੈਂਡੀਕੈਪ ਵਾਲੀਆਂ ਸਹੂਲਤਾਂ ਹੈਗੀਆਂ ਗੌਰਮੈਂਟ ਨੇ ਦਿੱਤੀਆਂ ਜਾਂ ਸਮਾਜ ਨੇ ਦਿੱਤੀਆਂ, ਇੱਥੇ ਉਹਨੂੰ ਕਰਦੇ ਆ। ਪਰ ਆਪਾਂ ਉਹਨੂੰ ਹਾਏ ਵਿਚਾਰਾ ਨਹੀਂ ਕਰਦੇ, ਨਾ ਹੀ ਉਹ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਜਿਹੜੇ ਪ੍ਰਮਾਤਮਾ ਵੱਲੋਂ ਚਲੋ ਥੋੜਾ ਬਹੁਤਾ ਕਿਸੇ ਦੇ ਵਿੱਚ ਹੈ ਕੋਈ ਊਣਤਾ ਹੀ ਰਹਿ ਗਈ, ਹਨਾ। ਤੇ ਬਾਕੀ ਇਹੋ ਹੀ ਮੈਂ ਤਾਂ ਕਹੂੰਗਾ ਵੀ ਸਭ ਤੋਂ ਵੱਡੀ ਗੱਲ ਆ ਵੀ ਆਪਾਂ ਨੂੰ ਐਜ਼ ਏ ਆਪਣਾ ਸਮਾਜ ਉੱਥੇ ਆ। ਦੇਖੋ ਹੁਣ ਜੇ ਕਿਸੇ ਦੀ ਕੋਈ ਬਾਂਹ ਲੱਤ ਦੀ ਕਾਜ ਆ, ਉਹਨੂੰ ਆਪਾਂ ਕੀ ਕੁਛ ਬੋਲਦੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਬਿਲਕੁਲ। ਤੇ ਇਹ ਸਭ ਤੋਂ ਵੱਡੀ ਗੱਲ ਆ, ਜਿਹੜੀਆਂ ਇਹ ਚੀਜ਼ਾਂ ਨੂੰ ਦੂਰ ਕਰਨਾ। ਮੈਂ ਬੱਸ ਡਰਾਈਵ ਕਰਦਾ ਰਿਹਾ, ਮੈਂ ਦੇਖਿਆ ਬੱਸਾਂ ਦੇ ਵਿੱਚ ਚੜ੍ਹਦੇ ਜਿਹੜੇ ਹੈਂਡੀਕੈਪਡ ਪੀਪਲ ਆ, ਜਿਨ੍ਹਾਂ ਨੂੰ ਲੋੜ ਆ, ਉਹਨਾਂ ਦੀਆਂ ਮੈਂ ਦੇਖਦਾ ਰਹਿਣਾ
ਤੇ ਕਿਸ ਹਿਸਾਬ ਨਾਲ ਉਹਨਾਂ ਦੇ ਵਿੱਚ ਮਜ਼ਬੂਤੀ ਕਿੰਨੀ ਆ, ਉਹ ਕਿਸ ਹਿਸਾਬ ਨਾਲ ਆਪਣੇ ਆਪ ਨੂੰ ਹੈਂਡਲ ਕਰ ਲੈਂਦੇ ਆ। ਉਹ ਬਹੁਤੀ ਵਾਰੀ ਤੁਹਾਨੂੰ ਪੁੱਛ ਕੇ ਉਹਦੀ ਹੈਲਪ ਕਰਨੀ ਪੈਂਦੀ ਆ ਵੀ ਤੈਨੂੰ ਮੈਂ ਹੈਲਪ ਕਰ ਦੇਵਾਂ। ਔਰ ਬਹੁਤੇ ਇਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਨੋ ਆਈ ਕੈਨ ਡੂ ਮਾਈ ਸੈਲਫ ਹਨਾ। ਤੇ ਇਸ ਹਿਸਾਬ ਨਾਲ ਹੈਗਾ ਆ। ਬਾਕੀ ਇਹ ਆ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਆ ਇਹ ਬਹੁਤ ਚੰਗੀ ਗੱਲ ਆ। ਇਹ ਤੋਂ ਆਪਾਂ ਨੂੰ ਸਮਾਜ ਨੂੰ ਆਪਣੇ ਲੋਕਾਂ ਨੂੰ ਸੋਚਣ ਦੇ ਵਿੱਚ ਥੋੜੀ ਜਿਹੀ ਮਦਦ ਮਿਲੂਗੀ। ਜ਼ਰੂਰ ਕਰਾਂਗੇ। ਤੇ ਲਾਸਟਲੀ ਇੱਕ ਗੱਲ ਮੈਂ ਹੋਰ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ, ਤੁਹਾਨੂੰ ਬਹੁਤ ਵਿਦ ਰਿਸਪੈਕਟ, ਤੁਸੀਂ ਮੇਰੇ ਛੋਟੇ ਭਰਾ ਵਰਗੇ ਜੀ ਜੀ। ਤਾਂ ਆਪਾਂ ਨਾ ਕਈ ਵਾਰੀ ਹਾਸੇ ਮਖੌਲ ਚ ਗੱਲ ਕਹਿ ਦਿੰਦੇ ਆ ਹਨਾ, ਜਿੱਦਾਂ ਆਪਣਾ ਪੰਜਾਬੀ ਦਾ ਇੱਕ ਅਖਾਣ ਹੀ ਆ ਇਹ, ਪਹਿਲਾਂ ਆਪਾਂ ਕਹਿ ਦਿੰਦੇ ਹਾਂ ਆਪਾਂ ਖੁਸ਼ੀ ਚ ਕਹਿੰਦੇ, ਵੈਸੇ ਉਦਾਂ ਮਖੌਲ ਨਾਲ ਖੁਸ਼ੀ ਨਾਲ ਕਹਿੰਦੇ ਆ ਵੀ ਜੇ ਮੰਗਣਾ ਹੋ ਗਿਆ ਮਿਰਗੀ ਵੀ ਹਟ ਜਾਓ। ਆਪਾਂ ਬਹੁਤ ਬਹੁਤ ਵਾਰੀ ਕਹਿ ਦਿੰਦੇ, ਪਰ ਉਹ ਆਪਾਂ ਕਹਿ ਦਿੰਦੇ ਬਿਨਾਂ ਸੋਚੇ, ਦੇਖਦੇ ਨਹੀਂ, ਆਪਾਂ ਸੋਚਦੇ ਨਹੀਂ ਇਸ ਗੱਲ ਦਾ। ਇਹ ਜਿਹੜੀ ਮਿਰਗੀ ਆ ਇਹ ਵੀ ਇੱਕ ਬਹੁਤ ਕਾਮਨ ਆ ਜੀ। ਜੇ ਤੁਸੀਂ ਰਿਸਰਚ ਕਰਕੇ ਦੇਖੋ ਤਾਂ 50% ਬਹੁਤ ਜੀ, ਇਹ ਵੀ ਮੈਂ ਵੇਖਿਆ ਨੇੜਿਓਂ। ਬਿਲਕੁਲ ਠੀਕ। ਹਾਂਜੀ ਹਾਂਜੀ, ਬਿਲਕੁਲ ਠੀਕ। ਤੇ ਪਰ ਜਦੋਂ ਮੈਂ ਉਹਦਾ ਸਲੈਂਗ ਨਹੀਂ ਹੋਣਾ ਚਾਹੀਦਾ। ਬਿਲਕੁਲ ਠੀਕ ਹੁੰਦਾ ਆ ਕਿ ਬਈ ਤੁਹਾਡਾ ਮਖੌਲ ਕੀਤਾ ਹੁੰਦਾ। ਮੈਂ ਪਰਸਨਲੀ ਤਾਂ ਕਹਿ ਰਿਹਾ ਬਿਕੋਜ਼ ਤੁਸੀਂ ਹੋਸਟ ਆ ਹਨਾ ਜੀ, ਔਰ ਮੈਂ ਤੁਹਾਡੇ ਮਖੌਲੀ ਸੁਭਾਅ ਦੇ ਵਿੱਚੋਂ ਮੈਂ ਇਹ ਗੱਲਾਂ ਸੁਣੀਆਂ। ਇਦਾਂ ਨਹੀਂ ਵੀ ਤੁਸੀਂ ਉਹ ਕਿਸੇ ਨੂੰ ਲਾ ਕੇ ਨਾ ਜੀ, ਨਹੀਂ, ਉਹਨੂੰ ਕਰੈਕਟ ਕਰਾਂਗੇ। ਇਹ ਇੱਕ ਸਟਿਗਮਾ, ਇਹਨੂੰ ਇਹ ਠੀਕ ਨਹੀਂ, ਇਹਨੂੰ ਬੰਦ ਕਰਾਂਗੇ। ਬਿਲਕੁਲ ਠੀਕ ਹੈ ਹਰਜੀਤ ਸਿੰਘ ਜੀ। ਜਿਹੜੇ ਬੰਦੇ ਨਾ ਉਸ ਸਿਚੁਏਸ਼ਨ ਦੇ ਵਿੱਚ ਲੰਘ ਰਹੇ ਆ, ਬਿਲਕੁਲ ਠੀਕ, ਉਸ ਵੇਲੇ ਉਹਨਾਂ ਦੇ ਉੱਤੇ ਕੀ ਬੀਤਦੀ ਆ ਉਹ ਆਪਾਂ ਸਮਝ ਹੀ ਨਹੀਂ ਸਕਦੇ। ਬਿਲਕੁਲ ਠੀਕ ਆ ਤੁਹਾਡੀ, ਆਪਣਾ ਧਿਆਨ ਹੀ ਨਹੀਂ ਜਾਂਦਾ ਉਧਰ ਨੂੰ ਜੀ। ਸੋ ਮੈਂ ਆਪਣੇ ਪਰਸਨਲ ਤੌਰ ਤੇ ਤੁਹਾਨੂੰ ਇਹ ਬੇਨਤੀ ਕਰੂੰਗਾ ਵੀ ਇਦਾਂ ਦੀਆਂ ਚੀਜ਼ਾਂ ਦੀ ਆਪਾਂ ਨੂੰ ਅਵੇਅਰਨੈਸ ਕਰਨੀ ਚਾਹੀਦੀ ਹੈ। ਬਿਲਕੁਲ ਨਹੀਂ ਕਰਾਂਗੇ, ਇਹਦਾ ਖਿਆਲ ਰੱਖਾਂਗੇ ਗਾਂ ਨੂੰ, ਤੇ ਇਹਦੇ ਤੇ ਸਾਖਰਤਾ ਆਉਣੀ ਚਾਹੀਦੀ ਹੈ। ਬਿਲਕੁਲ ਠੀਕ। ਆਪਾਂ ਐਜ਼ ਏ ਮਖੌਲ ਕਹਿ ਦਿੰਦੇ, ਪਰ ਜਿਹੜੇ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਉਹਦੇ ਉੱਤੇ ਉਹਦੇ ਦਿਲ ਦੀ ਗੱਲ ਸਮਝੀ। ਦੇਖੋ ਅੱਜ ਭੈਣ ਜੀ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਇਹੋ ਹੀ ਗੱਲਾਂ ਦੱਸਦੀਆਂ ਵੀ ਆਪਾਂ ਕਿੰਨੇ ਆਪਾਂ ਅਨਅਵੇਅਰ ਆ ਇਹਨਾਂ ਚੀਜ਼ਾਂ ਤੋਂ, ਕਿੰਨੇ ਆਪਾਂ ਨਾ ਚੀਜ਼ਾਂ ਨੂੰ ਲਾਈਟਲੀ ਲੈਂਦੇ ਆ। ਠੀਕ ਆ ਬਾਈ ਜੀ, ਥੈਂਕ ਯੂ। ਗੱਲਬਾਤ ਚੱਲ ਰਹੀ ਹੈ। ਕਈ ਵਾਰ ਕੁਝ ਸਰੀਰਕ ਮੁਸ਼ਕਲਾਂ ਕਰਕੇ ਆਪਾਂ ਉਸ ਕਮਿਊਨਿਟੀ ਦੇ ਮੈਂਬਰਾਂ ਦਾ ਜਾਂ ਪਰਿਵਾਰਾਂ ਦੇ ਨਾਲ ਦੁਰਵਿਹਾਰ ਕਰਦੇ ਹਾਂ, ਉਹਨੂੰ ਕਲੰਕ ਮੰਨਦੇ ਹਾਂ, ਉਹਨੂੰ ਸਟਿਗਮਾ ਮੰਨਦੇ ਹਾਂ। ਇਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਤੁਹਾਡੇ ਲਈ ਤਾਂ ਕੋਈ ਮੁਸ਼ਕਿਲ ਨਹੀਂ। ਪਰਿਵਾਰ ਦਾ ਬੱਚਾ, ਪਰਿਵਾਰ ਕੇਅਰ ਕਰ ਰਿਹਾ ਹੈ, ਪਰਿਵਾਰ ਦਾ ਕੋਈ ਜੀਅ ਹੈ। ਤੁਸੀਂ ਤਾਂ ਇੱਕ ਭਾਈਚਾਰੇ ਦੇ ਤੌਰ 'ਤੇ ਜੇ ਕਦੇ ਚਾਂਸ ਮਿਲਦਾ ਉਹਦੇ ਨਾਲ ਉਹਨਾਂ ਦੀ ਸਰਾਹਨਾ, ਜਿਹੜੀ ਐਪਰੀਸੀਏਸ਼ਨ, ਅਤੇ ਨਾਲ ਹੀ ਸ਼ੁਕਰਾਨਾ ਕਿ ਮੈਂ ਠੀਕ ਹਾਂ, ਮੇਰਾ ਪਰਿਵਾਰ ਠੀਕ ਹੈ। ਇਹ ਸ਼ਬਦ ਜਿਹੜੇ ਮੈਂ ਸਾਂਝੇ ਕਰ ਰਿਹਾ ਤੁਹਾਡੇ ਨਾਲ। ਜਗਦੀਪ ਬਰਾੜ ਜੀ, ਵਿਨੀਪੈਗ ਤੋਂ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਬਹੁਤ ਨਾ ਇਹ ਸੀਰੀਅਸ ਹੈਗਾ, ਜਾਣੀ ਕਾਫੀ ਕੇਸਿਸ ਆ ਹੁਣ ਇਹਨਾਂ ਪਿਛਲੇ 10-12 ਸਾਲਾਂ 'ਚ ਆਪਣੀ ਫੈਮਿਲੀ ਵਿੱਚ ਵੀ ਸੀਗਾ। ਤੇ ਜਦੋਂ ਤਾਂ ਪਹਿਲੀ ਗੱਲ ਤਾਂ ਤੁਹਾਨੂੰ ਡਾਕਟਰ ਦੱਸ ਦਿੰਦਾ ਨਾ ਵੀ ਆਟਿਜ਼ਮ ਹੈ, ਉਦੋਂ ਪਤਾ ਲੱਗਦਾ ਵੀ ਪਰਿਵਾਰ ਤੇ ਕੀ ਬੀਤਦੀ, ਬਹੁਤ ਔਖਾ ਹੋ ਜਾਂਦਾ ਉਦੋਂ। ਤੇ ਪਰ ਇਹਨਾਂ ਵੀ ਹੋ ਜਾਂਦਾ ਠੀਕ ਹੈ, ਬਹੁਤ ਘੱਟੋ ਘੱਟ ਮੈਨੂੰ ਲੱਗਦਾ ਵੀ 80% ਜਦੋਂ ਬੱਚਾ 8-9 ਸਾਲ ਦਾ ਹੁੰਦਾ ਨਾ। ਸਾਡੇ ਗੁੜੀਆ ਹੁਣ ਬਹੁਤ ਜਦੋਂ ਵੀ ਬੋਲਣ ਲੱਗੀ ਨਾ, ਇੰਨਾ ਪਰਿਵਾਰ ਦੇ ਵਿੱਚ ਖੁਸ਼ੀ ਹੈ ਤੇ ਇੰਨਾ ਵਧੀਆ ਸੋਹਣਾ ਬੋਲਣ ਲੱਗ ਗਏ। ਤੇ ਪਰ ਇੱਥੇ ਹੁਣ ਇਹਨਾਂ ਨੇ ਨਾ ਜਿਵੇਂ ਸਕੂਲ ਤੋਂ ਪਹਿਲਾਂ ਵੀ ਕਰਤਾ ਸ਼ੁਰੂ ਦਾ ਪ੍ਰੀ ਸਕੂਲ ਵਗੈਰਾ, ਤੇ ਸਕੂਲ ਵਾਲਿਆਂ ਨੇ ਜੋ ਸਾਰੇ ਨਿਊਟ੍ਰੀਸ਼ਨ ਦੇ ਪ੍ਰੋਗਰਾਮ ਹੈ ਉਹਨਾਂ ਨੇ ਬਹੁਤ ਹੈਲਪ ਕੀਤੀ ਤੇ ਬਹੁਤ ਵਧੀਆ ਦੂਜਾ ਆਪਣਾ ਬੋਲਣ ਲੱਗ ਪਈ ਗੁੜੀਆ ਉਹ। ਤੇ ਜੇ ਤੁਸੀਂ ਹੁਣ ਮਤਲਬ ਕੋਈ ਵੀ ਕਰੋ, ਜਿੰਨਾ ਆਪਾਂ ਹੋ ਸਕੇ ਤੁਹਾਡੇ ਨਾਲ ਆ ਤੇ ਹੈਲਪ ਪੈਸੇ ਤੇ ਜ਼ਰੂਰ ਕਰਾਂਗੇ। ਧੰਨਵਾਦ। ਥੈਂਕ ਯੂ ਬਰਾੜ ਸਾਹਿਬ, ਥੈਂਕ ਯੂ। ਜਸਪਾਲ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਲਾਈਨ ਕੱਟੀ ਗਈ ਸੀ ਤੁਹਾਡੀ ਜੀ। ਹਾਂਜੀ, ਕੋਈ ਨਹੀਂ ਜੀ। ਸੋ ਮੈਂ ਪਹਿਲਾਂ ਤਾਂ ਇਹੀ ਜ਼ਰੂਰੀ ਪੋਜ਼ਿਟਿਵ ਗੱਲ ਦੱਸਣੀ ਹੈ ਕਿ ਆਟਿਜ਼ਮ ਕੋਈ ਬਿਮਾਰੀ ਨਹੀਂ ਹੈਗੀ, ਇਹ ਤਾਂ ਇੱਕ ਕਿਸਮ ਦਾ ਟੈਲੈਂਟ ਆ ਬੱਚਿਆਂ ਦੇ ਵਿੱਚ। ਸੋ ਜਿਹੜੇ ਬੱਚੇ ਦੇ ਵਿੱਚ ਜਿਹੜਾ ਆਟਿਜ਼ਮ ਵਾਲਾ ਬੱਚਾ ਕਰ ਸਕਦਾ ਉਹ ਦੂਜਾ ਕੋਈ ਨਹੀਂ ਕਰ ਸਕਦਾ। ਉਹਨਾਂ ਦੀ ਬਸ ਜਿਹੜੀ એનર્ਜੀ ਆ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਸਹੀ ਪਾਸੇ ਲਾਉਣਾ, ਕਿਉਂਕਿ ਜਿੰਨੀ ਉਹਨਾਂ 'ਚ એનર્ਜੀ ਆ ਉਹ ਨਾਰਮਲ ਨਹੀਂ ਹੋ ਸਕਦੀ, ਉਹ ਬਹੁਤ ਹਾਈ ਲੈਵਲ ਦੀ એનર્ਜੀ ਆ। ਸੋ ਸੈਕਿੰਡ, ਹੁਣ ਮੈਂ ਉਹਨਾਂ ਵਾ ਜਿਹੜੇ ਆਪਣੇ ਸਨੀ ਹਿੱਲ। ਸੋ ਹਾਂਜੀ, ਸੋ ਮੈਨੂੰ ਇਹ ਨਹੀਂ ਸਮਝ ਲੱਗਦੀ। ਮੈਂ ਬਹੁਤ ਪੇਰੈਂਟਸ ਨੂੰ ਮਿਲਿਆ, ਬਹੁਤ ਅੱਜ ਤੱਕ ਇੱਕ ਵੀ ਪੇਰੈਂਟਸ ਏਦਾਂ ਦਾ ਨਹੀਂ ਸੀਗਾ ਜਿਹਨੇ ਕਿਹਾ ਹੋਵੇ ਕਿ ਸਨੀ ਹਿੱਲ 'ਚ ਸਾਡੀ ਵਾਰੀ ਆ ਗਈ, ਕਿਉਂਕਿ ਸਾਰਿਆਂ ਨੇ ਦੱਸਿਆ 2-3 ਸਾਲ ਦੀ ਵੇਟ ਆ। ਸਾਰੇ ਪ੍ਰਾਈਵੇਟ ਕਰਾ ਰਹੇ ਨੇ, ਜਿੰਨਿਆਂ ਨੂੰ ਵੀ ਮੈਂ ਮਿਲਿਆ, ਬਹੁਤ ਪੇਰੈਂਟਸ ਨੂੰ ਮਿਲਿਆ, ਸਾਰੇ ਪ੍ਰਾਈਵੇਟ ਕਰਾਉਂਦੇ ਆ। ਸੋ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਫਿਰ ਸਨੀ ਹਿੱਲ 'ਚ ਜਾਂਦਾ ਕੌਣ ਆ? ਉੱਥੇ ਵੇਟਿੰਗ ਕਿਸ ਚੀਜ਼ ਦੀ ਆ? ਇਹ ਸਕੈਮ ਆ ਜਿੱਦਾਂ ਸਿੱਧਾ। ਜੇ ਪ੍ਰਾਈਵੇਟ ਜਾ ਰਹੇ ਨੇ ਤਾਂ ਫਿਰ ਉੱਥੇ ਵੇਟਿੰਗ ਕਾਹਦੀ ਹੈ? ਮੈਂ ਅੱਜ ਤੱਕ ਗਿੱਲ ਸਾਹਿਬ 100 ਤੋਂ ਜ਼ਿਆਦਾ ਪੇਰੈਂਟਸ ਨੂੰ ਮਿਲਿਆ, ਸੋ ਇੱਕ ਨੇ ਵੀ ਇਹ ਨਹੀਂ ਕਿਹਾ ਵੀ, ਕਿਉਂਕਿ ਜਦੋਂ ਪੇਰੈਂਟਸ ਨੂੰ ਪਤਾ ਲੱਗਦਾ ਵੀ 3 ਸਾਲ ਦੀ ਵੇਟ ਆ, ਕੋਈ ਨਹੀਂ ਵੇਟ ਕਰਦਾ। ਹਰੇਕ ਨੂੰ ਏਦਾਂ ਹੁੰਦਾ ਚਾਹੇ 5 ਲੱਗੇ ਚਾਹੇ 10,000,
ਅਸੀਂ ਪ੍ਰਾਈਵੇਟ 2-3 ਮਹੀਨੇ 'ਚ ਕਰਾ ਕੇ ਪ੍ਰੋਸੈਸ ਸ਼ੁਰੂ ਕਰੀਏ। ਸੋ ਕੋਈ ਨਹੀਂ ਵੇਟ ਕਰਦਾ। ਸੋ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਸਨੀ ਹੈਲਥ 'ਚ ਫਿਰ ਜਾਂਦਾ ਕੌਣ, ਉੱਥੇ 3 ਸਾਲ ਦੀ ਵੇਟਿੰਗ 'ਚ ਕਿੱਧਰੋਂ ਆਈ ਪਈ ਆ। ਸੋ ਇੱਕ ਤਾਂ ਜਿਵੇਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੀ ਕਰ ਸਕਦੇ ਰੇਡੀਓ ਵਾਲੇ, ਜੇ ਤੁਸੀਂ ਇਸ ਚੀਜ਼ ਤੇ ਕੁਛ ਕਰ ਸਕਦੇ ਹੋ ਵੀ ਉਹਨਾਂ ਤੋਂ ਪਤਾ ਕਰ ਲਓ ਵੀ, ਜਾਂ ਹੈਲਥ ਵਾਲਿਆਂ ਨੂੰ ਵੀ ਇੰਨੀ ਵੇਟ ਕਿੱਥੋਂ ਆ ਰਹੀ ਆ। ਜਵਾਕ ਤਾਂ ਸਾਰੇ ਕੋਈ ਅਮਰੀਕਾ 'ਚੋਂ ਕਰਾ ਲਿਆਉਂਦਾ, ਕੋਈ ਪ੍ਰਾਈਵੇਟ ਕਰਾਈ ਜਾਂਦਾ, ਕੋਈ ਨਹੀਂ ਵੇਟ ਕਰਦਾ। ਹਰੇਕ ਨੂੰ ਪਤਾ 3 ਸਾਲ ਦੇ ਵਿੱਚ ਤਾਂ ਗੱਡੀ ਹੱਥੋਂ ਲੰਘ ਜਾਣੀ ਆ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਸੁਨੀਲ ਜੀ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਹੁਣ ਤੁਹਾਨੂੰ ਆਪਣੀ ਗੱਲ ਹੀ ਦੱਸਦਾ। ਮੇਰੇ ਬੇਟੇ ਨੂੰ 2000 ਦੇ ਵਿੱਚ ਜਿਹੜੀ ਮੇਰੀ ਡਾਕਟਰ ਸੀਗੀ, ਉਹਨੇ ਕਿਹਾ ਕਿ ਮੈਨੂੰ ਸ਼ੱਕ ਆ। ਅੱਛਾ। ਪਰ ਹੋ ਸਕਦਾ ਹੈ ਅੱਜ ਆਪਾਂ ਸਨ 23 ਚ ਗੱਲ ਕਰ ਰਹੇ ਹਾਂ, ਰਿਸੋਰਸਿਸ ਦੀ ਘਾਟ ਹੋਵੇ, ਪਰ ਮੈਂ ਜਿਹੜੀ ਪੋਜ਼ਿਟਿਵ ਚੀਜ਼ ਦੱਸਣੀ ਚਾਹੂੰਗਾ ਕਿ 2000 ਸਨ ਦੇ ਵਿੱਚ ਮੇਰੀ ਜਿਹੜੀ ਵਾਰੀ ਸੀ ਉਹ 2 ਮਹੀਨਿਆਂ 'ਚ ਹੀ ਆ ਗਈ ਸੀ। ਸਾਰੇ ਟੈਸਟ ਜਿਹੜੇ ਸੀਗੇ ਨਾ ਹਰਜੀਤ ਸਿੰਘ 4 ਮਹੀਨਿਆਂ 'ਚ ਕੰਪਲੀਟ ਹੋ ਗਏ। ਉਹਨੇ ਫਿਰ ਇਹ ਕੱਢਿਆ ਕਿ ਅਸਲ ਦੇ ਵਿੱਚ, ਮੈਂ ਇਹ ਗੱਲ ਜ਼ਰੂਰ ਹੀ ਦੱਸਣੀ ਚਾਹੁੰਦਾ ਆਪਣੇ ਪੰਜਾਬੀ ਪਰਿਵਾਰਾਂ ਨੂੰ, ਬੱਚੇ ਜਦੋਂ ਬਾਹਰ ਜਾਂਦੇ ਆ ਟੀਵੀ ਦੇਖਦੇ ਜ਼ਿਆਦਾ ਇੰਗਲਿਸ਼, ਉਦੋਂ ਤਾਂ ਪੰਜਾਬੀ ਹੁੰਦੇ ਵੀ ਘੱਟ ਸੀਗੇ, ਤੇ ਆਪਾਂ ਗੱਲਾਂ ਕਰਦੇ ਆ ਪੰਜਾਬੀ 'ਚ, ਉਹ ਫਿਰ ਬੱਚਾ ਕਨਫਿਊਜ਼ ਹੋ ਜਾਂਦਾ। ਫਿਰ ਮੈਨੂੰ ਜਿਹੜੀ ਸਪੀਚ ਥੈਰੇਪਿਸਟ ਸੀ ਮਿਸਿਸ ਮਾਨ, ਸਰਜੀਤ ਮਾਨ, ਉਹਨੇ ਮੈਨੂੰ ਕਿਹਾ ਵੀ ਤੁਸੀਂ ਇੱਕ ਲੈਂਗੁਏਜ ਚੂਜ਼ ਕਰੋ। ਮੈਂ ਕਿਹਾ ਵੀ ਇਹਨੇ ਅੰਗਰੇਜ਼ੀ ਸਕੂਲ 'ਚ ਜਾ ਕੇ ਪੜ੍ਹਨੀ ਹੈ, ਇੰਗਲਿਸ਼ ਬੱਚਿਆਂ ਦੇ ਨਾਲ ਹੀ ਬਹਿਣਾ, ਵੀ ਇਹਨੂੰ ਇੰਗਲਿਸ਼ ਆਪਾਂ ਸਟਾਰਟ ਕਰਦੇ ਹਾਂ। ਮੈਂ ਫਿਰ ਆਪਣੇ ਬੇਟੇ ਨੂੰ ਇੰਗਲਿਸ਼ ਦੇ ਵਿੱਚ, ਅਸੀਂ ਸਾਰੇ ਆਪ ਘਰ 'ਚ ਵੀ ਪੰਜਾਬੀ ਬੋਲਣੀ ਬੰਦ ਕਰਤੀ ਇੰਗਲਿਸ਼ 'ਚ, ਪਰ ਫਿਰ ਮੈਂ ਉਹਨੂੰ ਪਾਇਆ ਖਾਲਸਾ ਸਕੂਲ 'ਚ, ਉਹ ਥੋੜਾ ਜਿਹਾ ਵੱਡਾ ਹੋ ਗਿਆ, ਸਪੀਚ ਉਹਦੀ ਸਟਾਰਟ ਹੋ ਗਈ, ਤਾਂ ਕਿ ਉਹ ਪੰਜਾਬੀ ਵੀ ਸਿੱਖ ਜੇ। ਹੁੰਦਾ ਕੀ ਆ ਕਿ ਆਟਿਜ਼ਮ ਕੋਈ ਮੈਨੇਜੇਬਲ, ਜਿਹਨੂੰ ਕਹਿ ਲਓ ਚੈਲੰਜ ਹੈ, ਮੈਨੇਜੇਬਲ ਚੈਲੰਜ ਇਹਨੂੰ ਕਿਹਾ ਜਾ ਸਕਦਾ, ਪਰ ਮਿਹਨਤ ਕਰਨੀ ਪੈਣੀ। ਮੈਂ ਤੁਹਾਨੂੰ ਇੱਕ ਨਾਂ ਦੱਸਦਾ ਹੁਣ ਜੀ। ਸਰਦਾਰ ਹਰਿੰਦਰ ਸਿੰਘ ਫੂਲਕਾ, ਸਿੱਖ ਕੌਮ ਦੇ ਵਿੱਚ ਇੱਕ ਬੜੇ ਨਾਂ ਵੱਡਾ ਉਹਨਾਂ ਦਾ ਜੀ। ਉਹਨਾਂ ਦਾ ਬੇਟਾ ਸਾਹਿਬ ਸਿੰਘ ਉਹ ਆਰਟਿਸਟਿਕ ਆ। ਅੱਛਾ, ਠੀਕ ਹੈ। ਆਪਣੇ ਇੱਕ ਦੋਸਤ ਨੇ ਬਲਜੀਤ ਸਿੰਘ ਘੁੰਮਣ, ਤੁਸੀਂ ਸੁਣਿਆ ਹੋਣਾ, ਕਾਫੀ ਐਕਟਿਵਿਸਟ ਨੇ ਟੋਰਾਂਟੋ 'ਚ, ਉਹਨਾਂ ਨੇ ਬਣਾਇਆ ਹੋਇਆ 6 for Autism। ਓਕੇ। ਉਹਨਾਂ ਦੀ ਬੇਟੀ ਵੀ ਹੈਗੀ ਆ ਆਰਟਿਸਟਿਕ। ਸੋ ਆਲਰੇਡੀ ਜਿਹੜੇ ਬੰਦੇ ਪਰਿਵਾਰ ਸੋਚ ਦੇ ਵਿੱਚ ਹੁੰਦੇ ਆ, ਉਹ ਕੁਛ ਨਾ ਕੁਛ ਐਕਟੀਵਿਟੀ ਜਾਂ ਕੁਛ ਨਾ ਕੁਛ ਕਰਦੇ ਰਹਿੰਦੇ ਆ, ਪਰ ਕਿਉਂਕਿ ਜਦੋਂ ਉਹ ਚੀਜ਼ ਕਿਸੇ ਨੂੰ ਇਫੈਕਟ ਨਹੀਂ ਕੀਤੀ ਹੁੰਦੀ, ਬੰਦੇ ਕਹਿੰਦੇ ਸਾਡੇ ਕਿਹੜਾ ਘਰ 'ਚ ਹੈਗੀ ਆ। ਤੇ ਜਿਹੜਾ ਤੁਸੀਂ ਇਹ ਪ੍ਰੋਗਰਾਮ ਕੀਤਾ, ਹਾਂ ਟੋਰਾਂਟੋ ਚੱਲ ਰਿਹਾ, ਕਿਸੇ ਦਿਨ ਬਲਜੀਤ ਸਿੰਘ ਘੁੰਮਣ ਨੂੰ ਵੀ ਚਾਹੇ ਆਨ 에ਅਰ ਲਿਆਓ, ਤਾਂ ਕਿ ਤੁਹਾਨੂੰ ਪਤਾ ਲੱਗ ਜਾਓ ਕਿੱਦਾਂ ਦੀ ਐਕਟੀਵਿਟੀਜ਼ ਕਰਦੇ ਆ। ਪਿਛਲੇ 4-5 ਸਾਲਾਂ ਨੂੰ ਦੇਖਦੇ ਹੋ ਗਿਆ, ਤੇ ਇੱਥੇ ਵੀ ਜੇ ਕੋਈ ਚਲਾਣੀ ਚਾਹਣ, ਆਪਾਂ ਵੀ ਉਹਦੇ ਵਿੱਚ ਚੱਲਾਂਗੇ। ਇਹ ਡਜ਼ਨਟ ਮੈਟਰ ਕਿ ਤੁਹਾਡਾ ਬੱਚਾ ਵੀ ਸੀਗਾ ਕਿ ਨਹੀਂ ਸੀਗਾ, ਆਪਾਂ ਐਜ਼ ਏ ਹਿਊਮੈਨਿਟੀ ਤੌਰ ਤੇ ਹੈਲਪ ਕਰਾਂਗੇ। ਥੈਂਕ ਯੂ ਵੀਰ ਜੀ। ਗੁਰਪ੍ਰੀਤ ਸਿੰਘ ਜੀ, ਲਾਈਨ ਨੰਬਰ 4। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਾਂ ਜੀ, ਮੈਂ ਪਹਿਲੀ ਵਾਰ ਕਾਲ ਕਰ ਰਿਹਾ, ਫਸਟ ਟਾਈਮ। ਥੈਂਕ ਯੂ। ਤੇ ਇਹ ਵਿਸ਼ਾ ਜਿਹੜਾ ਲੈ ਕੇ ਆਏ ਹੋ ਤੁਸੀਂ, ਬਹੁਤ ਵਧੀਆ ਲੈ ਕੇ ਆਏ ਹੋ। ਇਹ ਮੇਰੇ ਨਾਲ ਹੀ ਹੋਇਆ, ਜਿਵੇਂ ਮੇਰੀ ਬੇਟੀ ਆਟਿਸਟਿਕ ਹੈ, ਤੇ ਮੈਨੂੰ ਨਹੀਂ ਸੀ ਪਤਾ, ਮੈਨੂੰ ਕੈਨੇਡਾ ਆ ਕੇ ਪਤਾ ਲੱਗਿਆ ਜਦੋਂ। ਹੁਣ ਉਹ 7 ਸਾਲ ਦੀ ਆ, ਮੈਂ ਇੱਥੇ ਅਸੈਸਮੈਂਟ ਕਰਵਾਈ ਆ ਉਹਦੀ, ਤੋ ਮੈਨੂੰ ਹੁਣ ਜਾ ਕੇ ਪਤਾ ਲੱਗਿਆ ਵੀ ਉਸਨੂੰ ਆਟਿਸਟਿਕ ਮਤਲਬ ਕਿ ਡਾਕਟਰ ਨੇ ਡਿਕਲੇਅਰ ਕੀਤਾ ਹੈ ਜੀ। ਬਟ ਮੈਂ ਉਸਦੀ ਜਿਹੜੀ ਗੱਲ ਕੀਤੀ ਵੇਟਿੰਗ ਦੀ, ਉਹ ਗੱਲ ਸੱਚੀ ਆ। ਉੱਥੇ 2 ਸਾਲ ਦੀ ਵੇਟਿੰਗ ਸਨੀ ਹਿਲਸ ਚੱਲਦੀ ਹੈ, ਤੋ ਮੈਂ ਪ੍ਰਾਈਵੇਟਲੀ ਕਰਵਾਇਆ ਆਪਣੀ ਬੇਟੀ ਦਾ। $6-7 ਲੱਗਿਆ, ਤੋ 6 ਮਹੀਨੇ 'ਚ ਹੋ ਗਿਆ ਉਸਦਾ ਅਸੈਸਮੈਂਟ। ਤੇ ਮੈਂ ਇਹੀ ਚਾਹੁੰਦਾ ਵੀ ਬੱਚੇ ਨਾਲ ਭੇਦਭਾਵ ਨਾ ਹੋਵੇ, ਵੀ ਉਸਨੂੰ ਨਾਰਮਲੀ ਟਰੀਟ ਕਰੋ। ਜਿੱਥੇ ਵੀ ਬੱਚੇ ਨੂੰ ਲੈ ਕੇ ਜਾਂਦੇ ਹੋ ਉਸਨੂੰ ਨਾਰਮਲੀ ਸਾਰੇ ਇੱਕ ਬਰਾਬਰ ਮੰਨਣਾ ਚਾਹੀਦਾ। ਮੈਂ ਆਪਣੀ ਬੇਟੀ ਨੂੰ ਹਰ ਜਗ੍ਹਾ ਲੈ ਕੇ ਜਾਂਦਾ, ਤਾਂ ਜੋ ਉਸਨੂੰ ਵੀ ਨਾਰਮਲ ਬੱਚੇ ਦੀ ਤਰ੍ਹਾਂ ਉਹ ਡਿਜ਼ਰਵ ਕਰਦੀ ਆ ਜੀਏ, ਤੇ ਹਰ ਚੀਜ਼ ਨੂੰ ਉਹ ਮਹਿਸੂਸ ਕਰੇ ਔਰ ਹੰਡਾਏ। ਥੈਂਕ ਯੂ, ਬਹੁਤ ਧੰਨਵਾਦ, ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ। ਤੇ ਹੋਰ ਕਾਲਰਸ ਨੇ, ਮੈਂ ਛੇਤੀ ਸਾਰਿਆਂ ਨਾਲ ਗੱਲ ਕਰਦਾ। ਗਗਨ ਜੀ, ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਇਸ ਤਰ੍ਹਾਂ 2 ਗੱਲਾਂ ਨੇ। ਇੱਕ ਤਾਂ ਇਸ਼ੂ ਆ ਵਾ ਕਿ ਇੱਥੇ ਨਾਰਮਲੀ ਮੋਸਟ ਆਫ ਦੇ ਬੱਚਿਆਂ ਨੂੰ ਆਟਿਜ਼ਮ ਦੀ ਪ੍ਰੋਬਲਮ ਹੋ ਕਿਉਂ ਰਹੀ ਆ। ਬੱਚੇ, ਮੇਰਾ ਬੇਬੀ ਵੀ ਹੈਗਾ 3 ਸਾਲ ਦਾ ਵਾ, ਉਹ ਪਿਛਲੇ ਮਹੀਨੇ 3 ਸਾਲ ਦਾ ਹੋਇਆ। 1.5 ਸਾਲ ਦਾ ਸੀਗਾ, ਅਸੀਂ ਡਾਕਟਰ ਕੋਲੇ ਗਏ, ਸਪੈਸ਼ਲਿਸਟ ਕੋਲੇ, ਜਸਟ ਰੈਗੂਲਰ ਵਿਜ਼ਿਟਸ ਤੇ। ਕਹਿੰਦਾ ਮੈਨੂੰ ਸ਼ੱਕ ਆ ਕਿ ਤੇਰੇ ਬੇਬੀ 'ਚ ਥੋੜੇ ਆਟਿਜ਼ਮ ਦੇ ਲੱਛਣ ਨੇ। ਮੈਂ ਥੋੜੇ ਆਟਿਜ਼ਮ ਦੇ ਲੱਛਣ ਦਾ ਕੀ ਮਤਲਬ ਹੋਇਆ?
ਤੇ ਮੈਂ ਕਿਹਾ ਨਹੀਂ, ਮੈਂ ਦੂਜਾ ਓਪੀਨੀਅਨ ਲਵਾਂਗਾ। ਫਿਰ ਮੈਂ ਇੱਕ ਹੋਰ ਡਾਕਟਰ ਦਾ ਓਪੀਨੀਅਨ ਲਿਆ, ਉਹ ਕਹਿੰਦੇ ਨੋ ਹੀ ਇਜ਼ ਪਰਫੈਕਟਲੀ ਫਾਈਨ। ਇਹ ਇੱਕ ਮੇਰੇ ਹਿਸਾਬ ਨਾਲ ਡਾਕਟਰ ਇਹ ਨਾ ਸਕੈਮ ਆ, ਕਿਉਂਕਿ ਮੇਰਾ ਦੋਸਤ ਆ, ਉਹਦੀ ਬੇਟੀ ਨੂੰ ਵੀ ਆਟਿਜ਼ਮ, ਉਹ ਐਲਬਰਟਾ 'ਚ ਰਹਿੰਦੇ ਨੇ। ਇਹ ਸ਼ਬਦ ਸਕੈਮ ਬਹੁਤ ਆ ਰਿਹਾ, ਇਹ ਕੀ ਮਹਿਸੂਸ ਕਰ ਰਹੇ ਨੇ ਪੇਰੈਂਟਸ? ਵਾਕਈ ਇਹ ਗੱਲ ਮੁਸ਼ਕਲ ਹੈ। ਤੁਹਾਨੂੰ ਮੈਂ ਦੱਸਦਾ, ਉਹ ਐਲਬਰਟਾ 'ਚ ਰਹਿੰਦਾ। ਉਹਨੇ ਜਦੋਂ ਉਹਦੀ ਬੇਟੀ ਨੂੰ ਉਹਨੇ ਡਿਕਲੇਅਰ ਕੀਤਾ, ਉਹਨੇ ਫਿਰ ਸਾਰੀ ਨਾ ਅੱਗੋਂ ਪਿੱਛੇ ਸਾਰੀ ਸਟੱਡੀ ਕੀਤੀ। ਉਹਨੇ ਇਹ ਫਾਊਂਡ ਆਊਟ ਕੀਤਾ ਕਿ ਜਿਹੜਾ ਵੀ ਡਾਕਟਰ ਇੱਕ ਬੱਚੇ ਨੂੰ ਆਟਿਜ਼ਮ ਡਿਕਲੇਅਰ ਕਰਦਾ ਵਾ, ਉਹਨੂੰ ਐਜ਼ ਅ ਡਾਕਟਰ ਨੂੰ ਵੀ ਫੰਡ ਮਿਲਦਾ ਵਾ, ਡਾਕਟਰ ਨੂੰ ਵੀ ਮਿਨਿਸਟਰੀ ਵੱਲੋਂ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਪਰ ਈਅਰਲੀ, ਪਰ ਬੱਚੇ ਦੇ। ਇਹ ਚੀਜ਼ ਆ, ਤਾਂ ਕਰਕੇ ਮੋਸਟ ਆਫ ਦੇ ਬੱਚਿਆਂ ਨੂੰ ਉਹ ਥੋੜਾ ਜਿਹਾ ਵੀ ਕੋਈ ਕਮਾਂਡ ਫੋਲੋ ਨਹੀਂ ਕਰਦਾ, ਉਹ ਕਹਿ ਦਿੰਦੇ ਆ ਜੀ ਇਹਨੂੰ ਇਹਦਾ ਸਪੈਕਟਰਮ ਟੈਸਟ ਕਰਾਓ, ਤੇ ਉਹਦੇ ਵਿੱਚ ਬੱਚਾ 19-21 ਵੀ ਕਰ ਦਿੰਦਾ ਵਾ, ਤੇ ਉਹ ਡਿਕਲੇਅਰ ਉਹਨਾਂ ਨੇ ਠੱਪਾ ਲਾ ਦੇਣਾ ਬੱਚੇ ਦੇ ਕਿ ਇਹ ਤੁਹਾਡਾ ਜੀ ਬੱਚਾ ਆਟਿਜ਼ਮ 'ਚ ਆ। ਤੁਹਾਡੀ ਬੇਟੀ ਦਾ ਤਜਰਬਾ ਕੀ ਹੈ ਜੀ? ਮੇਰਾ ਬੇਟਾ 3 ਸਾਲ ਦਾ ਵਾ ਜੀ, ਉਹ ਵਧੀਆ ਵਾ। ਉਹਦੀ ਸਪੀਚ ਡਿਲੇ ਸੀਗੀ, ਉਹਦੀ ਸਪੀਚ ਡਿਲੇ ਉਹ ਕਰਾਈਆਂ, ਸਪੀਚ ਥੈਰੇਪੀ ਕਰਾਈਆਂ ਨੇ, ਹੁਣ ਬੋਲਣ ਲੱਗ ਗਿਆ ਜੀ। ਵੈਰੀ ਗੁੱਡ। ਰਮਨਦੀਪ ਕੌਰ ਬਾਸੀ ਜੀ, ਤੁਸੀਂ ਆਖਰੀ ਕਾਲਰ ਹੋ, ਲਾਈਨ ਨੰਬਰ 6। ਰਮਨਦੀਪ ਕੌਰ ਬਾਸੀ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭਾਜੀ, ਮੈਂ ਪਹਿਲੀ ਵਾਰੀ ਕਾਲ ਕੀਤੀ ਜੀ, ਥੈਂਕ ਯੂ ਜੀ ਕਰਕੇ ਜੀ। ਮੇਰਾ ਹੀ ਬੇਟਾ ਆ, 8.5 ਸਾਲ ਦਾ ਹੁਣ ਹੋ ਗਿਆ, ਤੇ ਇਹ ਇਹਦੀ ਗੱਲ ਵੀ ਛੋਟੀ ਨਹੀਂ ਗੀ, ਬਹੁਤ ਵੱਡੀ ਵੀ ਆ। ਬਹੁਤ ਔਖਾ ਹੁੰਦਾ ਪੇਰੈਂਟਸ ਲਈ। ਸਿਸਟਮ ਸਾਡੇ ਬਹੁਤ ਖਰਾਬ ਨੇ, ਫੰਡਿੰਗ ਵਾਸਤੇ ਬਹੁਤ ਮੁਸ਼ਕਲ ਆਉਂਦੀ ਸਾਨੂੰ ਬੱਚਿਆਂ ਲਈ, ਹੈ ਨਾ। ਸਕੂਲਾਂ 'ਚ ਬੱਚੇ ਵੱਡੇ ਹੋ ਰਹੇ ਤੇ ESB ਵੀ ਉਹੀ ਪ੍ਰੋਬਲਮ ਹੈ, ਜੋ ਸਿਸਟਰ ਜੀ ਅੱਗੇ ਕਹਿ ਕੇ ਗਏ ਆ। ਗਾਲੀਆਂ ES ਨਹੀਂ ਮਿਲਦੀਆਂ ਇਹਨਾਂ ਨੂੰ, ਟਾਈਮ ਵੱਧ ਦਿੰਦੇ, ਨਾ ਧਿਆਨ ਦਿੰਦੇ ਆ। ਫਿਰ ਮੇਰਾ ਬੇਟਾ 8.5 ਸਾਲ ਦਾ ਹੋ ਗਿਆ, ਉਹਦੇ ਇਕੱਲਾ ਔਟਿਜ਼ਮ ਬਿਹੇਵੀਅਰ ਇਸ਼ੂ ਬਹੁਤ ਨੇ, ਹਾਈਪਰ ਬਹੁਤ ਹੁੰਦਾ, ਜੰਪ ਵੀ ਬਹੁਤ ਕਰਦਾ, ਇੱਕ ਬੋਲਣ ਦੀ ਡਿਲੇ ਆ, ਫਿਰ ਬ੍ਰੇਨ ਵੱਲੋਂ ਵੀ ਹੈਗਾ ਉਹਦਾ ਡਾਇਗਨੋਸਿਸ, ਤੇ ਉਹਦੀ ਵਜ੍ਹਾ ਕਰਕੇ ਉਹ ਡਾਈਪਰ ਵੀ ਨਹੀਂ ਛੱਡ ਰਿਹਾ। ਮੇਰੀ ਖੁਦ ਦੀ ਵੀ ਉਹਨੂੰ ਚੱਕ ਕੇ ਪਹਿਲਾਂ ਤੁਰਦਾ ਵੀ ਨਹੀਂ ਸੀ, ਬੈਕ ਹੋ ਗਈ। ਮੈਂ ਹੁਣ 3 ਮਹੀਨੇ ਸਰਜਰੀ ਕਰਵਾਈ, ਤੇ ਮੈਂ ਜੀ ਉਹਦੇ ਵਾਸਤੇ ਸਕੂਲ ਪੁੱਛਿਆ ਵੀ ਤੁਸੀਂ ਥੋੜੀ ਬਹੁਤੀ ਹੈਲਪ ਕਰੋ ਕਿ ਇਹ ਡਾਈਪਰ ਛੱਡ ਦੇਵੇ। ਉਹਦੇ ਵਾਸਤੇ ਉਹ ਕਹਿੰਦੇ ਸਾਡੇ ਕੋਲ ES ਇੰਨੀ ਨਹੀਂ ਹੁੰਦੀ, ਉਹਨੇ ਦੂਸਰੇ ਬੱਚੇ ਨੂੰ ਵੀ ਦੇਖਣਾ ਹੀ, ਉਹ 'ਚ ਟ੍ਰੇਨਿੰਗ 'ਚ ਨਹੀਂ ਹੈਲਪ ਨਹੀਂ ਕਰ ਸਕਦੀ। ਜੇ ਮੈਂ ਘਰ ਕਰਵਾਵਾਂ ਤੇ ਉਹ ਚਾਰਜ ਬੜੀ ਕਰਦੇ ਸਰਵਿਸ ਵਾਲੇ, ਤੇ ਇੰਨੀ ਫੰਡਿੰਗ ਨਹੀਂ। ਗਵਰਨਮੈਂਟ ਹੋਰ ਫੰਡਿੰਗ ਕਰ ਸਕਦੀ ਆ ਕਿ ਇਹਨਾਂ ਬੱਚਿਆਂ ਦੀ ਨਹੀਂ ਹੈਲਪ ਕਰ ਸਕਦੀ, ਕਿ ਇਹ ਪੇਰੈਂਟਸ ਲਈ ਨਹੀਂ ਕਰ ਸਕਦੀ। ਕਹਿ ਦਿੰਦੇ ਆ ਬਹੁਤ ਸੌਖੇ, ਸਾਡੀ ਸੁਸਾਇਟੀ ਆ ਉਹ ਵੀ ਕੋਈ ਏਡੀ ਸੌਖੀ ਨਹੀਂ ਗੀ, ਉਹ ਇਹਨਾਂ ਨੂੰ ਕੁਛ ਨਹੀਂ, ਅਸੀਂ ਇਹਨਾਂ ਦਾ ਹਿੱਸਾ ਹੈ ਨਹੀਂ ਗੇ। ਅਸੀਂ ਇੱਥੇ ਟਾਊਨ ਹਾਊਸ 'ਚ ਰਹਿੰਦੇ ਆ, ਮੇਰਾ ਬੱਚਾ ਰਾਤ ਨੂੰ ਸੌਂਦਾ ਨਹੀਂ, ਬਾਕੀ ਪਹਿਲਾਂ ਮੈਂ ਦਵਾਈ ਦਿੰਦੀ ਰਹੀ ਹਾਂ, ਹੁਣ ਥੋੜਾ ਫਰਕ ਪੈ ਰਿਹਾ, ਥੱਕਦਾ ਸੌਂਦਾ ਕੁਛ, ਪਰ ਉਹ ਛੁੱਟੀਆਂ 'ਚ ਸਾਨੂੰ ਬੜੀ ਮੁਸ਼ਕਲ ਆਉਂਦੀ। ਹੁਣ ਸਮਰ ਦੀ ਬ੍ਰੇਕ 'ਚ ਬਹੁਤ ਜ਼ਿਆਦਾ ਮੁਸ਼ਕਲ ਆਉਣੀ ਆ। ਉਹ ਜ਼ਿਆਦਾ ਦੇਰ ਨਾ TV ਦੇਖ ਸਕਦਾ, ਨਾ ਬਾਹਰ ਬੱਚੇ ਖੇਡਦੇ ਆ। ਬਹੁਤ ਘੱਟ ਫੈਮਲੀਆਂ ਹੁੰਦੀਆਂ ਜਿਹੜੀਆਂ ਕੋਈ ਕਹਿੰਦੇ ਚੱਲ ਤੁਸੀਂ ਖੇਡ ਲਓ, ਥੋੜਾ ਜਿਹਾ ਰਲਾ ਲਓ, ਹੈ ਨਾ, ਮਿਕਸ ਕਰ ਲਓ, ਤੇ ਵੀ ਤੁਹਾਡੇ ਨਾਲ ਖੇਡੇ, ਤੁਸੀਂ ਵੀ ਟਰਨ ਦੇ ਦਿਓ, ਪਰ ਬਾਕੀ ਬੱਚੇ ਕੋਈ ਨਹੀਂ, ਹੈ ਨਾ। ਅਸੀਂ ਰਹਿੰਦੇ ਹਾਂ, ਸਾਡੇ ਨੇਬਰ ਉਹ ਤੰਗ ਹੁੰਦਾ, ਥੋੜਾ ਜਿਹਾ ਰੌਲਾ ਪਾਉਂਦਾ, ਜੰਪ ਕਰਦਾ, ਇੰਨੇ 'ਚ ਹੀ ਕਰਨ ਲੱਗ ਜਾਂਦੇ, ਤੁਹਾਡੀ ਆਵਾਜ਼ ਆਉਂਦੀ ਆ, ਤੁਸੀਂ ਸਾਨੂੰ ਬੋਦਰ ਕਰਦੇ। ਚਲੋ ਅਸੀਂ ਕਿਹਾ ਵੀ ਸਾਡਾ ਏਦਾਂ ਬੱਚਾ ਵੀ ਥੋੜਾ ਜਿਹਾ, ਹੈ ਨਾ, ਹੋ ਜਾਂਦਾ ਵਾ, ਵੀ ਚਲੋ ਸੌਰੀ, ਅਸੀਂ ਪਹਿਲਾਂ ਏਦਾਂ ਕਿਹਾ, ਪਰ ਹੌਲੀ ਹੌਲੀ ਹੁਣ ਉਹ ਇੰਨੀ ਜ਼ੋਰ ਨਾਲ ਇੱਕ ਚੀਜ਼ ਨਾਲ ਆਵਾਜ਼ ਕਰਦੇ ਆ, ਫਿਰ ਤੋਂ ਇੰਨੀ ਲੈਂਗੁਏਜ ਦਾ ਯੂਜ਼ ਕਰਦੇ ਆ। ਮੇਰੇ ਹਸਬੈਂਡ ਵੀ ਕੰਮ ਤੇ ਰਹਿੰਦੇ, ਮੈਂ ਕੰਮ ਨਹੀਂ ਕਰਦੀ, ਕਿਉਂਕਿ ਮੇਰੇ ਬੇਟੇ ਦਾ ਕੋਈ ਪਤਾ ਨਹੀਂ ਕਦੋਂ ਉਹਨਾਂ ਨੇ ਕਹਿ ਦੇਣਾ ਵੀ ਸਿਰ ਦੁਖਦਾ, ਜੇ ਕੁਛ ਵੀ ਕਾਲ ਆ ਜਾਣੀ, ਮੈਨੂੰ ਘਰੇ ਰਹਿਣਾ ਪੈਂਦਾ। ਤੇ ਉਹਦੀ ਵਜ੍ਹਾ ਕਰਕੇ ਫੈਮਿਲੀ ਇੰਨਾ ਔਖਾ ਹੋ ਜਾਂਦਾ ਨਾ, ਲੋਕ ਸਮਝਦੇ ਨਹੀਂ, ਆਪਣੇ ਆ ਹਜੇ, ਕੋਈ ਨਹੀਂ ਸਮਝਦਾ। ਇੰਨੀ ਪ੍ਰੋਬਲਮ ਹੋਈ, ਅਸੀਂ ਪੁਲਿਸ ਤੱਕ ਸੱਦੀ, ਇੰਨਾ ਕੁਛ ਕਰਦੇ ਆ ਨਾ। ਸੋਸਾਇਟੀ ਬਿਲਕੁਲ ਨਹੀਂ ਸਮਝਦੀ, ਕਿਸੇ ਵੱਲੋਂ ਕੋਈ ਹੈਲਪ ਨਹੀਂ, ਨਾ ਇਹਨਾਂ ਬੱਚਿਆਂ ਨੂੰ ਕਿਸੇ ਨੇ ਸੱਦਣਾ ਆ, ਤੇ ਨਾ ਕਿਸੇ ਬੱਚੇ ਅਸੀਂ ਸੱਦੀਏ ਤੇ ਇਹਨਾਂ ਦੇ ਕੋਈ ਹੁੰਦਾ ਹੈ, ਸਾਡੇ ਆਉਂਦਾ ਹੈ, ਹਨਾ। ਆਪਾਂ ਪੰਜਾਬੀ ਗੱਲਾਂ ਬਹੁਤ ਵੱਡੀਆਂ, ਬਿਲਕੁਲ ਵੱਡੀਆਂ ਗੱਲਾਂ ਨੇ, ਪਰ ਕਰਦੇ ਨਹੀਂ। ਬਿਲਕੁਲ ਠੀਕ ਹੈ। ਸਾਡੇ ਨੇਬਰ ਪਾਠ ਵੀ ਲਾਇਆ ਹੁੰਦਾ ਤੇ ਗਾਲਾਂ ਮੈਨੂੰ ਉਹ ਕੱਢਦਾ ਹੈ ਨਾ, ਜਿਹੜੀ ਸਿਆਣਾ ਬਿਆਨ ਕਲਾ ਕਹਿਣਾ ਨਹੀਂ ਚਾਹੀਦਾ ਸੀ। ਪਰ ਕੋਈ ਨਾ, ਤੁਸੀਂ ਪਲੀਜ਼ ਆਪਣਾ ਖਿਆਲ ਰੱਖੋ, ਆਪਣੇ ਸਿਹਤ ਦਾ ਖਿਆਲ ਰੱਖਿਓ। ਆਪਾਂ ਇਹਦੇ 'ਤੇ ਕੰਮ ਕਰਾਂਗੇ, ਇਹ 'ਤੇ ਅਵੇਅਰਨੈਸ ਕਰਾਂਗੇ ਪਲੀਜ਼। ਮੈਨੂੰ ਪਤਾ ਇਹ ਬਹੁਤ ਹਾਰਡ ਹੈ, ਇਹ ਤਾਂ ਨਵੀਂ ਇੱਕ ਵਿਸ਼ਾ ਜਿਹੜਾ ਹੈ, ਇਹ ਬੜਾ ਅਲੱਗ ਦਾ ਵਿਸ਼ਾ ਜਿਹੜਾ ਅੱਜ ਛੂਹਿਆ, ਪਰ ਇਹ 'ਤੇ ਕੰਮ ਕਰਨ ਦੀ ਜ਼ਰੂਰਤ ਆ। ਆਪਾਂ ਰਲ ਕੇ ਕਰਾਂਗੇ ਸਾਰੇ,
ਇਹ ਤੇ ਅਵੇਅਰਨੈਸ ਕਰਾਂਗੇ। ਵੀਕਲੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਕਿਤੇ ਐਕਸਪਰਟਸ ਲੈ ਕੇ ਆਵਾਂਗੇ ਅਤੇ ਦੇਖਦੇ ਹਾਂ ਇਹ ਸਨੀ ਹਿੱਲ ਦੇ ਵਿੱਚ 2.5 ਸਾਲ ਦੀ ਵੇਟ ਕਾਹਦੀ ਹੈ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਅਤੇ ਕੱਲ੍ਹ ਨੂੰ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਣਾ। ਰੱਬ ਰਾਖਾ।